ਲਓ ਜੀ, ਫਿਰ ਪ੍ਰਾਈਮ ਫੋਕਸ ਦੇ ਵਿੱਚ ਇੱਕ ਵਾਰ ਫਿਰ ਤੋਂ ਮੈਂ ਗੁਰਪ੍ਰੀਤ ਸੰਧਾਵਾਲੀਆ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ। ਤੇ ਹੇਅਰ ਸਟਾਈਲ ਜਿੰਨਾ ਮੇਰਾ ਵੈਸੇ ਨਹੀਂ ਹੁਣ ਤੱਕ ਖੈਰ ਵੇਖ ਹੀ ਲਿਆ ਲਗਭਗ ਸਾਰਿਆਂ ਨੇ, ਕਿਉਂਕਿ ਪੰਨੂ ਸਾਹਿਬ ਦੇ ਨਾਲ ਤਸਵੀਰ ਤਾਂ ਹੁਣ ਆਉਣ ਹੀ ਲੱਗ ਪਈ ਹੈ। ਤੇ ਫੋਕਸ ਦੇ ਵਿੱਚ ਅੱਜ ਆਪਾਂ ਫਿਰ ਬੰਦਾ ਇੱਕ ਜਿਹੜਾ ਵਿੱਚ ਕੈਨੇਡਾ ਦੇ ਕਾਫੀ ਦਿਨਾਂ ਤੋਂ ਭਗੌੜਾ ਹੋ ਕੇ ਇੱਥੋਂ ਇੰਡੀਆ ਤੋਂ ਚਲਾ ਗਿਆ, ਉਹਨੂੰ ਫੜਨ ਦੀ ਕੋਸ਼ਿਸ਼ ਕਰਾਂਗੇ। ਤੇ ਆਪਾਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵੀ ਇਹ ਜੋ ਕੁਛ ਵੀ ਚੱਲਿਆ ਹਿਸਾਬ ਕਿਤਾਬ ਜਿਹਾ, ਇਹਦੇ ਵਿੱਚ ਕੈਨੇਡਾ ਦਾ ਤੇ ਆਪਣੇ ਭਾਰਤ ਦਾ ਖਾਸ ਕਰਕੇ ਪੰਜਾਬ ਦਾ ਕਿਵੇਂ ਦਾ ਮਾਹੌਲ ਚੱਲ ਰਿਹਾ। ਚੱਲੇ ਤੋਂ ਭਾਵ ਮੈਂ ਗੱਲ ਕਰੋਨਾ ਵਾਇਰਸ ਦੀ ਕਰ ਰਿਹਾ, ਕਿਉਂਕਿ ਇਹ ਜਦੋਂ ਦਾ ਕਰੋਨਾ ਜਿਹਾ ਚੱਲਿਆ ਬਸ ਉਹ ਕਰੋਨੇ ਦੇ ਵਿੱਚ ਹੀ ਸਾਰਾ ਕੁਛ ਜਿਹੜਾ ਤਬਦੀਲੀਆਂ ਆ ਗਈਆਂ। ਤੇ ਜੇ ਆਵਾਜ਼ ਆਉਂਦੀ ਹੋਵੇ ਤੇ ਬਾਠ ਸਾਹਿਬ ਕੋਈ ਦਿਓ ਆਵਾਜ਼ ਇੱਧਰੋਂ। ਮੈਂ ਤਾਂ ਸੁਣੀ ਜਾਂਦਾ, ਕਿਉਂਕਿ ਮੈਂ ਤਾਂ ਭਾਊ ਦੀ ਆਵਾਜ਼ ਸੁਣੀ ਅੱਜ 5-6 ਮਹੀਨੇ ਆ ਕੇ। ਮੈਨੂੰ ਲੱਗਦਾ ਸੀ ਕਿ ਭਾਈ ਹੁਣ ਗੱਲਬਾਤ ਇਕੱਠੇ ਹੋ ਕੇ ਕਰੇ ਲਈਏ। ਮੈਂ ਬਾਕੀ ਸਾਰੀਆਂ ਗੱਲਾਂ ਬਾਅਦ ਦੀਆਂ। ਗੁਰਪ੍ਰੀਤ ਸਿੰਘ ਪਹਿਲਾਂ ਕੱਟੀ ਦਾ ਸੁਣਾ। ਕੱਟੀ ਕਿਤੇ ਕੱਟੀ ਸਰਦਾਰ ਜੀ, ਤੁਹਾਡੀ ਝੋਟੀ ਬਣ ਗਈ ਆ। ਮੈਂ ਹਾਰ ਕੇ ਦਿਹਾੜੇ ਦੇ ਤੀ, ਮੈਂ ਉੱਥੇ ਗਿੱਟੇ ਥੋੜ੍ਹਾ ਛਡਾਉਂਦੇ ਫਿਰਨਾ ਹੁਣ। ਆਪ ਤੁਸੀਂ ਚੱਲ ਗਏ ਬਾਬਾ ਜੀ ਵਿੱਚ ਕੈਨੇਡਾ ਦੇ, ਤੇ ਤੁਹਾਨੂੰ ਐਂ ਲੱਗਾ ਵੀ ਰਬੜ ਦੇ ਬੂਟ ਸੰਧਾਲੀ ਨੂੰ ਲੈ ਦਈਏ ਤੇ ਵਿਚਾਰਾ ਕਦੀ ਗੋਹਾ ਇੱਧਰੋਂ ਢਾਹ ਲਿਆ ਕਦੀ ਉੱਧਰੋਂ ਢਾਹ ਲਿਆ। ਮੈਂ ਵੀ ਹਾਰ ਕੇ ਮੈਂ ਕਿਹਾ ਚੰਗਾ ਦਿਓ ਪਰਾਂ, ਜੇ ਆਪੇ ਹੁਣ ਤੁਸੀਂ ਤੁਰ ਕੇ ਆਓਗੇ ਹੁਣ ਤਾਂ ਕਦੇ ਨਵੇਂ ਦੁੱਧ ਹੋਈ ਹੋਣੀ ਆ। ਗਾਂ ਤੁਹਾਡੇ ਕਰਮਾਂ ਦਾ ਵੀ ਜਾਂ ਤਾਂ ਕੱਟੀ ਹੋ ਜੂ ਜਾਂ ਫਿਰ ਕੱਟਾ ਹੋ ਜੂ। ਦੇਖੋ ਗੁਰਪ੍ਰੀਤ ਸਿੰਘ, ਗੱਲਾਂ ਤੁਸੀਂ ਮੈਨੂੰ ਬਹੁਤ ਕਰਕੇ ਦੱਸੀਆਂ। ਨਹੀਂ ਮੈਂ ਸਾਂਭਦਾ ਹੈ, ਮੈਂ ਪੱਠੇ ਪਾਉਣਾ ਹੈ, ਮੈਂ ਗੋਹਾ ਉਠਾਉਣਾ, ਮੈਂ ਨਹਾਉਣਾ ਹੈ, ਮੈਂ ਕੂਚੀ ਨਾ ਰਗੜਦਾ। ਪਰ ਮੈਂ ਨਾ ਕੱਲ੍ਹ ਪਰਸੋਂ ਕਿਸੇ ਦੀ ਡਿਊਟੀ ਲਾਈ, ਡੀਟੀ। ਮੈਂ ਉਹਨਾਂ ਨੂੰ ਕਿਹਾ, ਮੈਂ ਕੱਟੀ ਵੇਖਣੀ ਆ, ਵੀਡੀਓ ਕਾਲ ਕਰਾਓ। ਹੁਣ ਵੀਡੀਓ ਕਾਲ ਹੋਈ, ਕੱਟੀ ਮੈਨੂੰ ਪਹਿਲਾਂ ਲੱਗਾ ਕਿ ਝੋਟੀ ਤਾਂ ਬਣ ਗਈ, ਪਰ ਥੋੜ੍ਹੀ ਜਿਹੀ ਲਿੱਸੀ ਜਾਪੀ। ਤੇ ਲਿੱਸੀ ਜਾਪੀ ਮੈਂ ਫਿਰ ਕੱਟੀ ਨੂੰ ਪੁੱਛਿਆ, ਮੈਂ ਕਿਹਾ ਕੱਟੀ ਵੀ ਕਿਵੇਂ ਭਾਊ ਗੁਰਪ੍ਰੀਤ ਆਉਂਦਾ ਹੁੰਦਾ? ਕਹਿੰਦੀ ਆਉਂਦਾ ਹੁੰਦਾ। ਮੈਂ ਕਿਹਾ ਫਿਰ ਇਹ ਨਾਨਕੇ ਤੇਰੇ ਸਿਰ ਤੇ ਮੱਥੇ ਤੇ ਹੱਥ ਫੇਰ ਕੇ ਤੈਨੂੰ ਪਲੋਸਦਾ ਹੁੰਦਾ, ਵਾਹਵਾ ਜਣੀ ਤੇ ਕਰਦਾ? ਉਹ ਕਹਿੰਦੀ ਨਾ। ਮੈਂ ਕਿਹਾ ਕਿਉਂ ਨਹੀਂ? ਉਹ ਨਹੀਂ ਕਰਦਾ। ਕਹਿੰਦੀ ਮੈਂ ਨਹੀਂ ਨੇੜੇ ਆਉਣ ਦਿੰਦੀ। ਮੈਂ ਕਿਹਾ ਕਿਉਂ? ਮੈਂ ਕਿਹਾ ਕਹਿੰਦੀ ਮੈਨੂੰ ਕਰੋਨਾ ਕਰਾਉਣਾ। ਬੰਦਾ ਸਟੂਡੀਓ ਜਾਂਦਾ, ਬੰਦਾ 20 ਪਾਸੇ ਜਾਂਦਾ, ਇਸ ਕਰਕੇ ਮੈਂ ਨਹੀਂ ਕਹਿੰਦੀ ਨੇੜੇ ਆਉਣ ਦਿੰਦੀ। ਚਲੋ ਤੁਸੀਂ ਜਿਵੇਂ ਮਰਜ਼ੀ ਕਰ ਲਓ। ਕੁੱਲ ਮਿਲਾ ਕੇ ਇੰਨਾ ਵੀ ਵੇਖੋ ਜੀ, ਕੱਟੀ ਤੁਹਾਡੀ ਦਾ ਤਾਂ ਹੁਣ ਮਸਲਾ ਹੱਲ ਹੋ ਗਿਆ। ਪਰ ਇਹਨਾਂ ਬਾਠ ਸਾਹਿਬ ਵੀ ਜਿਹੜੀ ਤੁਹਾਡੀ ਸੋਮੋ ਆ ਨਾ, ਉਹ ਵੀ ਮੈਨੂੰ ਲੱਗਦਾ ਵੀ ਹੁਣ ਆ ਮੀਂਹ ਕਣੀ 'ਚ ਵੀ ਬਾਹਰ ਆ ਤੇ ਉਹਦੇ ਹਾਲਾਤ ਵੀ ਮਾੜੇ ਆ। ਤੇ ਮੈਨੂੰ ਲੱਗਦਾ ਨੇ ਵੀ ਸੋਮੋ ਨਾਲ ਆਪਣੀਆਂ 2022 ਵਾਲੀਆਂ ਇਲੈਕਸ਼ਨਾਂ ਨਿਕਲਣੀਆਂ, ਇਸ ਕਰਕੇ ਉਦੋਂ ਤੱਕ ਕੋਈ ਨਾ ਕੋਈ ਗੱਡੀ ਦਾ ਅਰੇਂਜਮੈਂਟ ਹੋਰ ਕਰਨਾ ਪੈਣਾ। ਨਹੀਂ ਮੈਂ ਇੱਥੇ ਨਾ ਮੈਂ ਕੋਸ਼ਿਸ਼ ਕਰਦਾ ਸੀ, ਮੈਂ ਕਿਹਾ ਕਿ ਰੁਪਈਏ 2-4 ਜੇ ਕਿਤੇ ਇੱਧਰੋਂ ਉੱਧਰੋਂ ਕਿਤੇ ਪਿਆਰ ਪਿਊਰ ਦੇ ਹੋਣ ਤੇ ਮੈਂ ਫਿਰ ਤੁਹਾਨੂੰ ਜਿਹੜੇ ਉਹ ਭੇਜਾਂ ਤੇ ਆਪਾਂ ਥੋੜ੍ਹਾ ਜਿਹਾ ਕੰਮ ਨਾ ਕਰ ਲਈਏ। ਵਧੀਆ ਐਤਕੀ ਕਰੀਏ, ਕਿਉਂਕਿ ਮੈਂ ਇਹ ਵੀ ਸੋਚਦਾ ਸੀ ਇਲੈਕਸ਼ਨ ਆ ਜਾਣੀ ਆ, ਲੀਡਰਾਂ ਨੂੰ ਗੱਡੀ ਚਾਹੀਦੀ ਹੁੰਦੀ ਆ ਜਿਹਦੇ ਵਿੱਚ ਖੜ ਕੇ ਉਹ ਐਂ ਕਰ ਸਕਣ, ਸਾਰਿਆਂ ਨੂੰ ਹੱਥ ਮਿਲਾ ਸਕਣ। ਕਿਸੇ ਨੇ ਹਾਰ ਪਾਉਣਾ ਤਾਂ ਮੜ ਜਾ ਝੁੱਕ ਕੇ ਹਾਰ ਪਵਾ ਸਕਣ। ਕੋਈ ਉੱਦਾਂ ਦੀ ਖੁੱਲੀ ਜੀਪ ਜੀ ਦੇਖਦੇ ਆ। ਆਪਣਾ ਹੁਣ ਸੁਮੋ ਨਾਲ ਗੁਜ਼ਾਰਾ ਨਹੀਂ ਹੋਣਾ। ਨਹੀਂ ਚਾਹੀਦੀ ਆ, ਪਰ ਇਹ ਬਾਠ ਸਾਹਿਬ ਇਹ ਤੁਹਾਨੂੰ ਲੱਗਦਾ 2022 ਤੱਕ ਹੋ ਜਾਊਗਾ ਮਸਲਾ ਹੱਲ? ਜਿਸ ਹਿਸਾਬ ਨਾਲ ਕਰੋਨੇ ਵਾਲਾ ਕੰਮ ਚੱਲੀ ਜਾਂਦਾ, ਮੈਨੂੰ ਤਾਂ ਐਂ ਸੀ ਵੀ ਚਲੋ ਆਪਣੇ ਸਾਡੇ ਇੱਧਰ ਦੇ ਪ੍ਰਧਾਨ ਮੰਤਰੀ ਸਾਹਿਬ ਮਾਣਯੋਗ ਨਰਿੰਦਰ ਮੋਦੀ ਜੀ ਨੇ ਜਦੋਂ ਸ਼ੁਰੂਆਤ ਕੀਤੀ, ਅਸੀਂ ਬਹੁਤ ਥਾਲੀਆਂ ਥੂਲੀਆਂ ਖੜਕਾਈਆਂ, ਦੀਵੇ ਜਗਾਏ, ਪਟਾਕੇ ਚਲਾਏ, ਤੇ ਉਹ ਮੈਨੂੰ ਤਾਂ ਐਂ ਲੱਗਾ ਸੀ ਵੀ ਸ਼ਾਇਦ ਕਰੋਨਾ ਡਰ ਕੇ ਭੱਜ ਜੂਗਾ। ਪਰ ਹੁਣ ਇੱਦਾਂ ਲੱਗਦਾ ਕਿ ਵੀ ਕਿਉਂਕਿ ਭਾਰਤ ਤੁਹਾਨੂੰ ਪਤਾ ਵੀ ਵਿਕਾਸਸ਼ੀਲ ਦੇਸ਼ ਤੋਂ ਹੁਣ ਵਿਕਸਿਤ ਦੇਸ਼ ਬਣ ਚੁੱਕਾ, ਤੇ ਅਸੀਂ ਮਾੜੇ ਮੋਟੇ ਦੇਸ਼ ਨਾਲ ਤੇ ਪੰਗਾ ਨਹੀਂ ਲੈਂਦੇ। ਅੱਜ ਕੱਲ੍ਹ ਮੈਚ ਵੀ ਸਾਡਾ ਅਮਰੀਕਾ ਨਾਲ ਪਿਆ। ਅਮਰੀਕਾ 'ਚ ਉਹ ਕਹਿੰਦੇ ਵੀ ਜੇ 70-72 ਹਜ਼ਾਰ ਕੇਸ ਆਉਂਦੇ ਦਿਹਾੜੀ ਦੇ, ਤੇ 50 ਤੋਂ ਤਾਂ ਅਸੀਂ ਵੀ ਟੱਪ ਗਏ ਹਾਂ। ਇਸ ਕਰਕੇ ਰੇਸ ਹੁਣ ਸਾਡੀ ਅਮਰੀਕਾ ਨਾਲ ਆ। ਮੈਂ ਕਿਹਾ ਵਿੱਚ ਤੁਸੀਂ ਐਵੇਂ ਕੈਨੇਡਾ ਵਾਲੇ ਕਿਤੇ ਦਲੇ ਮਲੇ ਨਾ ਜਾਇਓ। ਹੁਣ ਇਹੋ ਜਿਹੇ ਮਾਹੌਲ ਚਾਲ 'ਚ ਤੁਹਾਨੂੰ ਲੱਗਦਾ ਵੀ 2022 ਤੱਕ ਇਹ ਜਿਸ ਹਿਸਾਬ ਦੀ ਰੇਸ ਹੈ ਖੜ੍ਹ ਜੂਗੀ ਇਹ? ਨਹੀਂ ਦੇਖੋ, ਇਹਦੇ ਵਿੱਚ ਖੜਨ ਖੁੜਨ ਵਾਲੀ ਗੱਲ ਤਾਂ ਲੱਗਦੀ ਨਹੀਂ। ਜੇ ਇਸ ਹਿਸਾਬ ਦੇ ਨਾਲ ਆਪਾਂ ਘੰਟੀਆਂ ਵਜਾਉਣ ਵੀ ਘਰਾਂ ਤੋਂ ਬਾਹਰ ਨਿਕਲੇ ਆਏ ਸੀ, ਜੇ ਇਸ ਤਰੀਕੇ ਦੇ ਨਾਲ ਅਸੀਂ ਆਪੇ ਹੀ ਆ ਕੇ ਐਲਾਨ ਕਰ ਦਿੱਤਾ ਕਿ ਭਾਈ ਫਲਾਨੀ ਦਵਾਈ ਜਿਹੜੀ ਬਣ ਗਈ ਆ ਹੁਣ ਇਹ ਖਾ ਖੂ ਲਓ ਤੇ 25-27 ਦਿਨ ਹੀ ਮੁੱਕਰ ਜਾਈਦਾ, ਮੈਨੂੰ ਨਹੀਂ ਲੱਗਦਾ। ਦੇਖੋ ਜਿਹੜੇ ਦੇਸ਼ ਦੇ ਵਿੱਚ ਇੱਦਾਂ ਦਾ ਕੰਮਕਾਰ ਚੱਲੀ ਜਾਂਦਾ ਕਿ ਭਾਈ ਹੁਣ ਜੁਰਮਾਨਾ ਕਿਤੇ ਲੱਖ ਕਰ ਦਿਓ, ਕਿਤੇ 10,000 ਕਰ ਦਿਓ, ਇਹਦਾ ਮਤਲਬ ਹੈ ਕਿ ਅਜੇ ਆਮ ਲੋਕ ਬਹੁਤੀ ਗੰਭੀਰਤਾ ਦੇ ਨਾਲ ਲੈਂਦੇ ਨਹੀਂ। ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਮਸਲਾ ਹੱਲ ਹੋ ਜਾਣਾ। ਪਰ ਗੱਲ ਗੁਰਪ੍ਰੀਤ ਸਿੰਘ ਇੱਦਾਂ ਹੈਗੀ ਆ, ਕਿਉਂਕਿ ਮਿਲੇ ਆਪਾਂ ਵਾਹਵਾ ਚਿਰ ਬਾਅਦ ਆ। ਆਪਾਂ ਹੁਣ ਕਰੋਨਾ ਦੀ ਗੱਲ ਤੁਸੀਂ ਅਮਰੀਕਾ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ। ਕੈਨੇਡਾ ਵਾਲੇ ਡਰਦੇ ਬੜੇ ਆ। ਉਹ ਕਹਿੰਦੇ ਪਹਿਲਾਂ ਸਾਡਾ ਵਪਾਰ ਚੱਲਦਾ ਸੀ ਅਮਰੀਕਾ ਦੇ ਨਾਲ, ਬਾਰਡਰ ਖੁੱਲ੍ਹੇ ਸੀ, ਮਾੜੀ ਜਿਹੀ ਆਇਡੈਂਟੀਫਿਕੇਸ਼ਨ ਦਿਖਾਓ ਤੇ ਬੰਦਾ ਅਮਰੀਕਾ ਵਾਲਾ ਕੈਨੇਡਾ ਤੇ ਕੈਨੇਡਾ ਵਾਲਾ ਅਮਰੀਕਾ। ਵੀ ਹੁਣ ਜਿੱਦਾਂ ਭਾਰਤ ਦਾ ਗੱਠਜੋੜ ਹੋਈ ਜਾਂਦਾ, ਜਿੱਦਾਂ ਭਾਰਤ ਵਾਲੇ ਕਹਿੰਦੇ ਕਿ ਕੋਈ ਗੱਲ ਨਹੀਂ ਸਾਂਝੀਆਂ ਮੱਛਕਾਂ ਵੀ ਕਰ ਲੈਂਦੇ ਆ, ਜਿੱਦਾਂ ਭਾਰਤ ਵਾਲੇ ਕਹਿੰਦੇ ਕਿ ਹਥਿਆਰ ਵੀ ਖਰੀਦ ਲੈਂਦੇ ਆ, ਜਿੱਦਾਂ ਭਾਰਤ ਦੇ ਵਿਦੇਸ਼ ਮੰਤਰੀ ਨੂੰ ਕਦੇ ਪ੍ਰਧਾਨ ਮੰਤਰੀ ਨੂੰ ਅਮਰੀਕਾ ਵਾਲੇ ਸਿੱਧੀਆਂ ਹੌਟ ਕਾਲਸ ਦੇ ਉੱਤੇ, ਹੌਟਲਾਈਨਸ ਦੇ ਉੱਤੇ ਗੱਲਾਂ ਕਰੀ ਜਾਂਦੇ ਆ, ਕੈਨੇਡਾ ਵਾਲੇ ਡਰੇ ਬੈਠੇ ਆ ਕਿ ਭਾਈ ਜੇ ਭਾਰਤ ਦੀ ਇੰਨੀ ਜੋਟੀ ਪੈ ਗਈ, ਅਮਰੀਕਾ ਵਾਲੇ ਕਿਤੇ ਸਾਡੇ ਤੋਂ ਪਛਾਣ ਹੋ ਜਾਣ।
ਨਹੀਂ, ਇਹ ਤੁਹਾਨੂੰ ਡਰਨਾ ਵੀ ਚਾਹੀਦਾ। ਵੈਸੇ ਪਤਾ ਕੀ ਗੱਲ ਹੈ ਬਾਠ ਸਾਹਿਬ, ਤੁਹਾਡਾ ਕੋਈ ਜਿਹੜਾ ਜਿੱਥੇ ਤੁਸੀਂ ਬੈਠੇ ਕੈਨੇਡਾ, ਇਹ ਮੈਨੂੰ ਸਮਝਾਓ ਜਰਾ। ਮੈਂ ਇੱਕ ਗੱਲ ਹੋਰ ਸੁਣੀ, ਕਹਿੰਦੇ ਯਾਰ ਤੁਸੀਂ ਟਰੂਡੋ ਨੂੰ ਲਾਉਣ ਨੂੰ ਫਿਰਦੇ, ਬੜਾ ਰੌਲਾ ਪਿਆ, ਟਰੂਡੋ ਆਪਣਾ ਕੁਰਸੀ ਛੱਡ ਦੇਵੇ, ਉਹ ਕੀ ਚੱਕਰ ਹੈ ਬਈ? ਦੇਖੋ, ਮੈਂ ਸੰਧਾਲੀਆ ਸਾਹਿਬ ਉਹ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਦੇਣਾ ਲਾਂਭਾ ਗੱਲ ਕਰਨੀ ਪੈਣੀ ਆ ਤੁਹਾਨੂੰ ਸਪਸ਼ਟ। ਮੈਨੂੰ ਰੋਜ਼ ਕੋਈ ਨਾ ਕੋਈ ਪ੍ਰਾਈਮ ਏਸ਼ੀਆ ਟੀਵੀ ਦੇਖਣ ਵਾਲਾ ਸੱਜਣ ਜਿੱਥੇ ਕਿਤੇ ਮਿਲਦਾ ਹੈ, ਕੈਨੇਡਾ ਦੇ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਮਿਲਦਾ ਹੈ, ਇੱਕੋ ਹੀ ਲਾਂਭਾ, ਸੰਧੇ ਵਾਲੀਏ ਨੂੰ ਨਾਲ ਨਹੀਂ ਲੈ ਕੇ ਆਏ, ਨਾ ਫਿਰ ਸੰਧੇ ਵਾਲੀਏ ਨੂੰ ਉੱਥੇ ਹੀ ਛੱਡ ਦਿੱਤਾ। ਮੈਂ ਫਿਰ ਉਹਨਾਂ ਨੂੰ ਵਿਚਲੀ ਗੱਲ ਦੱਸਤੀ। ਵਿਚਲੀ ਗੱਲ ਮੈਂ ਕੀ ਦੱਸੀ? ਮੈਂ ਕਿਹਾ ਗੱਲ ਇੱਦਾਂ ਵੀ ਆਉਣਾ ਹੀ ਇਕੱਠਿਆਂ ਨੇ ਹੀ। ਮੈਂ ਹੈਗਾ ਹਲਕੇ ਸਰੀਰ ਦਾ ਬੰਦਾ, ਤੇ ਮੈਂ ਜਾ ਕੇ ਜਦੋਂ ਟਿਕਟ ਲਈ ਤੇ ਉਹ ਕਹਿੰਦੇ ਠੀਕ ਹੈ ਜੀ, ਇਹਨੂੰ ਇੱਕ ਸੀਟ ਦੇ ਦਿਓ, ਭਾਵੇਂ ਵਿਚਾਲੇ ਵਾਲੀ ਦੇ ਦਿਓ, ਬਾਹਰ ਵਾਲੀ ਦੇ ਦਿਓ। ਤੇ ਜਦੋਂ ਗੁਰਪ੍ਰੀਤ ਸੰਧਾ ਟਿਕਟ ਵਾਲੀ ਲੈਣ ਲੱਗਾ ਤੇ ਉਹ ਕਹਿੰਦੇ ਪਹਿਲਾਂ ਭਾਈ ਭਾਰ ਜੋਖਣਾ ਹੈ, ਫਿਰ ਉਹ ਕਹਿੰਦੇ ਟਿਕਟਾਂ ਲੱਗਣਗੀਆਂ 2 ਕਿਉਂਕਿ ਇੱਕ ਸੀਟ ਤੇ ਤਾਂ ਬੰਦੇ ਨੇ ਆਉਣਾ ਨਹੀਂ। ਤੇ ਮੋਹਰੇ ਫਿਰ ਗੁਰਪ੍ਰੀਤ ਸੰਧੇ ਵਾਲੀਆ ਅੜ ਗਿਆ, ਕਹਿੰਦਾ ਨਹੀਂ ਭਾਈ ਪੈਸੇ ਮੈਂ ਇੱਕ ਟਿਕਟ ਦੇ ਦੇਣੇ ਆ, ਇੱਕੋ ਹੀ ਸੀਟ ਦੇ ਦੇਣੇ ਆ। ਹੁਣ ਤੁਸੀਂ ਦਰਸ਼ਕਾਂ ਨੂੰ ਇਹ ਗੱਲ ਕਲੀਅਰ ਕਰ ਦਿਓ ਭਾਈ, ਭਾਰ ਭੂਰ ਘਟਾਓ, ਨਹੀਂ ਤਾਂ ਕੰਮ ਔਖਾ ਹੋ ਜਾਊਗਾ। ਨਹੀਂ, ਮੇਰੀ ਪੂਰੀ ਕੋਸ਼ਿਸ਼ ਹੈ ਵੀ ਹੁਣ ਮੈਂ ਭਾਰ ਘਟਾਵਾਂ ਥੋੜਾ ਜਿਹਾ ਅੱਗੇ ਨਾਲੋਂ। ਵੈਸੇ ਹੁਣ ਫਰਕ ਵੀ ਪੈਣ ਲੱਗ ਪਿਆ, ਚਲੋ ਮਹਾਰਾਜ ਕਰੇ ਹੋਰ ਥੋੜਾ ਜਿਹਾ ਫਰਕ ਪੈ ਜਾਵੇ। ਪਰ ਬਾਕੀ ਮੈਂ ਹਿਸਾਬ ਲਾ ਲਿਆ ਵੀ ਇਹ ਜਹਾਜ਼ ਵਾਲਿਆਂ ਤੋਂ ਮੇਰਾ ਕੰਮ ਸੈੱਟ ਨਹੀਂ ਆਉਣਾ। ਇਹ ਅਸੀਂ ਕੋਸ਼ਿਸ਼ ਕਰਕੇ ਨਾ, ਤੇ ਜਿੱਦਾਂ ਟਰਾਲੀ ਨਹੀਂ ਜਾਂਦੀ ਮੱਸੇ ਵਾਲੀ, ਉਹ ਵੀ ਅਸੀਂ ਕੋਸ਼ਿਸ਼ ਕਰਨੀ, ਕਿਉਂਕਿ ਹੁਣ ਸੁਣਨ ਚ ਆਇਆ ਵੀ ਬਹੁਤ ਸਾਰੇ ਗੁਰੂ ਘਰ ਕੈਨੇਡਾ 'ਚ ਵੀ ਬਣ ਗਏ ਨੇ, ਬਹੁਤ ਵੱਡੇ ਉੱਥੇ ਨਗਰ ਕੀਰਤਨ ਵੀ ਸਜਾਏ ਜਾਂਦੇ ਆ। ਤੇ ਕਿਸੇ ਨਾ ਕਿਸੇ ਬਹਾਨੇ ਇੱਧਰੋਂ ਅਸੀਂ ਨਗਰ ਕੀਰਤਨ ਦਾ ਵੀਜ਼ਾ ਲੈ ਕੇ ਟਰਾਲੀਆਂ ਤੇ ਆ ਜਾਣਾ, ਧੰਨ ਗੁਰੂ ਵਾਹਿਗੁਰੂ ਕਰਦੇ। ਏਡੀ ਤੁਸੀਂ ਸਾਡੀ ਟੈਨਸ਼ਨ ਨਾ ਲਓ। ਪਹਿਲਾਂ ਟਰੂਡੋ ਸਾਹਿਬ ਦੀ ਮੈਨੂੰ ਸੁਣਾਓ ਵੀ ਉਹਨੂੰ ਲਾਉਣ ਨੂੰ ਕਿਉਂ ਫਿਰਦੇ ਗਰੀਬ ਨੂੰ? ਉਹਨੇ ਵਿਗਾੜਿਆ ਕੀ ਤੁਹਾਡਾ? ਘਰ ਵਾਲੀ ਉਹਦੀ ਨੂੰ ਕਰੋਨਾ ਹੋ ਗਿਆ, ਉਹ ਵਿਚਾਰੀ ਮਸਾਂ ਬਚੀ ਆ, ਹੁਣ ਤੁਸੀਂ ਉਹਦੇ ਗਰੀਬ ਦੇ ਵੈਰ ਪੈ ਗਏ। ਉਹ ਤੇ ਵਿਚਾਰਾ ਸ਼ੇਵ ਕਰਨੋਂ ਵੀ ਹਟ ਗਿਆ, ਮੇਰਾ ਖਿਆਲ ਦਾੜੀ ਵਧਾ ਲਈ ਥੋੜੀ ਵਧਾ ਲਈ, ਕਿਉਂਕਿ ਕੰਮ ਇੰਨਾ ਪਿਆ। ਅਸਲ ਦੇ ਵਿੱਚ ਸੰਧਾਲੀਆ ਸਾਹਿਬ ਗੱਲ ਪਤਾ ਕੀ ਆ, ਸਿਆਸਤ ਸਾਰੇ ਪਾਸੇ ਇੱਕੋ ਜਿਹੀ ਆ, ਥੋੜੇ ਬਹੁਤ ਹੇਰ ਫੇਰ ਦੇ ਨਾਲ ਤੱਕੜੀ ਤੋਲਣ ਵਾਲੀ ਇੱਕੋ ਜਿਹੀ ਹੁੰਦੀ ਆ। ਇੱਥੇ ਵੀ ਪੰਗਾ ਉਦਾਂ ਦਾ ਪੈ ਗਿਆ ਜਿੱਦਾਂ ਦੇਵਗੌੜਾ ਹੋਰਾਂ ਦੀ ਸਰਕਾਰ ਹੁੰਦੀ ਸੀ, ਜਿੱਦਾਂ ਇੰਦਰ ਕੁਮਾਰ ਗੁਜਰਾਲ ਹੋਰਾਂ ਦੀ ਸਰਕਾਰ ਹੁੰਦੀ ਸੀ, ਜਿੱਦਾਂ ਕਦੇ ਵੀਪੀ ਸਿੰਘ ਤੇ ਚੰਦਰ ਸ਼ੇਖਰ ਦੀ ਸਰਕਾਰ ਹੁੰਦੀ ਸੀ। ਇੱਥੇ ਵੀ ਨਾ ਸਰਕਾਰ ਕਿਸੇ ਦੀ ਪੂਰੇ ਬਹੁਮਤ ਦੇ ਵਿੱਚ ਹੈ ਨਹੀਂ, ਕਾਨੂੰਨ ਥੋੜ੍ਹਾ ਜਿਹਾ ਵੱਖਰਾ, ਘੱਟ ਗਿਣਤੀ ਸਰਕਾਰ ਹੈ। ਤੇ ਉਹਨੂੰ ਜਦੋਂ ਦੇਖੋ ਗੁਆਂਢੀ ਦਬਕੇ ਮਾਰਦੇ ਨੇ, ਅੱਛਾ ਆਹ ਫਿਰ ਕਾਨੂੰਨ ਪਾਸ ਕਰੇਗਾ, ਆ ਜਾ ਫਿਰ ਦੇਖਦੇ ਆ, ਵੋਟਾਂ ਤਾਂ ਸਾਥੋਂ ਹੀ ਲੈਣੀਆਂ। ਉਹ ਦਬਕੇ ਮਾਰਦੇ ਰਹਿੰਦੇ ਆ। ਮਸਲਾ ਕੋਈ ਬਹੁਤਾ ਨਹੀਂ ਸੀ ਅਸਲ ਦੇ ਵਿੱਚ। ਨੌਜਵਾਨਾਂ ਨੂੰ ਦੇਣੇ ਸੀ ਪੈਸੇ ਕਿ ਭਾਈ ਤੁਸੀਂ ਕੋਵਿਡ-19 ਦੇ ਕਰਕੇ ਘਰੇ ਬੈਠੇ ਆ, ਥੋੜੀ ਜਿਹੀ ਸਹਾਇਤਾ ਦਿੰਨੇ ਆ। ਪਰ ਉਹ ਜਿਹੜੀ ਜਥੇਬੰਦੀ ਨੂੰ ਕਹਿ ਦਿੱਤਾ ਕਿ ਪੈਸੇ ਤੁਸੀਂ ਵੰਡ ਦਿਓ, ਉਹ ਮਾੜਾ ਮੋਟਾ ਟੱਬਰ ਦਾ ਕਿਤੇ ਲੈਣ ਦੇਣ ਅਗਲਾ ਪਿਛਲਾ ਹੋਏਗਾ। ਟਰੂਡੋ ਸਾਹਿਬ ਦੇ ਟੱਬਰ ਦਾ ਤਾਂ ਫਿਰ ਅਗਲਿਆਂ ਨੇ ਛੱਜ 'ਚ ਪਾ ਕੇ ਛੱਟਣਾ ਸ਼ੁਰੂ ਕਰਤਾ। ਪਰ ਕਮਾਲ ਦੀ ਗੱਲ ਦੇਖੋ ਸੰਧਾਲੀਆ ਸਾਹਿਬ, ਜਿਹੜਾ ਬਖਰੇਵਾ ਇਹ ਹੈ ਕਿ ਜੇ ਆਪਣੇ ਮੁਲਕ ਭਾਰਤ ਦੇ ਵਿੱਚ, ਜੇ ਆਪਣੇ ਸੂਬੇ ਪੰਜਾਬ ਦੇ ਵਿੱਚ ਕਿਸੇ ਲੀਡਰ ਦੇ ਉੱਤੇ ਦੋਸ਼ ਲੱਗਾ ਹੁੰਦਾ ਨਾ ਕਿ ਭਾਈ ਆ ਜਿਹੜੀ ਜਥੇਬੰਦੀ ਨੂੰ ਤੁਸੀਂ ਕੰਮ ਦਿੱਤਾ, ਉਸ ਜਥੇਬੰਦੀ ਦੇ ਨਾਲ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਸੰਬੰਧ ਹੈ, ਪਹਿਲੀ ਗੱਲ ਹੈ ਕਿ ਮੰਨਣਾ ਹੀ ਨਹੀਂ ਸੀ। ਦੂਸਰੀ ਗੱਲ ਹੈ ਕਿ ਸਰਕਾਰ ਕੋਲ ਹੁੰਦੀ ਤਾਂ ਕਮੇਟੀ ਬਿਠਾ ਦੇਣੀ ਸੀ। ਤੀਸਰੀ ਗੱਲ ਹੋਣੀ ਸੀ ਕਿ ਕਮੇਟੀ ਦੀ ਰਿਪੋਰਟ ਨਹੀਂ ਆਉਣੀ ਸੀ, ਤੇ ਜਦੋਂ ਰਿਪੋਰਟ ਉਡੀਕੀ ਜਾਣੀ ਸੀ, ਉਸ ਰਿਪੋਰਟ ਨੂੰ ਦੇਖਣ ਲਈ ਕਿ ਆਈ ਕਿਉਂ ਨਹੀਂ, ਇੱਕ ਕਮੇਟੀ ਹੋਰ ਬਿਠਾ ਦੇਣੀ ਸੀ। ਤੇ ਜੇ ਕਮੇਟੀ ਦੀ ਰਿਪੋਰਟ ਗੱਲ ਇੱਕ ਮਿੰਟ ਮੇਰੀ ਬੇਨਤੀ ਸੁਣੋ, ਇਹ ਸਾਡੇ ਵਾਲੀਆਂ ਧਾਰਨਾ ਨਾ ਦਿਓ, ਸਾਡੀ ਰੀਸ ਨਹੀਂ ਤੁਸੀਂ ਕਰ ਸਕਦੇ। ਅਸੀਂ ਭਾਵੇਂ ਕਮੇਟੀ ਬਣਾਈਏ, ਅਸੀਂ ਭਾਵੇਂ ਕੰਮ ਮਿੱਟੀ ਕਰੀਏ, ਜੋ ਮਰਜ਼ੀ ਕਰੀਏ, ਕੁੱਲ ਮਿਲਾ ਕੇ ਇੱਕ ਗੱਲ ਤੇ ਪਤਾ ਨਾ ਵੀ ਇਹ ਜਿਹੜਾ ਤੁਹਾਡਾ ਹਿਸਾਬ ਤਾਂ ਉਧਰਲਾ ਚੱਲਿਆ, ਉਹਦਾ ਤੁਸੀਂ ਮਤਲਬ ਮੁੱਲ ਨਹੀਂ ਪਾਇਆ। ਮੈਂ ਤਾਂ ਅੱਗੇ ਸੋਚਦਾ ਸੀ ਵੀ ਟਰੂਡੋ ਸਾਹਿਬ ਦਾ ਜਾਂ ਮੈਨੂੰ ਫੋਨ ਨੰਬਰ ਦੇ ਦਿਓ, ਮੈਂ ਇਹਨੂੰ ਫੋਨ ਕਰਾਂ, ਦੇਖੋ ਟਰੂਡੋ ਸਾਹਿਬ ਆ ਜਿਹੜੇ ਮੁਲਕ 'ਚ ਤੁਸੀਂ ਪੈਸੇ ਵੰਡਣ ਦੇ, ਮੈਨੂੰ ਪਤਾ ਲੱਗਾ $2,000 ਦਿੰਦੇ ਮਹੀਨੇ ਦਾ। ਦੇਖੋ ਜਿਨ੍ਹਾਂ ਦੇ ਤਾਂ ਕੰਮ ਧੰਦੇ ਛੁੱਟ ਗਏ, ਉਹਨਾਂ ਨੂੰ $2,000 ਇੱਕ ਸਰਬ ਸਕੀਮ ਜੀ ਬਣਾਈ ਸੀ, ਉਹਦੇ ਵਿੱਚ ਉਹ ਦੇਈ ਜਾਂਦੇ ਆ। ਪਰ $2,000 ਨਾਲ ਸੰਧਾਲੀਆ ਸਾਹਿਬ ਸਰਦਾ ਕਿੱਥੇ ਆ? ਘਰਾਂ ਦੇ ਕਿਰਾਏ ਕਰੋਏ ਵੀ ਦੇਣੇ। ਇੱਕ ਮਿੰਟ ਇੱਥੇ ਇੱਕ ਮਿੰਟ ਗੱਲ ਕਰ ਲੈਣ ਦੋ। ਪਤਾ ਕੀ ਚੱਕਰ ਆ, ਤੁਸੀਂ ਵੇਖੋ ਬੰਦੇ ਬੈਠੇ ਬਾਹਰ, ਸਾਡੇ ਇੱਧਰ ਪਿੰਡਾਂ 'ਚ ਹਿਸਾਬ ਕਿਤਾਬ ਨਹੀਂ ਆਉਂਦਾ। ਮੈਂ ਜਰਾ ਆਪਣੇ ਪਿੰਡ ਵਾਲਿਆਂ ਨੂੰ ਵੀ ਸਮਝਾ ਲਾਂ, ਦੇਖੋ ਜੀ ਕੈਨੇਡਾ ਦੀ ਸਰਕਾਰ ਦਿੰਦੀ ਆ $2,000 ਮਹੀਨਾ, ਉਹ ਸੌਰੀ $2,000 ਮਹੀਨਾ ਜੀ। $2,000 ਨੂੰ ਜਦੋਂ ਅਸੀਂ ਗੁਣਾ ਕਰਦੇ ਇੱਧਰ 50, 52, 54 ਰੁਪਈਆਂ ਦੇ ਨਾਲ, ਤੇ ਉਹ ਲੱਖ ਰੁਪਈਆ ਬਣ ਜਾਂਦਾ ਮਹੀਨੇ ਦਾ। ਉਹ ਲੱਖ ਰੁਪਈਆ ਤੁਹਾਨੂੰ ਬੰਦਾ ਮਹੀਨੇ ਦਾ ਦੇਣ ਡਿਆ, ਫਿਰ ਵੀ ਤੁਸੀਂ ਮਤਲਬ ਅੱਡੀਆਂ ਮਾਰਦੇ ਫਿਰਦੇ ਹੈ ਟਰੂਡੋ ਚੰਗਾ ਨਹੀਂ, ਟਰੂਡੋ ਚੰਗਾ ਨਹੀਂ। ਇੱਧਰ ਸਾਡੇ ਵਾਲਿਆਂ ਨੇ 500 ਰੁਪਈਆ ਖਾਤੇ 'ਚ ਪਾਉਣਾ ਸੀ, ਉਹ ਵੀ ਕਿਸੇ ਦੇ ਪਾਇਆ, ਕਿਸੇ ਦੇ ਨਹੀਂ ਪਾਇਆ। ਅਸੀਂ ਤੇ ਕਿਸੇ ਨੂੰ ਕਿਹਾ ਨਹੀਂ ਵੀ ਲਾ ਦਿਓ, ਲਾ ਦਿਓ, ਲਾ ਦਿਓ, ਲਾ ਦਿਓ। ਅਸਲ ਦੇ ਵਿੱਚ ਗੁਰਪ੍ਰੀਤ ਸਿੰਘ ਗੱਲ ਪਤਾ ਕੀ ਆ, ਗੱਲ ਇੱਦਾਂ ਹੈ ਕਿ 1200-1300 ਦੀ ਤਾਂ ਬੇਸਮੈਂਟ ਆਉਂਦੀ ਆ ਰੈਂਟ ਤੇ, ਜਿੱਥੇ ਪੰਜਾਬੀ ਬਹੁਤੇ ਰਹਿੰਦੇ ਆ। 500-400 ਰੁਪਈਆ ਲੱਗ ਜਾਂਦਾ ਕਰਿਆਨੇ ਤੇ। ਹਾਂ ਡਾਲਰ ਤੁਸੀਂ ਹੁਣ ਉਹਦੇ ਵਿੱਚ ਹੀ ਗੁਣਾ ਘਟਾਓ ਕਰਨੀ ਹੈ। ਇਹਦੇ ਤੋਂ ਇਲਾਵਾ ਮਾੜਾ ਮੋਟਾ ਕੋਈ ਕਿਰਾਇਆ ਭਾੜਾ, ਨਿੱਕੇ ਨਿਆਣੇ ਦਾ ਕੋਈ ਮਾੜਾ ਮੋਟਾ ਕੋਈ ਨਿੱਕਰ ਨੁੱਕਰ ਵੀ ਲੈਣੀ ਪੈਂਦੀ ਹੈ, ਕੋਈ ਦਵਾ ਦਾਰੂ ਦੇ ਉੱਤੇ ਵੀ ਭੋਰਾ ਕਿਤੇ ਖਰਚਾ ਹੋ ਜਾਂਦਾ, ਕਿਤੇ ਮੂੰਹ ਸਲੂਣਾ ਕਰਨ ਨੂੰ ਵੀ ਵਿੱਚ ਵਿਚਾਲੇ ਕਿਸੇ ਦਾ ਜੀ ਕਰਦਾ ਹੋਣਾ। ਇਸ ਕਰਕੇ $2,000 ਤਾਂ ਉਹਨਾਂ ਨੂੰ ਲੱਗਦਾ ਥੋੜਾ, ਪਰ ਫਿਰ ਵੀ
ਬਹੁਤ ਸਾਰੇ ਲੋਕ ਆ ਜਿਹੜੇ ਕਹਿੰਦੇ ਕਿ ਟਰੂਡੋ ਸਾਹਿਬ ਨੇ ਕੰਮ ਵਧੀਆ ਕੀਤਾ। ਇੱਕ ਮੈਂ ਵਿੱਚੋਂ ਘੁੰਡੀ ਹੋਰ ਦੱਸ ਦਿੰਨਾ, ਜਿੱਦਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ 'ਚ ਸਮਾਂ ਜਦੋਂ ਥੋੜਾ ਰਹਿ ਜਾਣਾ, ਗਰੰਟਾਂ ਦੀ ਝੜੀ ਲੱਗਣੀ ਕਿੰਨੀ ਲੱਗਣੀ ਦੱਸੋ? ਨਹੀਂ ਉਹ ਟੱਕਰ ਪਤਾ ਕੀ ਬਾਟ ਸਾਹਿਬ, ਦੇਖੋ ਸਾਡੇ ਵਾਲੇ ਪਾਸੇ ਨਹੀਂ ਆਉਣਾ, ਅਮੀਰ ਦੇਸ਼ਾਂ ਦੀ ਗੱਲ ਹੋਰ ਹੁੰਦੀ ਹੈ। ਦੇਖੋ ਗੱਲ ਇਹ ਜਿਵੇਂ ਮਰਜ਼ੀ ਵਰਤੀਏ, ਸਾਡੀ ਗੱਲ ਹੈ, ਸਾਨੂੰ ਪਤਾ ਕਿਵੇਂ ਕਰਨਾ। ਮੈਨੂੰ ਪਹਿਲਾਂ ਥੋੜੀ ਜਿਹੀ ਘੁੰਡੀ ਸਮਝਾਓ, 1 ਮਿੰਟ। ਜਦੋਂ ਤੁਹਾਡੇ ਪ੍ਰਧਾਨ ਮੰਤਰੀ, ਮੈਨੂੰ ਬੰਦੇ ਤੇ ਤਰਸ ਬੜਾ ਆਉਂਦਾ। ਦੇਖੋ ਤੁਸੀਂ ਕੈਨੇਡਾ ਬਹਿ ਕੇ ਆਪਣੇ ਪ੍ਰਧਾਨ ਮੰਤਰੀ ਦਾ ਮੁੱਲ ਨਹੀਂ ਪਾਉਣ ਡਿਆ, ਮੇਰਾ ਇੱਥੋਂ ਮੈਨੂੰ ਇੰਨਾ ਪਿਆਰ ਆਈ ਜਾਂਦਾ ਉਹਦੇ ਤੇ, ਮੈਨੂੰ ਦਿਲ ਕਰਦਾ ਵੀ ਮੈਂ ਜੱਫੀ ਪਾਵਾਂ ਇੱਕ ਨਾ, ਪਰ ਕਰੋਨੇ ਤੋਂ ਡਰ ਲੱਗਦਾ। ਮੈਂ ਦੇਖੋ ਗੱਲ ਸਮਝ ਆਉਂਦੀ ਵੀ $2000 ਬੰਦਾ ਦੇਣ ਡਿਆ ਵੇ। ਗੱਲ ਤਾਂ ਸੁਣੋ, $2000 ਨਾਲ ਐਟਲੀਸਟ ਬੇਸਮੈਂਟ ਦਾ ਕਿਰਾਇਆ ਨਿਕਲਦਾ, ਨਾਲ $500 ਦਾ ਸੌਦੇ ਜੋਗੇ ਵੀ ਮਿਲਦੇ ਆ, $500। ਇੱਧਰ ਦੇ $500 ਦੇ ਕਿਰਾਇਆ ਛੱਡ ਕੇ ਚਾਹ ਪੱਤੀ ਨਹੀਂ ਪੂਰੀ ਆਉਂਦੀ, ਤੇ ਫਿਰ ਵੀ ਅਗਲਿਆਂ ਨੇ ਦੇਣਾ ਨਹੀਂ, ਪਰ ਫਿਰ ਵੀ ਅਸੀਂ ਰੌਲਾ ਤੇ ਨਹੀਂ ਨਾ ਪਾਇਆ। ਮੈਂ ਤਾਂ ਸਿਰਫ ਇਹ ਤੁਹਾਨੂੰ ਦੇਖੋ ਭਰਾ ਦੇ ਤੌਰ ਤੇ ਸਮਝਾਉਣ ਡਿਆ ਵੀ ਜਾਣ ਦੋ ਗੁੱਸੇ ਨੂੰ, ਜੋ ਮਿਲਦਾ ਲਈ ਜਾਓ ਭਰਾਵਾ, ਕਦ ਲਈ ਐਵੇਂ ਲੀਡਰ ਲਾਉਣ ਨੂੰ ਫਿਰਦੇ ਆ। ਜੇ ਨਾਲੇ ਤੁਹਾਨੂੰ ਨਹੀਂ ਚੰਗਾ ਲੱਗਦਾ, ਇਦਾਂ ਕਰੋ, ਟਰਾਲੀ ਤੇ ਬਿਠਾ ਕੇ ਟਰੂਡੋ ਸਾਹਿਬ ਨੂੰ ਇੱਥੇ ਭੇਜ ਦਿਓ, ਸਾਡੇ ਕੋਲੋਂ ਤੁਸੀਂ ਛਾਂਟ ਕੇ ਜਿੰਨੇ ਮਰਜ਼ੀ ਲੈ ਜਾਓ ਭਾਈ, ਕੈਨੇਡਾ ਜਾ ਕੇ ਬਣਾ ਲਓ ਪ੍ਰਧਾਨ ਮੰਤਰੀ, ਮੁੱਖ ਮੰਤਰੀ। ਛਾਂਟ ਕੇ ਥੋੜਾ ਲਿਜਾਵਾਂਗੇ ਅਸੀਂ, ਫਿਰ ਸਾਰੇ ਲਿਜਾਵਾਂਗੇ ਨਾ, ਕਿਉਂਕਿ ਦੇਖੋ ਸਾਨੂੰ ਤੁਹਾਡੀ ਗੱਲ ਕਰਨੀ ਪੈਂਦੀ ਹੈ। ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਹੋਣ ਜਾਂ ਕਿਸੇ ਸੂਬੇ ਦਾ ਮੁੱਖ ਮੰਤਰੀ ਹੋਵੇ, ਉਹ ਸਭ ਤੋਂ ਪਹਿਲਾਂ ਇਹੀ ਕਹਿੰਦੇ ਆ ਭਾਰਤ 'ਚ ਨੌਜਵਾਨ ਸ਼ਕਤੀ ਬਹੁਤ ਹੈ, ਸਾਰੀ ਦੁਨੀਆ ਸਾਡੇ ਵੱਲ ਨੂੰ ਦੇਖਦੀ ਹੈ। ਤੇ ਜਦੋਂ ਤੁਹਾਡੇ ਲੀਡਰ ਆਪ ਕਹਿੰਦੇ ਆ ਕਿ ਸਾਰੀ ਦੁਨੀਆ ਇੱਧਰਲੇ ਪਾਸੇ ਨੂੰ ਦੇਖਦੀ ਹੈ, ਫਿਰ ਅਸੀਂ ਦੇਖੀਏ ਕਿਉਂ ਨਾ ਭਾਈ, ਅਸੀਂ ਫਿਰ ਗੱਲ ਕਿਉਂ ਨਾ ਕਰੀਏ? ਦੇਖੋ ਇਸ ਲਈ ਗੱਲ ਇੱਦਾਂ ਕਿ ਇੱਥੇ ਮੱਧਕਾਲੀ ਚੋਣਾਂ ਹੋ ਸਕਦੀਆਂ ਸੰਧਾਲੀਆ ਸਾਹਿਬ, ਕਿਸੇ ਵੇਲੇ ਵੀ ਇਲੈਕਸ਼ਨ ਹੋ ਸਕਦੀ ਹੈ, ਕਿਸੇ ਵੇਲੇ ਵੀ ਕੱਟੀ ਬੱਚੀ ਦਾ ਭਾਅ ਜਿਹੜਾ ਵੋਟਾਂ 'ਚ ਲੱਗ ਸਕਦਾ। ਇਸ ਕਰਕੇ ਕੈਨੇਡਾ 'ਚ ਕਿਸੇ ਵੇਲੇ ਵੀ, ਕਿਉਂ ਉਧਰੋਂ ਹੁਣ ਵਿਰੋਧੀਆਂ ਨੂੰ ਇਹ ਲੱਗਦਾ ਕਿ ਜੇ ਭਾਈ ਟਰੂਡੋ ਸਾਹਿਬ ਦੀ ਹੋ ਗਈ ਬੱਲੇ ਬੱਲੇ, ਜੇ ਟਰੂਡੋ ਸਾਹਿਬ ਦੇ ਪੈਸਿਆਂ ਦਾ ਚਾਰੇ ਪਾਸੇ ਚਰਚਾ ਚੱਲਿਆ ਕਿ ਭਾਈ ਆਹ ਵਧੀਆ ਕੀਤਾ ਬੰਦੇ ਨੇ ਕੰਮ, ਜਿਹਦੀ ਨੌਕਰੀ ਗਈ ਉਹਨੂੰ ਮਹੀਨੇ ਬਾਅਦ $2000, ਜਿਹਦੀ ਨੌਕਰੀ ਗਈ ਉਹਨੂੰ ਆਹ ਵੀ ਚੀਜ਼ਾਂ ਫ੍ਰੀ, ਜੇ ਕਿਸੇ ਨੂੰ ਬਹੁਤੀ ਲੋੜ ਹੈ ਅੰਗਹੀਣ ਬੰਦਾ ਤੇ $500-600 ਹੋਰ ਹੁਣੇ ਮਤਾ ਪਾਸ ਹੋਇਆ। ਇਸ ਕਰਕੇ ਮਾੜਾ ਮੋਟਾ ਟਿੰਡ ਚਕਾਨਾ ਤਾਂ ਸੰਧਾਲੀਆ ਸਭ ਪੈਣਾ ਹੀ ਹੁੰਦਾ, ਤੇ ਉਹ ਪਿਆ ਹੋਇਆ। ਅੱਛਾ ਬਾਠ ਸਾਹਿਬ, ਇੱਕ ਗੱਲ ਸਮਝਾਓ ਮੈਨੂੰ, ਇਹ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜਿਹੜੀ ਸਿਆਸਤ ਆ ਉਹ ਕੋਈ ਨਾ ਕੋਈ ਮੁੱਦਾ ਲੱਭਦੀ ਹੈ। ਇਹਦਾ ਮਤਲਬ ਫਿਰ ਜਿਹੜਾ ਸਾਡੇ ਵਾਲਿਆਂ ਦਾ ਇੱਧਰ ਦਾ ਹਾਜਮਾ, ਦੇਖੋ ਮਤਲਬ ਇਹਦਾ ਮਤਲਬ ਮੈਨੂੰ ਪਿਆਰ ਆ ਗਿਆ ਆਪਣੇ ਆਪ ਤੇ ਵੀ, ਤੇ ਸਾਡੇ ਜਿਹੜੀ ਇੱਧਰ ਪੰਜਾਬ 'ਚ ਇੰਡੀਆ 'ਚ ਅਸੀਂ ਵਸਦੇ ਲੋਕ ਆ, ਉਹ ਸਾਡਾ ਦਿਲ ਗੁਰਦਾ ਕਿੱਡਾ ਵੱਡਾ। ਸਾਨੂੰ 2 ਹੀ ਮਹੀਨੇ ਪਤਾ ਲੱਗਦਾ ਕਿ ਫਲਾਨਾ ਬੰਦਾ ਭੱਜ ਗਿਆ, ਉਹ ਇੰਨੇ 1000 ਕਰੋੜ ਲੈ ਗਿਆ। ਅੱਛਾ ਫਲਾਨਾ ਬੰਦਾ ਹੁਣ ਗੁਪਤ ਹੋ ਗਿਆ, ਉਹ ਇੰਨੇ 1000 ਕਰੋੜ ਦਾ ਘਪਲਾ ਕਰ ਗਿਆ। ਆਹ ਹੋਰ ਕੁਝ ਨਹੀਂ, ਆਹ ਥੋੜ੍ਹੇ ਦਿਨ ਹੋਏ ਤੁਸੀਂ ਵੀ ਸ਼ਾਇਦ ਪੜ੍ਹਿਆ ਸੁਣਿਆ ਹੋਵੇ, ਕੋਈ $2.25 ਅਰਬ ਪੈਨਸ਼ਨਾਂ ਦਾ ਵਾਧਾ ਘਾਟਾ ਹੋ ਗਿਆ ਪਿਛਲੇ 10 ਸਾਲਾਂ 'ਚ ਪੰਜਾਬ 'ਚ। ਜੀ ਅਸੀਂ ਤਾਂ ਕਿਸੇ ਨੇ ਸੀ ਨਹੀਂ ਕੀਤੀ, ਦੱਸੋ। ਨਹੀਂ ਤੁਸੀਂ ਸਾਡਾ ਦਿਲ ਵੇਖੋ ਤੇ ਗੁਰਦਾ ਦੇਖੋ। ਨਹੀਂ ਦਿਲ ਗੁਰਦਾ ਤੁਹਾਡਾ ਦੇਖਿਆ, ਕਿਉਂਕਿ ਜਦੋਂ ਸਾਡੇ ਹਿਸਾਬ ਨਾਲ ਲੋਕਡਾਊਨ ਤੇ ਤੁਹਾਡੇ ਹਿਸਾਬ ਨਾਲ ਡਾਊਨਲੋਕ ਹੋਇਆ ਨਾ, ਉਹਦੇ ਤੋਂ ਬਾਅਦ ਬੜਾ ਕੁਝ ਸਾਹਮਣੇ ਆਇਆ, ਕਿਉਂਕਿ ਅਫਸਰਸ਼ਾਹੀ ਵੀ ਥੋੜੀ ਜਿਹੀ ਵਿਹਲੀ ਹੋ ਗਈ, ਬੜਾ ਕੁਝ ਹੋਇਆ। ਵੈਸੇ ਸੀ ਲੋਕ ਬਹੁਤੀ ਇੱਥੇ ਵੀ ਨਹੀਂ ਕਰਦੇ, ਇੱਥੇ ਵੀ ਕੰਮ ਜਿਹੜਾ ਉਹ ਸੱਜੇ ਖੱਬੇ ਨੂੰ ਹੋਈ ਜਾਂਦਾ। ਇੱਥੇ ਵੀ ਜੇ ਸੰਧਾਲੀਆ ਸਾਹਿਬ ਤੁਹਾਨੂੰ ਭੁਲੇਖਾ ਕਿ ਕੈਨੇਡਾ ਦੇ ਵਿੱਚ ਰਹਿੰਦਾ ਪੰਜਾਬੀ ਕੈਨੇਡਾ ਦੀ ਪੋਲਿਟਿਕਸ ਬਾਰੇ ਸੋਚਦਾ, ਇਹ ਤੁਹਾਨੂੰ ਭੁਲੇਖਾ ਕਿ ਇੱਥੇ $2000 ਜੇ ਦਿੱਤਾ ਗਿਆ ਤਾਂ ਉਹਦੇ ਬਾਰੇ ਸੋਚਦਾ ਨਾ। ਭਗਵੰਤ ਮਾਨ ਨੇ ਬਿਆਨ ਕੀ ਦਿੱਤਾ, ਸੁਖਬੀਰ ਸਿੰਘ ਬਾਦਲ ਨੇ ਰੈਲੀ ਕਿੱਥੇ ਕਰਨੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਹੁਣ ਦਬਕਾ ਕਿਹਨੂੰ ਮਾਰਿਆ, ਨਵਜੋਤ ਸਿੰਘ ਸਿੱਧੂ ਨੇ ਚਿੱਠੀ ਕਿਹਨੂੰ ਲਿਖੀ ਹੈ, ਚਰਚੇ ਇਹਦੇ ਹੀ ਆ। ਕਿਉਂਕਿ ਜੇ ਚਰਚੇ ਨਾ ਹੋਣ ਤਾਂ ਜਦੋਂ ਵੀ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਤਾਂ ਪੰਜਾਬ ਦੇ ਲੀਡਰ ਫਿਰ ਫੰਡ ਕਿੱਥੋਂ ਇਕੱਠਾ ਕਰਦੇ ਆ, ਫਿਰ ਪ੍ਰਵਾਸੀਆਂ ਦੇ ਲਈ ਸੈੱਲ ਕਾਹਤੋਂ ਬਣਾਉਂਦੇ ਆ, ਫਿਰ NRIs ਲਈ ਵਿਸ਼ੇਸ਼ ਅਦਾਲਤਾਂ ਕਿਉਂ ਬਣਦੀਆਂ? ਕਿਉਂਕਿ ਇੱਧਰ ਜਿਹੜਾ ਵੀ ਪੰਜਾਬੀ ਬੰਦਾ ਵਸਦਾ ਉਹ ਬਾਕੀ ਹਾਲ ਚਾਲ ਬਾਅਦ ਵਿੱਚ ਪੁੱਛਦਾ, ਪਹਿਲਾਂ ਇਹੀ ਪੁੱਛਦਾ ਕਿ ਭਾਈ ਮੈਨੂੰ ਪੰਜਾਬ ਦਾ ਹਾਲ ਸੁਣਾ। ਇਸ ਕਰਕੇ ਇਧਰਲੇ ਪਾਸੇ ਜਦੋਂ ਤੂੰਬੀ ਦੀ ਤਾਰ ਖੜਕਣੀ ਹੈ ਤਾਂ ਖੜਕਣੀ ਫਿਰ ਸੰਧਾਲੀਆ ਸਾਹਿਬ ਪੰਜਾਬ ਵਾਲੀ ਆ। ਪਰ ਇੱਕ ਗੱਲ ਹੈ ਬਾਠ ਸਾਹਿਬ, ਮੈਨੂੰ ਲੱਗਦਾ ਵੀ ਇਹ ਤੁਹਾਡੇ ਹੋ ਸਕਦਾ ਕੈਨੇਡਾ ਵਾਲਿਆਂ ਦਾ ਧਿਆਨ ਬਾਹਲਾ ਹੋਵੇ ਕਿ ਇੱਧਰ ਪੰਜਾਬ 'ਚ ਕਿਹਨੂੰ ਮੁੱਖ ਮੰਤਰੀ ਬਣਾਉਣਾ, ਕੌਣ ਹੋਏਗਾ ਮੁੱਖ ਮੰਤਰੀ ਦਾ ਚਿਹਰਾ। ਮੇਰੇ ਖਿਆਲ ਨਾਲ ਪਹਿਲਾਂ ਜਾਂ ਉਹ ਸਮਾਂ ਵੀ ਹੁੰਦਾ ਸੀ ਜਦੋਂ ਚੇਤਾ ਹੀ ਨਹੀਂ ਹੁੰਦਾ ਸੀ ਪੰਜਾਬ ਦੇ ਲੋਕਾਂ ਨੂੰ ਵੀ ਯਾਰ ਮੁੱਖ ਮੰਤਰੀ ਵੀ ਕੋਈ ਹੁੰਦਾ ਜਾਂ ਕਿਹਨੂੰ ਬਣਾਉਣਾ, ਚੱਲ ਕਿਸੇ ਨੂੰ ਬਣਾ ਲੈਣਗੇ, ਉੱਤੇ 2-4 ਲੀਡਰ ਹੈਗੇ ਆ। ਪਰ ਹੁਣ ਤਾਂ ਹਰੇਕ ਪਾਰਟੀ 'ਚ 5-5 6-6 ਲੀਡਰ ਤੁਰੇ ਫਿਰਦੇ। ਮਤਲਬ 2022 ਦੇ ਵਿੱਚ ਜੇ ਆਪਾਂ ਕਿਤੇ ਕੁਰਸੀਆਂ ਢਵਾ ਕੇ ਲੈਣ ਲਵਾ ਲਈਏ ਨਾ, ਤੇ ਮੈਨੂੰ ਲੱਗਦਾ ਵੀ ਕੁਰਸੀਆਂ ਟੈਂਟ ਵਾਲੇ ਕੋਲੋਂ ਮੁੱਕ ਜਾਣੀਆਂ, ਇੰਨੇ ਮੁੱਖ ਮੰਤਰੀ ਦੇ ਦਾਅਵੇਦਾਰ ਤੁਰੇ ਫਿਰਦੇ ਇੱਧਰ। ਸੰਧਾਲੀਆ ਸਾਹਿਬ ਅਸਲ 'ਚ ਗੱਲ ਪਤਾ ਕੀ ਹੈ, ਕਿਹੜਾ ਬੰਦਾ ਜਿਹੜਾ ਚੋਟੀ ਤੇ ਨਹੀਂ ਚੜ੍ਹਨਾ ਚਾਹੁੰਦਾ। ਪਿੰਡ ਦੇ ਵਿੱਚ ਹਰ ਇੱਕ ਬੰਦੇ ਦੇ ਮਨ 'ਚ ਹੁੰਦੀ ਇੱਕ ਵਾਰੀ ਸਰਪੰਚ ਬਣਾ, ਇੱਕ ਵਾਰੀ ਟੂਰਨਾਮੈਂਟ ਦੇ ਉੱਤੇ ਪੋਸਟਰ ਤੇ ਫਿਰ ਫੋਟੋ ਲੱਗੂ, ਇੱਕ ਵਾਰੀ ਸਰਪੰਚ ਬਣਾ। ਥਾਣੇ ਕਚਹਿਰੀਆਂ ਦੇ ਵਿੱਚ ਅਗਲੇ ਕਹਿਣਗੇ ਸਰਪੰਚ ਸਾਹਿਬ ਡਾਈ ਆ ਕੁਰਸੀ ਬੈਠੋ। ਜੀ ਤਾਂ ਸਾਰਿਆਂ ਦਾ ਹੀ ਕਰਦਾ ਨਾ, ਹੁਣ ਮਾਂ ਤਾਂ ਕਿਸੇ ਨੇ ਵੀ ਨਹੀਂ ਮਾਰਿਓ। ਇਸ ਕਰਕੇ ਹੁਣ ਜੀ ਜੇ ਥੱਲੇ ਸਰਪੰਚ ਬਣਨ ਨੂੰ ਕਰਦਾ, ਜੇ ਲੰਬੜਦਾਰੀ ਲੈਣ ਨੂੰ ਕਰਦਾ, ਤੇ ਉੱਪਰਲੇ ਪਾਸੇ ਮੁੱਖ ਮੰਤਰੀ ਬਣਨ ਨੂੰ ਵੀ ਕਰਦਾ ਹੀ ਹੈ। ਦੇਖੋ ਇਸ ਵੇਲੇ ਇੱਕ ਗੱਲ ਤਾਂ ਸੰਧਾਲੀਆ ਸਾਹਿਬ ਬਿਲਕੁਲ ਕਲੀਅਰ ਆ, ਇੱਥੇ ਹੁਣ ਗਰਮੀ ਪੂਰੀ ਹੈ, ਬਜ਼ੁਰਗ ਆਪਣੇ ਪਾਰਕਾਂ ਦੇ ਵਿੱਚ ਬੈਠੇ ਆ,
ਕਿੰਨੀ ਕੁ ਗਰਮੀ ਬਾਠ ਸਾਹਿਬ, ਕਿੰਨੀ ਗਰਮੀ ਜੀ? ਗਰਮੀ ਟੈਂਪਰੇਚਰ ਕਿੰਨਾ? ਟੈਂਪਰੇਚਰ ਤਾਂ ਥੋੜਾ ਹੀ ਹੁੰਦਾ, ਧੁੱਪ ਬੜੀ ਚੁੱਭਦੀ ਆ, ਜਿੱਦਾਂ ਤੂੜੀ ਜਦੋਂ ਢੋਈਦੀ ਆ ਨਾ। ਟੈਂਪਰੇਚਰ ਦੱਸੋ ਤੁਸੀਂ, ਧੁੱਪ ਚੁੱਭਦੀ ਆ, ਇੱਧਰ ਸਾਡੇ ਵਾਲੇ ਪਾਸੇ ਕੀ ਗੱਲ ਸੂਰਜ ਤੌਲੀਆ ਲੈ ਕੇ ਆਉਂਦਾ? ਉਹ ਮਹਾਰਾਜ ਇੱਥੋਂ ਹੀ ਪੱਠੇ ਵੱਢਦੇ ਗਏ ਆਣ ਕੇ ਫੇਰ ਵੱਢਣੇ ਆ, ਤੁਸੀਂ ਇਦਾਂ ਨਾ ਕਰੋ ਕਿ ਪਤਾ ਨਹੀਂ ਲੱਗਦਾ। ਵੈਸੇ ਗੱਲ ਪਤਾ ਕੀ, ਤੁਸੀਂ ਕਿਹਾ ਗਰਮੀ ਹੋ ਗਈ, ਇੱਧਰ ਬੜੀ ਧੁੱਪ, ਕਿੰਨੀ ਕੁ ਧੁੱਪ ਗਰਮੀ ਮੈਨੂੰ ਸਮਝਾਓ ਤੁਸੀਂ। 30-32 ਡਿਗਰੀ ਟੈਂਪਰੇਚਰ ਤੇ ਚੀਕਾਂ ਮਾਰੀ ਜਾਂਦੇ ਤੁਸੀਂ, ਇੱਧਰ 46-47 ਹੋਵੇ, ਅਸੀਂ ਫਿਰ ਵੀ ਆਖੇ ਨੇ ਯਾਰ ਠੀਕ ਆ, ਅੱਜ ਥੋੜਾ ਜਿਹਾ ਹਵਾ ਜੀ ਵਗੇ ਤੇ ਫਿਰ ਥੋੜਾ ਸੀ ਠੀਕ ਰਹਿੰਦਾ ਸਰੀਰ। ਦੇਖੋ ਗੱਲ ਇਹ ਆ ਕਿ ਟੈਂਪਰੇਚਰ ਤਾਂ 30-32 ਤੋਂ ਉੱਪਰ ਨਹੀਂ ਵੱਧਦਾ, ਪਰ ਸੂਰਜ ਦੇਖੋ, ਜੇ ਤੁਸੀਂ ਵਿਗਿਆਨ ਦੇ ਹਿਸਾਬ ਨਾਲ ਦੇਖੋ, ਸੂਰਜ ਥੋੜਾ ਜਿਹਾ ਨੇੜਿਓਂ ਪੈਂਦਾ, ਸੂਰਜ ਉੱਥੋਂ ਕੁ ਪੈਂਦਾ ਫਿਰ ਔਖਾ ਹੁੰਦਾ। ਵੈਸੇ ਵੀ ਜਦੋਂ ਬੰਦਾ ਅੰਦਰ ਰਹਿ ਕੇ ਕੰਮ ਕਰਦਾ ਤਾਂ ਔਖਾ, ਜੇ ਕਿਤੇ ਇੱਧਰ ਆ ਕੇ ਸੰਧਾਲੀਆ ਸਾਹਿਬ ਵੇਰੀਆਂ ਵਾਲੇ ਬਾਗ ਦੇ ਵਿੱਚ ਬੈਠਣਾ ਪਵੇ, ਖੇਤ 'ਚ ਬੈਠਣਾ ਪਵੇ, ਤਾਂ ਪਤਾ ਫੇਰ ਲੱਗੇ ਕਿ ਟੁੱਟਰ ਦੇ ਉੱਤੇ ਧੁੱਪ ਕਿੱਦਾਂ ਪੈਂਦੀ ਹੈ। ਮੈਂ ਵੈਸੇ ਹੈਰਾਨ ਹੁੰਨਾ। ਜੀ ਹਾਂ ਨਹੀਂ ਬਾਠ ਸਾਹਿਬ, ਇੱਕ ਚੀਜ਼ ਹੈ, ਮੇਰੀ ਗੱਲ ਸੁਣੋ, ਇਹ ਬੰਦੇ ਨੂੰ ਕਿਸੇ ਨੇ ਖੁਸ਼ ਕੀਤਾ। ਇੱਧਰ ਜਦੋਂ ਆਪਾਂ ਇੱਧਰ ਹੁੰਨੇ ਆ ਤੇ ਫਿਰ ਆਪਾਂ ਲੱਗਦਾ ਵੀ ਆਏ ਓਏ ਪੱਠੇ ਵੱਢਣੇ, ਓਏ ਚਮਾਸਾ ਲੱਗਾ, ਓਏ ਹਵਾ ਨਹੀਂ ਵਗਦੀ, ਉਹ ਦਾਤਿਆ ਕਿਤੇ ਕੋਈ ਪੱਤਾ ਹਿਲਾ ਦੇ। ਜੇ ਕਦੇ ਝੋਨੇ 'ਚ ਵੜਨਾ ਪੈ ਜੇ ਇਹੋ ਜਿਹੇ ਤੇ ਪਾਣੀ ਇੱਦਾਂ ਹੁੰਦਾ ਵੀ ਬਸ ਉਹਦੇ 'ਚ ਹੁਣੇ ਉਹਦੇ 'ਚੋਂ ਗਲਾਸੀ ਭਰ ਕੇ ਤੇ ਖੰਡ ਪੱਤੀ ਪਾ ਲਓ ਤੇ ਨਾਲ ਦੀ ਨਾਲ ਚਾਹ ਬਣ ਜਾਂਦੀ ਹੈ ਜੀ। ਤੇ ਜਦੋਂ ਆਪਾਂ ਕਿਤੇ ਬਾਹਰ ਅੰਦਰ ਚਲੇ ਜਾਂਦੇ ਫਿਰ ਆਪਾਂ ਨੂੰ ਉਹ ਵੀ ਕੰਮ ਔਖਾ ਲੱਗਣ ਲੱਗ ਪੈਂਦਾ। ਉਹ ਤਾਂ ਗੱਲ ਸਰੀਰ ਦੀ ਆ ਵੀ ਆਪਾਂ ਸੋਲ ਕਰ ਲਈਦਾ। ਆਪਾਂ ਗੱਲ ਰਾਜਨੀਤੀ ਵਾਲੇ ਪਾਸੇ ਨੂੰ ਰੱਖੀ, ਆਪਣੇ ਵਾਲਿਆਂ ਦੀ ਜਿੱਦਾਂ ਚੱਲੀ ਜਾਣੀ ਉਹ ਤਾਂ ਚੱਲੀ ਜਾਣੀ, ਭਾਵੇਂ ਅਸੀਂ ਪੰਜਾਬ ਰਹਿੰਦੇ ਤੇ ਭਾਵੇਂ ਕੈਨੇਡਾ ਚੱਲ ਜਾਓ, ਹੱਡ ਗੋਡੇ ਤੇ ਉਦਾਂ ਹੀ ਰਗੜਨੇ ਪੈਣੇ ਆ ਭਾਈ ਸਾਹਿਬ। ਇਹ ਤਾਂ ਜਦੋਂ ਬਾਬੇ ਨੇ ਇੱਕ ਰਾਂ ਬੰਦੇ ਵਾਲੀ ਜੂਨ ਨੇ ਪਾਤਾ ਤੇ ਫਿਰ ਬੰਦੇ ਵਾਲੀ ਜੂਨ ਕੱਟਣੀ ਤੇ ਪੈਣੀ ਆ। ਬਿਲਕੁਲ, ਮੈਂ ਸੰਧਾਲੀਆ ਸਾਹਿਬ ਗੱਲ ਉਹੀ ਕਰਨ ਲੱਗਾ ਸੀ ਕਿ ਜਿੱਦਾਂ ਮੁੱਖ ਮੰਤਰੀ ਦੇ ਦਾਅਵੇਦਾਰਾਂ ਦਾ ਤੁਸੀਂ ਜ਼ਿਕਰ ਕੀਤਾ ਨਾ, ਇੱਥੇ ਕਿਸੇ ਨੂੰ ਵੀ ਪੁੱਛ ਲਓ, ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਦੇ ਵਿੱਚ ਲੱਗੀਆਂ ਕਿ ਭਾਈ ਅਕਾਲੀ ਭਾਜਪਾ ਵਾਲੇ ਦੇਖ ਲੈ 10 ਸਾਲ ਉਹਨਾਂ ਨੇ ਰਾਜ ਕੀਤਾ, ਕੈਪਟਨ ਸਾਹਿਬ ਜਿਹੜੇ ਆ ਉਹ ਵੀ ਮੁੱਖ ਮੰਤਰੀ ਬਣ ਗਏ। ਕਿਉਂਕਿ ਇੱਕੋ ਹੀ ਗੱਲ ਮਨ ਦੇ ਵਿੱਚ ਹੁੰਦੀ ਕਿ ਤੀਸਰਾ ਕੋਈ ਆ ਸਕਦਾ, ਤੀਸਰੇ ਦੀ ਆਸ ਕੀ ਹੈ ਕਿ ਲੱਡੂ ਲੁੱਡੂ ਕੋਈ ਸਿਆਸੀ ਤੌਰ ਦੇ ਉੱਤੇ ਬੂੰਦੀ ਵਾਲਾ ਵੱਖਰਾ ਵੱਟਿਆ ਜਾਊ ਜਾਂ ਨਹੀਂ। ਹੁਣ ਆਮ ਆਦਮੀ ਪਾਰਟੀ ਤੇ ਨਜ਼ਰਾਂ ਸਾਰਿਆਂ ਦੀਆਂ ਟਿਕੀਆਂ ਹੋਈਆਂ ਕਿ ਆਮ ਆਦਮੀ ਪਾਰਟੀ ਕਰੂ ਕੀ, ਹਾਲਾਂਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ। ਹਾਲਾਂਕਿ ਪਹਿਲਾਂ ਵਰਗੀ ਕੋਈ ਲਹਿਰ ਲੂਹਰ ਨਹੀਂ ਨਜ਼ਰ ਆਉਂਦੀ ਕਿ ਭਾਈ ਪ੍ਰਵਾਸੀ ਹੁਣ ਗੱਡੀਆਂ ਗੁੱਡੀਆਂ ਭਰ ਕੇ ਆ ਜਾਣਗੇ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਐਂ ਲੱਗਦਾ ਕਿ ਪੰਜਾਬ ਦਾ ਕੋਈ ਭਲਾ ਭੁਲਾ ਜੇ ਹੋਇਆ ਤਾਂ ਸ਼ਾਇਦ ਤੀਸਰਾ ਮੋਰਚਾ ਥੋੜ੍ਹਾ ਜਿਹਾ ਤਕੜਾ ਹੋਵੇ। ਹੁਣ ਤੁਸੀਂ ਦੇਖੋ, ਪਿਛਲੇ ਦਿਨਾਂ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਕਿਹਾ ਕਿ ਭਾਈ ਅਸੀਂ ਪ੍ਰਵਾਸੀਆਂ ਨਾਲ ਨੇੜਤਾ ਵਧਾਉਣੀ ਹੈ, ਹੁਣ ਉਹਨਾਂ ਦਾ ਤਾਂ ਜੇ ਨਹੀਂ ਪਤਾ ਲੱਗਦਾ ਕਿ ਅਕਾਲੀਆਂ ਨਾਲ ਰਹਿਣਾ ਹੈ, ਢੀਂਡਸਾ ਸਾਹਿਬ ਨਾਲ ਜਾਣਾ ਹੈ, ਕੱਲਿਆਂ ਚੋਣਾਂ ਲੜਨੀਆਂ ਜਾਂ 23 ਪੀੜ੍ਹੀਆਂ ਜਿਹੜੀਆਂ ਨੇ ਉਹਦੇ ਹਿਸਾਬ ਕਿਤਾਬ ਦੇ ਨਾਲ ਹੀ ਜਿਹੜਾ ਫਿੱਟ ਕਰ ਲੈਣਾ ਹੈ। ਪਰ ਲੋਕ ਆਮ ਆਦਮੀ ਪਾਰਟੀ, ਨਵਜੋਤ ਸਿੰਘ ਸਿੱਧੂ, ਸੁਖਪਾਲ ਸਿੰਘ ਖਹਿਰਾ, ਇਹਨਾਂ ਲੀਡਰਾਂ ਦੀਆਂ ਗੱਲਾਂ ਬਾਤਾਂ ਕਰਦੇ ਆ, ਸਿਮਰਜੀਤ ਸਿੰਘ ਬੈਂਸ ਦਾ ਵੀ ਜ਼ਿਕਰ ਹੋਈ ਜਾਂਦਾ ਹੈ। ਪਰ ਜੇ ਸੰਧਾਲੀਆ ਸਾਹਿਬ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਨਾ, ਉੱਥੇ ਐਤਕੀ ਬਹੁਤ ਵੱਡੀ ਤਬਦੀਲੀ ਜਿਹੜੀ ਉਹ ਹੋ ਸਕਦੀ ਹੈ, ਕਿਉਂਕਿ ਪਿਛਲੀ ਵਾਰੀ ਆਖਰੀ ਮੌਕੇ ਤੱਕ ਇਹੀ ਗੱਲ ਚੱਲਦੀ ਰਹੀ ਕਿ ਭਾਈ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਐਲਾਨਣਾ। ਕੋਈ ਬੰਦਾ ਦਿੱਲੀੋਂ ਆ ਕੇ ਕਹਿ ਜਾਂਦਾ ਸੀ ਤੁਸੀਂ ਕੇਜਰੀਵਾਲ ਸਾਹਿਬ ਨੂੰ ਹੀ ਮੰਨ ਲਓ, ਕੋਈ ਬੰਦਾ ਕੁਛ ਕਹਿ ਜਾਂਦਾ ਸੀ, ਸਾਰੇ ਆਪੋ ਆਪਣੇ ਹਿਸਾਬ ਨਾਲ ਭੱਜੇ ਫਿਰਦੇ ਸੀ। ਪਰ ਐਤਕੀ ਉਹਨਾਂ ਨੇ ਕਹਿ ਦਿੱਤਾ ਕਿ ਮੁੱਖ ਮੰਤਰੀ ਦਾ ਦਾਅਵੇਦਾਰ ਅਸੀਂ ਪਹਿਲਾਂ ਐਲਾਨਾਂਗੇ। ਹਰ ਪਾਸੇ ਚਰਚਾ ਇਹੀ ਚੱਲੀ ਜਾਂਦੀ ਕਿ ਹੋਊਗਾ ਕੌਣ। ਕੋਈ ਬੀਬੀ ਬਲਜਿੰਦਰ ਕੌਰ ਦਾ ਨਾਂ ਲਈ ਜਾਂਦਾ, ਕੋਈ ਹਰਪਾਲ ਸਿੰਘ ਚੀਮੇ ਦਾ ਨਾਂ ਲਈ ਜਾਂਦਾ ਹੈ, ਕਿਸੇ ਨੂੰ ਲੱਗਦਾ ਕਿ ਕੁਲਤਾਰ ਸਿੰਘ ਸੰਧਵਾ ਦਾ ਭਾਸ਼ਣ ਵਧੀਆ ਹੈ ਤੇ ਭਗਵੰਤ ਮਾਨ ਦੀਆਂ ਗੱਲਾਂ ਤਾਂ ਬਹੁਤੀਆਂ ਚੱਲਦੀਆਂ। ਪਰ ਇੰਨੀ ਗੱਲ ਜ਼ਰੂਰ ਹੈ, ਬੈਨੀਪਾਲ ਸਾਹਿਬ ਦੇ ਨਾਲ ਮੈਂ ਗੱਲ ਕਰਦਾ ਹੁੰਦਾ ਸੰਧਾਲੀਆ ਸਾਹਿਬ, ਕਿ ਗੱਲਾਂ ਬਾਤਾਂ ਜਿਹੜੀਆਂ ਸੱਜੇ ਖੱਬੇ ਹੀ ਹੈ, ਨੀਤੀ ਨੂਤੀ ਨਹੀਂ ਕਿਸੇ ਨੇ ਦਿੱਤੀ। ਹੁਣ ਤੁਸੀਂ ਦੇਖੋ, ਮੈਂ ਤੁਹਾਨੂੰ ਪੱਠੇ ਵੱਢਣ ਨੂੰ ਦਾਤੀ ਦਿੱਤੀ ਹੈ। ਪਾਠ ਸਾਹਿਬ ਆ ਜਾਓ। ਮੈਨੂੰ ਲੱਗਦਾ ਵੀ ਬੈਨੀਪਾਲ ਸਾਹਿਬ ਨਾਲ ਬਹਿ ਕੇ ਉਹ ਮੂੰਹ ਦੇ ਨਾਂ ਉਹਨਾਂ ਦਾ ਚੜ ਗਿਆ, ਤਾਂ ਕਰਕੇ ਤੁਸੀਂ ਦੱਬੇ ਉਹਨੇ ਉਹਨਾਂ ਦਾ ਨਾਮ ਹੀ। ਅੱਛਾ ਮੇਰੀ ਗੱਲ ਸੁਣੋ ਇੱਕ ਮਿੰਟ, ਆਮ ਆਦਮੀ ਪਾਰਟੀ ਦਾ ਆਹੀ ਤਾਂ ਮੈਨੂੰ ਨਹੀਂ ਸਮਝ ਆਉਂਦੀ ਵੀ ਦੇਖੋ ਇਹ ਵਿਸ਼ਾ ਆਪਾਂ ਵਿਚਾਰਨ ਦਾ ਬਣਾ ਲੈਂਦੇ, ਆਪਾਂ ਵੀ ਬਹਿ ਕੇ ਡਿਬੇਟ ਕਰੀ ਜਾਂਦੇ, ਬਾਕੀ ਚੈਨਲ ਵੀ ਕਰੀ ਜਾਂਦੇ, ਅਖਬਾਰਾਂ 'ਚ ਵੀ ਆਈ ਜਾਂਦਾ ਕੌਣ ਹੋਊਗਾ ਮੁੱਖ ਮੰਤਰੀ। ਉਹ ਮੇਰੇ ਦਿਮਾਗ 'ਚ ਕਈ ਵਾਰ ਸਵਾਲ ਆਉਂਦਾ ਹੁੰਦਾ ਵੀ ਯਾਰ ਕਿਸੇ ਨੂੰ ਬਣਾ ਲਓ, ਤੁਹਾਨੂੰ ਲੱਗਦਾ ਵੀ ਕੋਈ ਪੰਜਾਬ ਦਾ ਭਲਾ ਹੋ ਜਾਊਗਾ ਜਿਸ ਹਿਸਾਬ ਦੀ ਗਰਾਰੀ ਫਸੀ। ਹੁਣ ਜਿੱਦਾਂ ਤੁਹਾਨੂੰ ਆਪਾਂ ਯਾਦ ਕਰ ਲਈਏ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਸੀ 17 ਵਾਲੀਆਂ ਇਲੈਕਸ਼ਨਾਂ 'ਚ ਐਂ ਬੜਾ ਸੀ ਵੀ ਬੱਲੇ ਬੱਲੇ ਹੁਣ ਤਾਂ ਆਮ ਆਦਮੀ ਪਾਰਟੀ ਆ ਜੂ, ਨਹੀਂ ਉਹਨਾਂ ਦਾ ਤਾਂ ਰੌਲਾ ਬੜਾ, ਕੈਪਟਨ ਸਾਹਿਬ ਆ ਗਏ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਲਓ ਕੈਪਟਨ ਦੀ ਸਰਕਾਰ ਬਣਾ ਲਈ, ਕੈਪਟਨ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ 'ਚੋਂ ਕਿੰਨੇ ਕੁ ਪੂਰੇ ਹੋ ਗਏ। ਤੇ ਅੱਜ ਜਿਹੜੀਆਂ ਚੀਜ਼ਾਂ ਦੇ ਉਲਾਂਭੇ ਪੰਜਾਬ ਦੇ ਲੋਕਾਂ ਨੂੰ ਉਦੋਂ ਸੀ, ਸਿਆਸਤਦਾਨਾਂ ਤੋਂ, ਸਿਆਸੀ ਤੌਰ 'ਤੇ ਜੋ ਕੁਛ ਚੱਲਦਾ ਸੀ ਉਹਦੇ ਤੋਂ, ਅਫਸਰਾਂ ਤੋਂ ਜਾਂ ਆਪਣੇ ਹਾਲਾਤਾਂ ਤੋਂ, ਉਹਨਾਂ 'ਚ ਕਿੰਨੀ ਕੁ ਤਬਦੀਲੀ ਆਈ ਹੈ। ਸਗੋਂ ਉਹਦੇ ਨਾਲ ਤਾਂ ਜ਼ਿਆਦੀਆਂ ਟਰਾਲੀਆਂ ਭਰ ਕੈਨੇਡਾ ਨੂੰ ਤੁਰ ਗਏ ਸੀ। ਇਹ ਗੱਲ ਤੁਹਾਡੀ ਸੰਧਾਲੀਆ ਸਾਹਿਬ ਬਿਲਕੁਲ ਠੀਕ ਹੈ ਕਿ ਤਬਦੀਲੀ ਕੋਈ ਨਹੀਂ ਆਈ। ਤਬਦੀਲੀ ਹੁਣ ਆਊ ਕਿਵੇਂ? ਮੈਂ ਦੇਖ ਰਿਹਾ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਿਆਸਤਦਾਨ ਕਹਿੰਦੇ ਕੀ ਹੈ। ਹੁਣ 5-7 ਮੁੱਦੇ ਤੁਹਾਨੂੰ ਚੰਗੇ ਤਰੀਕੇ ਪਤਾ, ਸਾਰੀ ਉਮਰ ਤੁਸੀਂ ਵੀ ਮੇਰੇ ਵਾਂਗੂ ਪਿੰਡ 'ਚ ਹੀ ਕੱਟੀ ਆ, ਸ਼ਹਿਰ ਹੁਣੇ ਆਏ ਹੋ, ਥੋੜ੍ਹੇ ਸਾਲ ਹੋਏ ਆ।
ਮਸਲਾ ਤੇ ਹੈ ਕਿ ਪੰਜਾਬ ਖੇਤੀਬਾੜੀ ਤੇ ਨਿਰਭਰ ਕਰਦਾ, ਉਹਨੂੰ ਕਿਸੇ ਤਰੀਕੇ ਪੈਰਾਂ ਸਿਰ ਲਿਆਈਏ। ਹੁਣ ਖੇਤੀਬਾੜੀ ਦੀ ਗੱਲ ਕੀ ਕਰਦੇ ਆ, ਆ ਜੀ ਫਸਲ ਜਿਹੜੀ ਆ ਇਹ ਚੁੱਕਦੇ ਨਹੀਂ, ਅਸੀਂ ਜੇ ਆ ਗਏ ਅਸੀਂ ਫਸਲ ਚੁੱਕਾਂਗੇ, ਪਰ ਕਿੱਦਾਂ ਚੁੱਕੋਗੇ ਭਾਈ? ਕੇਂਦਰ ਸਰਕਾਰ ਦਾ ਵਿਸ਼ਾ ਹੈ, ਬੋਰੀਆਂ ਤਾਂ ਤੁਸੀਂ ਕੇਂਦਰ ਸਰਕਾਰ ਤੋਂ ਮੰਗ ਕੇ ਲੈਂਦੇ ਹੋ ਕਿ ਸਾਨੂੰ ਵਾਰਦਾਨਾ ਦੇ ਦਿਓ। ਜਾਣੀ ਕਿ ਮੈਂ ਤੁਹਾਨੂੰ 20 ਵਾਰੀ ਕਹੀ ਜਾਵਾਂ ਕਿ ਗੁਰਪ੍ਰੀਤ ਸਿੰਘ ਮੈਂ ਬਸ ਆਇਆ ਖੜਾ, ਫਿਰ ਆਪਾਂ ਸਾਰਾ ਭਾਰਤ ਘੁੰਮਾਂਗੇ, ਛੁੱਟੀਆਂ ਮੇਰੇ ਕੋਲੇ 3 ਹੋਣ, ਛੁੱਟੀਆਂ ਮੇਰੇ ਕੋਲੇ 4 ਹੋਣ, ਤੁਹਾਨੂੰ ਵੀ ਪਤਾ ਲੱਗ ਜਾਣਾ ਕਿ ਲਾਰਾ ਲੱਪਾ ਬੰਦਾ ਉਦਾਂ ਹੀ ਲਾਉਂਦਾ ਹੈ। ਜੇ ਮੈਂ ਇਹ ਦੱਸਾਂ ਕਿ ਮੈਂ 18 ਨੂੰ ਪਹੁੰਚਣਾ, 20 ਦੀਆਂ ਟਿਕਟਾਂ ਬੁੱਕ ਨੇ, ਪਹਿਲਾਂ ਆਪਾਂ ਕੇਰਲਾ ਚੱਲਾਂਗੇ, ਫਿਰ ਤਾਮਿਲਨਾਡੂ ਚੱਲਾਂਗੇ, ਫਿਰ ਆਪਾਂ ਦਿੱਲੀ ਆਵਾਂਗੇ, ਫਿਰ ਗੋਆ ਘੁੰਮਾਂਗੇ, ਉਹ ਤਾਂ ਗੱਲ ਬਣਦੀ ਹੈ। ਅਜੇ ਤੱਕ ਪੰਜਾਬ ਦੇ ਵਿਕਾਸ ਦਾ ਰੂਟ ਰਾਟ ਨਹੀਂ ਹੈਗਾ, ਕਿਸੇ ਕੋਲੇ ਨਕਸ਼ਾ ਨੁਕਸ਼ਾ ਨਹੀਂ ਕਿਸੇ ਨੇ ਵੀ ਖਿੱਚਿਆ। ਹੁਣ ਮੈਂ ਸੋਚ ਰਿਹਾ ਸੀ ਢੀਂਡਸਾ ਸਾਹਿਬ ਗੱਲਾਂ ਬਾਤਾਂ ਕਰਦੇ ਹੁੰਦੇ, ਚਲੋ ਪੁਰਾਣੇ ਲੀਡਰ ਆ, ਪਤਾ ਉਹਨਾਂ ਨੂੰ ਰਾਜਨੀਤੀ ਕਿੱਦਾਂ ਕਰੀਦੀ ਹੈ, ਬਾਦਲਾਂ ਨੂੰ ਪਰੇ ਕਰ ਦਿਓ, ਫਿਰ ਬਾਦਲਾਂ ਨੂੰ ਪਰੇ ਕਰ ਦਿਓ, ਫਿਰ ਅਫਸਰ ਉਹੀ ਨੇ, ਕਾਨੂੰਨ ਉਹੀ ਹੈ, ਪੰਜਾਬ ਦੇ ਸਿਰ ਚੜਿਆ ਕਰਜ਼ਾ ਉਹੀ ਹੈ, ਪੰਜਾਬ ਦਾ ਧਰਤੀ ਹੇਠਲਾ ਪਾਣੀ ਓਨਾ ਹੀ ਥੱਲੇ ਹੈ, ਨਹਿਰਾਂ ਵਾਲੀ ਸਫਾਈ ਉੱਥੇ ਕੀ ਪਈ ਹੈ, ਪੈਸਾ ਟਕਾ ਆਪਣੇ ਕੋਲੇ ਕੋਈ ਨਹੀਂ, ਇੰਡਸਟਰੀ ਆਪਣੇ ਕੋਲੇ ਬੰਦ ਪਈ ਹੈ। ਜਾਂ ਤਾਂ ਦੱਸੋ ਨਾ ਕਿ ਭਾਈ ਆ ਜਿਹੜਾ ਕਰਜ਼ਾ ਕੁਰਜ਼ਾ ਲਾਉਣਾ ਕਿੱਦਾਂ ਆ, ਕੋਈ ਆਮਦਨ ਦੇ ਬਦਲਵੇਂ ਸਾਧਨ ਜਿਹੜੇ ਆ। ਹੁਣ ਮੰਨ ਲਓ ਮੇਰੇ ਕੋਲੇ 4 ਪੈਸੇ ਘੱਟ ਨੇ, ਮੈਨੂੰ ਲੱਗਦਾ ਕਿ ਮੈਂ ਕੰਮ ਕਰਦਾ ਮੇਰਾ ਸਰਦਾ ਨਹੀਂ, ਮੈਂ ਰਾਤ ਬਰਾਤੇ 2 ਘੰਟੇ ਕਿਤੇ ਹੋਰ ਲਾਉਂਗਾ, ਮੈਂ ਇੱਧਰ ਉੱਧਰ ਕੰਮ ਕਰੂੰਗਾ, ਤੁਸੀਂ ਵੀ ਕੋਈ ਹੋਰ ਕੰਮ ਕਰ ਲਓਗੇ, ਸ਼ੇਅਰ ਹੀ ਖਰੀਦ ਲਓਗੇ, ਹੋਰ ਨਹੀਂ ਕੁਝ, ਬੰਦਾ ਕੋਈ ਅਲਟਰਨੇਟਿਵ ਲੱਭਦਾ। ਪਰ ਇਹ ਤਾਂ ਹਾਲ ਦੀ ਘੜੀ ਤਾਂ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲੀਆਂ ਗੱਲਾਂ ਲੱਗਦੀਆਂ, ਬਾਕੀ ਕੋਈ ਲੱਗਦਾ ਨਹੀਂ ਕਿ ਕਿਸੇ ਦੇ ਕੋਲੇ ਮਹਿਬੂਬ ਹੈਗਾ। ਆਹੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਸੀ ਤੁਹਾਡੇ ਨਾਲ ਕਿ ਦੇਖੋ ਇਹ ਇੱਕ ਵਿਸ਼ਾ ਜ਼ਰੂਰ ਲੱਗਦਾ। ਅਸੀਂ ਨਾ ਬੇਸਿਕਲੀ ਚੱਕਰ ਇਹ ਹੋ ਗਿਆ ਪੰਜਾਬੀਆਂ ਦਾ, ਸਾਡਿਆਂ ਦਾ, ਵੀ ਆਪਾਂ ਨਾ ਹੁਣ ਖਬਰਾਂ 'ਚ ਵੀ ਸਵਾਦ ਹੀ ਭਾਲਦੇ ਵੀ ਅੱਛਾ ਯਾਰ ਕਿਹੜੇ ਲੀਡਰ ਨੇ ਕਿਹਨੂੰ ਗਾਲ ਕੱਢਤੀ, ਕਿਹਨੇ ਪੱਟ ਮਾਰਤਾ, ਵੀ ਆ ਜਾ ਫਿਰ ਦੇਖ ਲੈਨੇ ਤੈਨੂੰ ਮੈਦਾਨੇ ਜੰਗ 'ਚ, ਕਿਹਨੇ ਕਹਿਤਾ ਵੀ ਫਲਾਨੇ ਨੇ ਮੇਰੇ ਨਾਲ ਇੱਦਾਂ ਕਰਤਾ। ਅੱਛਾ ਆਪਾਂ ਨੂੰ ਫਲਾਨੀ ਸਾਜ਼ਿਸ਼ ਦਾ ਪਤਾ ਲੱਗੇ, ਕੋਈ ਇਹ ਕਹਿ ਦੇਵੇ ਵੀ ਆਹ ਕੰਮ ਫਲਾਨੇ ਲੀਡਰ ਨੇ ਕੀਤਾ, ਅੱਛਾ ਓਏ ਆਹ ਕੰਮ ਫਲਾਨੇ ਲੀਡਰ ਨੇ ਕੀਤਾ ਓਏ, ਆਪਾਂ ਇਸ ਚੀਜ਼ 'ਚ ਪੈ ਗਏ। ਮੈਨੂੰ ਤਾਂ ਲੱਗਦਾ ਹੈ ਕਿ ਵੀ ਇਹ ਕੋਈ ਵੀ ਆ ਜਾਵੇ ਫਰਕ ਕੋਈ ਬਹੁਤਾ ਪੈਣਾ ਨਹੀਂ। ਇਸੇ ਕਰਕੇ ਮੈਂ ਤੁਹਾਨੂੰ ਘੁਮਾ ਕੇ ਇਸ ਵਿਸ਼ੇ ਤੇ ਲਿਆਉਂਦਾ ਸੀ ਵੀ ਇਹ ਚਰਚਾਵਾਂ ਨੇ, ਜਿੰਨੀਆਂ ਮਰਜ਼ੀ ਆਪਾਂ ਕਰੀ ਜਾਈਏ, ਆ ਜਾਊਗਾ ਤੇ ਇਹਦੇ ਨਾਲ ਫਰਕ ਪੈ ਜੂ, ਆ ਜੂ ਤੇ ਇਹਦੇ ਨਾਲ ਫਰਕ ਪੈ ਜੂ, ਪਰ ਕਿਉਂਕਿ ਖਬਰ ਤਾਂ ਕੋਈ ਵੀ ਬਣ ਜਾਂਦੀ। ਹੁਣ ਖਬਰ ਤਾਂ ਥੋੜ੍ਹੇ ਦਿਨ ਹੋ ਗਏ ਮੇਰੇ ਖਿਆਲ ਨਾਲ ਉਹ ਨੀਟੂ ਸ਼ਟਰਾਂ ਵਾਲਾ ਕਿ ਟੀਟੂ ਸ਼ਟਰਾਂ ਵਾਲਾ, ਉਹਦੀ ਫੇਰ ਬਣਾਤੀ ਇੱਕ ਹੋਰ, ਉਹ ਫੇਰ ਵਿਚਾਰਾ ਮਾਫੀਆਂ ਮੰਗੀ ਜਾਂਦਾ। ਹੁਣ ਲੋਕ ਉਹਨੂੰ ਦੇਖੀ ਜਾਂਦੇ, ਅੱਛਾ ਉਹ ਇਹਨੇ ਹੁਣ ਕੀ ਕਹਿਤਾ। ਮੈਂ 3-4 ਬੰਦਿਆਂ ਮੈਨੂੰ ਪੁੱਛਿਆ, ਕਹਿੰਦੇ ਭਾਜੀ ਉਹ ਕੀ ਗੱਲ ਹੋ ਗਈ। ਉਹ ਮੈਂ ਕਿਹਾ ਗੱਲ ਇਹ ਹੋ ਗਈ ਕਿ ਉਹ ਬੰਦੇ ਨੂੰ ਬੇਸਿਕਲੀ ਖਬਰਾਂ 'ਚ ਰਹਿਣ ਦੀ ਆਦਤ ਹੈ। ਹੁਣ ਜਦੋਂ ਲੋਕਡਾਊਨ 'ਚ ਹੋਰ ਕੁਝ ਨਹੀਂ ਲੱਭਿਆ, ਪਹਿਲਾਂ ਉਹਨੇ ਦਵਾਈ ਬਣਾਈ ਕਰੋਨੇ ਵਾਲੀ, ਉੱਧਰੋਂ ਜਦੋਂ ਕੁਝ ਨਹੀਂ ਬਣਿਆ ਫਿਰ ਉਹ ਖਲੀ ਕੋਲੋਂ ਬਾਂਹ ਤੜਾ ਲਿਆ, ਉਹਦੇ ਨਾਲ ਵੀ ਗੱਲ ਨਹੀਂ ਬਣੀ। ਹੁਣ ਉਹਨੂੰ ਫੇਕ ਖਾਰਸ਼ ਜੀ ਹੋਈ ਵੀ ਯਾਰ 15 ਦਿਨ ਲੰਘੇ ਕੁਛ ਕਰੀਏ। ਹਾਂ ਗੱਲ ਹੈ, ਹੋਰ ਗੱਲ ਕੋਈ ਨਹੀਂ, ਅਸੀਂ ਤਾਂ ਉਹ 'ਚੋਂ ਸਵਾਦ ਲਈ ਜਾਂਦੇ ਰਹਿੰਦੇ ਹਾਂ। ਇਹ ਸੰਧਾਲੀਆ ਸਾਹਿਬ ਵੈਸੇ ਸਾਨੂੰ ਨਾ ਥੋੜ੍ਹਾ ਜਿਹਾ ਇਹ ਕੰਮ ਛੱਡਣਾ ਪੈਣਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਮੈਂ ਦੇਖ ਰਿਹਾ ਸੀ ਕਿ ਟਿਕਟੌਕ ਜੀ ਬੰਦ ਹੋਈ ਆ ਤਾਂ ਕਈ ਕੁਛ ਹੋਰ ਸ਼ੁਰੂ ਹੋ ਗਿਆ। ਤੁਸੀਂ ਨੀਟੂ ਸ਼ਟਰਾਂ ਵਾਲੇ ਦਾ ਨਾਂ ਲਿਆ, ਚੰਗਾ ਕੀਤਾ। ਹੁਣ ਜੇ ਕਿਸੇ ਨੇ ਚੰਗਾ ਕੰਮ ਕੀਤਾ ਹੋਵੇ, ਜੇ ਕੋਈ ਆਪਣਾ ਖਿਡਾਰੀ ਜਿੱਤ ਕੇ ਆਇਆ ਹੋਵੇ, ਜੇ ਕਿਸੇ ਬੱਚੇ ਨੇ ਚੰਗੇ ਨੰਬਰ ਲਏ ਹੋਣ, ਉਹਨੂੰ ਕਿੰਨੇ ਜਾਣੇ ਦੇਖਣਗੇ? 2000, 10000, 20000। ਨੀਟੂ ਸ਼ਟਰਾਂ ਵਾਲੇ ਨੂੰ ਲੱਖਾਂ ਲੋਕੀ ਦੇਖ ਜਾਂਦੇ ਆ। ਹੁਣ ਇਹਦੇ ਨਾਲ ਪਿਛਲੇ ਸਮੇਂ ਦੇ ਵਿੱਚ ਕਿੰਨੇ ਕਲਾਕਾਰੀ ਦੇ ਖੇਤਰ ਦੇ ਵਿੱਚ ਵੀ ਆਏ ਸੀ, ਪਤਾ ਨਹੀਂ ਕੋਈ ਮੁੱਖ ਮੰਤਰੀ ਬਣ ਜਾਂਦਾ ਸੀ, ਉਪ ਮੁੱਖ ਮੰਤਰੀ ਬਣ ਜਾਂਦਾ ਸੀ, ਕੋਈ ਪ੍ਰਧਾਨ ਮੰਤਰੀ ਆਪਣੇ ਨਾਂ ਦੇ ਮਗਰ ਲਾ ਲੈਂਦਾ ਸੀ। ਅਸੀਂ ਤਾਂ ਉਹਨਾਂ ਦੇ ਵਿੱਚੋਂ ਵੀ ਸਵਾਦ ਭਾਲੀ ਜਾਂਦੇ ਆ। ਇੱਕ ਕੋਈ ਚੀਮਾ ਆ ਗਿਆ ਸੀ, ਅਸੀਂ ਉਹਦੇ ਵਿੱਚੋਂ ਵੀ ਸਵਾਦ ਭਾਲੀ ਜਾਂਦੇ। ਵਿਦੇਸ਼ਾਂ ਦੇ ਚੱਕਰ ਲਾ ਗਏ ਬੰਦੇ। ਨਹੀਂ ਉਹੀ ਤਾਂ ਗੱਲ ਆ ਵਾਟ ਸਾਹਿਬ, ਕਿ ਸੋਸ਼ਲ ਮੀਡੀਆ ਤੇ ਜਿਹੜੀ ਚੀਜ਼ ਇੱਕ ਵਾਰ ਸਾਹਮਣੇ ਬੂੰਦੀਆਂ ਨੂੰ ਕੱਢ ਕੇ ਰੱਖ ਦਿੰਦੇ, ਨਾਲੋਂ ਨਾਲ ਹੀ ਵਿਕ ਜਾਂਦੀ ਹੱਥੋਂ ਹੱਥੀ। ਹੁਣ ਅੱਜ ਕੱਲ੍ਹ ਨੀਟੂ ਸ਼ਟਰਾਂ ਵਾਲਾ ਵਿਕ ਗਿਆ। ਹੁਣ ਉਦੋਂ ਬਾਅਦ ਟਿਕਟੌਕ ਜੀ ਬੰਦ ਹੋਈ ਸੀ ਤਾਂ ਲੋਕ 1-2 ਥਾਵਾਂ ਤੇ ਮੈਂ ਵੀਡੀਓ ਦੇਖੀ, ਕਹਿੰਦੇ ਯਾਰ ਹੁਣ ਉਹ ਭਾਬੀ ਰਣਜੀਤ ਕੌਰ ਚੁੰਮੇ ਵਾਲੀ ਕੀ ਕਰਿਆ ਕਰੂਗੀ, ਇਹ ਟਿਕਟੌਕ ਬੰਦ ਹੋ ਗਈ। ਲੈ ਦੱਸ, ਸਾਡੇ ਲਈ ਤਾਂ ਉਹ ਵੀ ਬੜਾ ਵੱਡਾ ਮਸਲਾ। ਨਹੀਂ ਮਸਲਾ ਵੱਡਾ ਹੀ ਆ। ਦੇਖੋ ਬਾਕੀਆਂ ਨੂੰ ਇਹ ਪਤਾ ਹੋਵੇ ਨਾ ਹੋਵੇ ਲੋਕਾਂ ਨੂੰ ਕਿ ਭਾਈ ਸਾਡੇ ਹਲਕੇ ਦਾ ਐਮਐਲਏ ਕਿਹੜਾ, ਐਮਐਲਏ ਦਾ ਅਧਿਕਾਰ ਖੇਤਰ ਕਿਹੜਾ, ਉਹਨੇ ਕੰਮ ਕਿਹੜਾ ਕਰਨਾ। ਹਾਂ ਬੀਬੀ ਦਾ ਜਿਹੜਾ ਤੁਸੀਂ ਨਾਂ ਲਿਆ ਉਹਦਾ ਸਾਰਿਆਂ ਨੂੰ ਵੀ ਪਤਾ ਹੈ। ਇੱਥੋਂ ਤੱਕ ਕਿ ਕਈ ਬੰਦੇ, ਹੁਣ ਤੁਸੀਂ ਦੇਖੋ ਨਾ ਸਾਡੇ ਸਿਆਸਤਦਾਨਾਂ ਨੂੰ ਸਾਡਾ ਪਤਾ ਲੱਗ ਗਿਆ। ਹੁਣ ਸੰਧਾਲੀਆ ਸਾਹਿਬ, ਜੇ ਤੁਸੀਂ, ਮੈਨੂੰ ਪਤਾ ਹੈ ਕਿ ਤੁਸੀਂ ਦਾਲ ਦੇ ਵਿੱਚ ਮਿਰਚਾਂ ਵੱਧ ਪਾਉਂਦੇ ਹੋ, ਜਦੋਂ ਮੈਨੂੰ ਪਤਾ ਲੱਗ ਗਿਆ ਜੇ ਤਾਂ ਮੈਂ ਤੁਹਾਨੂੰ ਮਨਾਉਣਾ ਹੈ, ਤੁਹਾਨੂੰ ਨਾਲ ਰੱਖਣਾ ਹੈ, ਸਾਰਾ ਕੁਝ ਕਰਨਾ, ਫਿਰ ਮੈਂ ਤੁਹਾਨੂੰ ਜਰਾ ਕਹਿ ਕਰਾਰੀ ਜਿਹੀ ਦਾਲ ਬਣਾ ਕੇ ਖਵਾਊਂਗਾ। ਹੁਣ ਸਿਆਸਤਦਾਨਾਂ ਨੂੰ ਪਤਾ ਲੱਗ ਗਿਆ, ਉਹ ਟਿਕਟਾਂ ਵੀ ਉਹਨਾਂ ਨੂੰ ਹੀ ਦਿੰਦੇ ਆ। ਕੋਈ ਟਿਕਟੌਕ ਸਟਾਰ ਹੈ, ਟਿਕਟ ਉਹਨੂੰ ਦੇ ਦਿਓ, ਹਾਰ ਜਾਏ ਜਿੱਤ ਜਾਏ ਵੱਖਰੀ ਗੱਲ ਹੈ। ਕੋਈ ਬਹੁਤ ਵੱਡਾ ਖਿਡਾਰੀ ਹੈ, ਟਿਕਟ ਉਹਨੂੰ ਦੇ ਦਿਓ। ਕੋਈ ਕਲਾਕਾਰ ਆ, ਟਿਕਟ ਉਹਨੂੰ ਦੇ ਦਿਓ। ਆਪਾਂ ਨਹੀਂ ਕਹਿੰਦੇ ਕਿ ਸਾਰੇ ਖਿਡਾਰੀ ਜਾਂ ਕਲਾਕਾਰ ਜਿਹੜੇ ਅਨਪੁੰਨ ਨਹੀਂ ਹੋ ਸਕਦੇ, ਸਿਆਣੇ ਬੰਦੇ ਹੋ ਸਕਦੇ ਆ, ਚੰਗੇ ਹੋ ਸਕਦੇ ਆ, ਪਰ ਰੌਲਾ ਇਹ ਆ ਨਾ, ਜਦੋਂ ਤੱਕ ਸਾਨੂੰ ਸੰਧਾਲੀਆ ਸਾਹਿਬ ਇਹੀ ਨਹੀਂ ਸਮਝ ਆਉਂਦੀ ਕਿ ਵੱਡੀਆਂ ਰੈਲੀਆਂ ਨੇ ਸਾਡਾ ਕੱਖ ਨਹੀਂ ਸਵਾਰਨਾ, ਸਾਡੇ ਸਿਰ ਘਟਾ ਹੀ ਪੈਂਦਾ। ਜਦੋਂ ਤੱਕ ਸਾਨੂੰ ਇਹ ਨਹੀਂ ਸਮਝ ਆਉਂਦੀ। ਜੀ
ਨਹੀਂ ਬਾਠ ਸਾਹਿਬ, ਤੁਸੀਂ ਇਹ ਕਲਾਕਾਰਾਂ ਦੀ ਗੱਲ ਕੀਤੀ ਨਾ, ਤੇ ਮੈਂ ਤੁਹਾਨੂੰ ਇਹ ਦੱਸਣ ਲੱਗਿਆ ਸੀਗਾ ਵੀ ਹੁਣ ਸਿੱਧੂ ਮੂਸੇਵਾਲਾ ਹੈ, ਉਹ ਸਿੰਗਰ ਹੈ, ਉਹ ਕਲਾਕਾਰ ਹੈ, ਉਹਨੂੰ ਪਤਾ ਵੀ ਮੈਨੂੰ ਪਬਲਿਸਿਟੀ ਚਾਹੀਦੀ ਹੈ, ਉਹ ਰੋਜ਼ ਕੋਈ ਨਾ ਕੋਈ ਪੇਚਾ ਪਾ ਕੇ ਤੇ ਆਪਣੇ ਹਿਸਾਬ ਨਾਲ ਕੰਮ ਚਲਾ ਲੈਂਦਾ। ਲੋਕ ਹੁਣ ਉਹਦੇ ਤੇ ਲੱਗੇ ਨੇ। ਮੈਂ ਤਾਂ ਕੱਲ ਦਾ ਹੈਰਾਨ ਸੀ, ਮੈਨੂੰ ਆਪਣੇ ਇੱਥੋਂ ਦਫ਼ਤਰ ਚੋਂ 3-4 ਮੁੰਡਿਆਂ ਨੇ ਕਹਿਤਾ, ਕਹਿੰਦੇ ਭਾਈ ਤੁਹਾਨੂੰ ਪਤਾ ਵੀ ਆਪਣੇ ਸਿੱਧੂ ਮੂਸੇਵਾਲੇ ਦਾ ਅਗਲਾ ਗਾਣਾ ਕਿਹੜਾ ਆਉਣਾ ਜੀ? ਉਹ ਮੈਂ ਕਿਹਾ ਕਮਲਿਓ, ਇਹ ਤਾਂ ਪਿਛਲਾ ਨਹੀਂ ਚੰਗੀ ਤਰ੍ਹਾਂ ਲੋਕਾਂ ਸੁਣਿਆ। ਕਹਿੰਦੇ ਜੀ ਪਿਛਲਾ ਆਇਆ ਤਾਂ ਸੀਗਾ ਜਿਹੜਾ ਸੰਜੇ ਦੱਤ ਦੇ ਉੱਪਰ ਕੱਢਿਆ ਸੀ ਉਹਨੇ, ਵੀ ਮਿੱਤਰਾਂ ਤੇ ਕੇਸ, ਉਹ ਵਾਲਾ ਜਿਹੜਾ ਸੰਜੇ ਦੱਤ ਤੇ ਹੁਣ ਕਹਿੰਦੇ ਵੀ ਜਿੱਦਣ ਉਹਨੂੰ ਕਰੋਨਾ ਹੋ ਗਿਆ ਫਿਰ ਉਹਨੇ ਕਹਿਣਾ ਵੀ ਹਾਂ ਜੱਟ ਨੂੰ ਬਿਮਾਰੀ ਉਹ ਜਿਹੜੀ ਅਮਿਤਾਭ ਬੱਚਨ ਨੂੰ। ਮੈਂ ਕਿਹਾ ਦੱਸ ਕਮਾਲ ਹੋ ਗਈ, ਦਿਮਾਗ ਵੀ ਅਸੀਂ ਉਧਰ ਨੂੰ ਲਾਉਣ ਲੱਗ ਪਏ ਕਿ ਅਗਲਾ ਬੰਦਾ ਕੀ ਕਰੂਗਾ। ਤੇ ਤੁਸੀਂ ਭਾਲਦੇ ਹੋ ਵੀ ਇੱਥੇ ਮੁੱਖ ਮੰਤਰੀ ਕਿਹੜਾ ਬਣਾ ਕੇ ਪੰਜਾਬ ਬਚਾਉਣਾ, ਇੰਨਾ ਟਾਈਮ ਕਿੱਥੇ ਸਾਡੇ ਕੋਲੇ? ਨਹੀਂ ਟਾਈਮ ਸੱਚੀ ਹੈ ਨਹੀਂ ਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਿਸੇ ਨੂੰ ਟੈਲੀਫੋਨ ਕਰ ਲਓ, ਉਹ ਹਰ ਇੱਕ ਬੰਦਾ ਕਹੀ ਜਾਂਦਾ ਨਹੀਂ ਭਾਈ ਬਿਜ਼ੀ ਬਹੁਤੇ ਸੀ, ਆਹ ਕਰਦੇ ਸੀ, ਉਹ ਕਰਦੇ ਸੀ। ਹੁਣ ਕਈ ਵਾਰੀ ਤੇ ਇਹ ਵੀ ਹੋ ਜਾਂਦਾ ਕਿ ਬੰਦੇ ਨੂੰ ਫਾਰਮ ਆਨਲਾਈਨ ਭਰਨਾ ਹੁੰਦਾ ਤੇ ਉਹ ਭਰਨਾ ਨਹੀਂ ਆਉਂਦਾ ਤੇ ਮੋਬਾਈਲ ਜੇਬ ਦੇ ਵਿੱਚ ਦੋ ਨੇ। ਹੁਣ ਬੇਬੇ ਨੂੰ ਕਿਤੇ ਦਵਾ ਦਾਰੂ ਲਈ ਲੈ ਕੇ ਜਾਣਾ ਹੁੰਦਾ ਤੇ ਬੇਬੇ ਉਧਰੋਂ ਉਹ ਕਹਿੰਦੀ ਹੁੰਦੀ ਕਿ ਪੁੱਤ ਮੇਰਾ ਕੋਲੇ ਬੈਠਾ, ਪੋਤਾ ਪੋਤੀ ਮੇਰੇ ਕੋਲ ਬੈਠੇ ਆ। ਪਰ ਕਈ ਇਦਾਂ ਦੇ ਹੁੰਦੇ, ਇਹ ਨਹੀਂ ਪਤਾ ਹੁੰਦਾ ਬੇਬੇ ਨੂੰ ਕਿ ਬੇਬੇ ਕੰਨ 'ਚ ਟੂਟੀਆਂ ਫਸਾਈਆਂ ਤੇ ਸਕਰੀਨ ਦੇ ਉੱਤੇ ਹੱਥ ਚੱਲਦੇ ਆ, ਠੂੰਗੇ ਵੱਜਦੇ ਆ। ਪਰ ਇੰਨੀ ਗੱਲ ਸੰਧਾਲੀਆ ਸਭ ਹੈਗੀ ਆ ਕਿ ਬਹੁਤੀ ਦੇਰ ਨਹੀਂ ਹੋਣੀ ਕੰਮ। ਠੂੰਗੇ ਵੱਜਦੇ ਵਾਲੀ ਮੈਂ ਦੱਸਦਾ ਬਾਠ ਸਾਹਿਬ, ਇਹ ਤਾਂ ਮੇਰੇ ਨਾਲ ਵਾਪਰੀ। ਪਿੰਡ ਬੈਠਾ ਤੇ ਉਹ ਰਿਸ਼ਤੇਦਾਰੀ ਚੋਂ ਭਤੀਜਾ ਨਾ, ਉਹ ਖੇਡਦਾ ਸੀ PUBG ਕਿਤੇ, ਕੰਨਾਂ 'ਚ ਏਦਾਂ ਹੈਡਫੋਨ ਲਾ ਕੇ ਤੇ ਉਹ ਉੱਤੇ ਕਿਉਂਕਿ ਨਾਲ ਸੱਜਣਾ ਨੂੰ ਲਿਆ ਤੇ ਉਹ ਕਹਿੰਦੇ ਓਏ ਸ਼ਿੰਦਾ ਮਰ ਗਿਆ। ਉਹ ਲਾਗੇ ਮਾਤਾ ਹਾਏ ਹਾਏ ਵੇ ਉਹਨੂੰ ਕੀ ਹੋ ਗਿਆ, ਚੰਗਾ ਭਲਾ ਸੀ ਉਹ। ਮੈਂ ਕਿਹਾ ਮਾਤਾ ਤੂੰ ਮੇਰੇ ਨਾਲ ਗੱਲ ਕਰ, ਉਹ ਆਪਣੇ ਸ਼ਿੰਦੇ ਦੀ ਗੱਲ ਕਰਦਾ, ਗੇਮ ਖੇਡਦੇ ਹੋ। ਆਹ ਤਾਂ ਸਿਆਪਾ ਹੋ ਗਿਆ ਹੁਣ ਉੱਤੇ। ਹੁਣ ਪਹਿਲਾਂ ਤਾਂ ਨਿਆਣੇ ਨੂੰ ਸਮਝਾਉਣਾ ਪੈਂਦਾ ਵੀ ਇਹ ਕੀ ਕਰਦਾ, ਫਿਰ ਨਿਆਣਾ ਕੀ ਕਰਦਾ, ਇਹ ਵੱਡਿਆਂ ਨੂੰ ਸਮਝਾਉਣਾ ਪੈਂਦਾ। ਜਿਹੜਾ ਵਿਚਾਰਾ ਆਪਣੇ ਕੋਲ ਵਿਚਾਲੇ ਜਿਹੇ ਵਾਲਾ ਪੋਜ ਆ ਨਾ, ਉਹਦਾ ਤਾਂ ਬਾਹਲਾ ਮੰਦਾ ਲੱਗਿਆ ਪਿਆ। ਉਹ ਨਹੀਂ ਸੱਚੀ ਮੰਦਾ ਲੱਗ ਗਿਆ। ਮੈਂ ਸੋਚਦਾ ਸੀ ਕਿ ਜਿਹੜੇ ਪਿਛਲੀ ਪੀੜ੍ਹੀ ਵਾਲੇ ਸੀ ਉਹ ਸਾਨੂੰ ਕਹਿੰਦੇ ਸੀ ਤੁਸੀਂ ਚੱਜਦੇ ਨਹੀਂ, ਅਗਲੀ ਪੀੜ੍ਹੀ ਵਾਲੇ ਕਹਿੰਦੇ ਤੁਸੀਂ ਆਊਟਡੇਟਡ ਹੋ ਗਏ। ਅਸੀਂ ਤਾਂ ਕਿਸੇ ਪਾਸੇ ਜੋਗੇ ਵੀ ਨਾ ਰਹੇ, ਅਸੀਂ ਤਾਂ ਕਿਸੇ ਗਿਣਤੀ ਮਿਣਤੀ ਦੇ ਵਿੱਚ ਆਉਂਦੇ ਨਹੀਂ। ਸਾਡੀ ਤਾਂ ਇੱਕ ਵੋਟ ਹੁੰਦੀ ਆ, ਉਹ 25 ਸਾਲੀ ਜਾ ਕੇ ਪਾਓ। ਹੁਣ ਸੰਧਾਲੀਆ ਸਾਹਿਬ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਜੀ। ਆਪਾਂ ਨਾ ਬਾਠ ਸਾਹਿਬ ਰਾਜਦੂਤ ਮੋਟਰਸਾਈਕਲ ਵਾਲੇ ਹੋ ਗਏ, ਜਿਹੜਾ ਤੂੜੀ ਵਾਲੇ ਕੋਠੇ 'ਚ ਡੱਕਿਆ ਹੁੰਦਾ ਵੀ ਚੱਲ ਜਿੱਥੇ ਭੂੰਡਾਂ ਦੀ ਖੱਖਰ ਲੱਗੀ ਹੁੰਦੀ ਏ। ਉਹ ਮੈਨੂੰ ਤਾਂ ਕਦੇ ਕਦੇ ਉਹ ਘਰ ਦੇ ਅੰਦਰ ਰੱਖੇ ਉਸ ਭਾਂਡੇ ਵਰਗੇ ਵੀ ਲੱਗੇ ਤਾਂ ਜਿਹਨੂੰ ਦੀਵਾਲੀ ਦੇ ਨੇੜੇ ਕੱਢ ਲੈਂਦੀਆਂ ਬੀਬੀਆਂ, ਧੋ ਲੈਂਦੀਆਂ ਬੀਬੀਆਂ, ਮਾਂਜ ਲੈਂਦੀਆਂ ਬੀਬੀਆਂ, ਫਿਰ ਧੁੱਪੇ ਸੁਕਾ ਕੇ ਤਕਾਲਾਂ ਤੱਕ ਫੇਰ ਰੱਖ ਦਿੰਦੀਆਂ। ਇੰਨਾ ਕੀ ਕੰਮ ਰਹਿ ਗਿਆ, ਬਹੁਤਾ ਹੈ ਨਹੀਂ ਹੁਣ ਤਾਂ। ਨਹੀਂ ਗੱਲ ਠੀਕ ਆ। ਅੱਛਾ ਮੇਰੀ ਗੱਲ ਸੁਣੋ, ਇਹ ਬਾਕੀ ਗੱਲਾਂ ਤੇ ਆਪਣੀਆਂ ਚੱਲਦੀਆਂ ਰਹਿਣੀਆਂ। ਤੁਹਾਨੂੰ ਇੱਕ ਗੱਲ ਮੈਂ ਹੋਰ ਦੱਸਣੀ ਵੀ ਤਰੱਕੀ ਆ ਲਾਕਡਾਊਨ ਦੇ ਵਿੱਚ ਵਾਹਵਾ ਹੋ ਗਈ। ਇੱਕ ਕੇਸ ਨਹੀਂ, ਮੈਂ ਤਾਂ ਵਾਹਵਾ ਹੀ ਖਬਰਾਂ ਸੁਣਨੀਆਂ ਪੈ ਰਹੀਆਂ। ਤੁਹਾਡੇ ਇੱਧਰ ਹੁੰਦਾ ਕਿ ਨਹੀਂ ਹੁੰਦਾ? ਤੁਹਾਡੇ ਇੱਧਰ ਇਹ ਲਵ ਮੈਰਿਜ ਦਾ ਕਿੱਦਾਂ ਚੱਲਦਾ ਕੰਮ? ਦੇਖੋ ਸਵਾਲ ਉਲਟਾ ਜਿਹਾ ਨਾ ਸਮਝ ਲਿਓ, ਮੈਂ ਤਾਂ ਪੁੱਛਿਆ ਵੀ ਉਧਰ ਤਾਂ ਬੜੇ ਫਰੈਂਕ ਨੇ ਲੋਕ, ਉਹ ਕਹਿੰਦੇ ਠੀਕ ਆ ਹਮ ਆਪਕੋ ਪਸੰਦ ਹੈ, ਆਪ ਹਮਕੋ ਪਸੰਦ ਹੈ, ਤੇ ਕੰਮ ਠੀਕ ਹੀ ਠੀਕ ਹੈ। ਦੇਖੋ ਮੈਨੂੰ ਇਹ ਨਹੀਂ ਪਤਾ ਕਿ ਕਿਵੇਂ ਚੱਲਦਾ, ਪਰ ਮੈਨੂੰ ਇੰਨਾ ਪਤਾ ਕਿ ਧਰਨੇ ਲਾ ਕੇ ਨਹੀਂ ਹੁੰਦੀਆਂ। ਹਾਂ ਮੈਂ ਉਹੀ ਆਉਣ ਲੱਗਿਆ ਸੀ ਵੀ ਆ ਪਿਛਲੇ ਨਾ ਲਗਭਗ 1 ਹਫ਼ਤੇ ਤੋਂ ਇੱਕ ਦਿਨ ਉਹ ਜੋੜੀ ਛੱਪੜ 'ਚ ਵੜ ਗਈ। ਉਹ ਕਹਿੰਦੇ ਸਾਡਾ ਵਿਆਹ ਕਰਾਉਂਗੇ ਤੁਸੀਂ ਤਾਂ ਛੱਪੜ 'ਚੋਂ ਨਿਕਲਣਾ ਭਾਈ। ਆਹ ਹੁਣ ਇੱਕ ਕੁੜੀ ਹੈ ਜੀ, ਉਹ ਧਰਨਾ ਲਾ ਕੇ ਬਹਿ ਗਈ। ਉਹ ਕਹਿੰਦੇ ਵੀ ਨਾ 5 ਸਾਲ ਹੋ ਗਏ ਨਾਲ ਰਹਿੰਦਾ ਤੇ ਹੁਣ ਉਹ ਕਹਿੰਦਾ ਵਿਆਹ ਨਹੀਂ ਕਰਾਉਣਾ। ਘਰ ਦੇ ਕਹਿੰਦੇ ਗੁੱਡੀ ਸਾਡਾ ਕਾਕਾ ਤਾਂ ਅੱਗੇ ਨਹੀਂ ਲੱਭਦਾ, ਤੂੰ ਲੱਭ ਲਾ ਤੇ ਕਰਾ ਲਾ ਵਿਆਹ। ਨਾਲੇ ਸਾਨੂੰ ਬੁਲਾ ਜੀ। ਦੇਖੋ ਇਹ ਵੀ ਕਿਹੜੇ ਮਸਲੇ ਨੇ ਆਪਣੇ ਤਾਂ ਇੱਥੇ। ਨਹੀਂ ਇਹ ਤਾਂ ਵੈਸੇ ਨਾ ਕਮਾਲ ਹੀ ਹੋ ਗਈ। ਮੈਂ ਸੋਚਦਾ ਸੀ ਆਮ ਤੌਰ ਤੇ ਹੁੰਦਾ ਕੀ ਸੀ ਕਿ ਮੁੰਡਾ ਕੁੜੀ ਜੇ ਕਿਤੇ ਇਦਾਂ ਦੇ ਥਾਂ ਦੇ ਉੱਤੇ ਪਹੁੰਚ ਵੀ ਜਾਣ, ਉਹ ਦੋਨੇ ਹੀ ਰੌਲਾ ਪਾਉਂਦੇ ਹੁੰਦੇ ਸੀ ਕਿ ਭਾਈ ਸਾਡਾ ਵਿਆਹ ਕਰ ਦਿਓ, ਨਹੀਂ ਤਾਂ ਅਸੀਂ ਐਂ ਕਰ ਲਾਂਗੇ, ਅਸੀਂ ਇਉਂ ਕਰ ਲਾਂਗੇ। ਹੁਣ ਤਾਂ ਦੋਨਾਂ ਦੇ ਵਿੱਚੋਂ ਵੀ ਇੱਕ ਧਿਰ ਕਈ ਵਾਰੀ ਮੰਨਦੀ ਹੀ ਨਹੀਂ ਹੁੰਦੀ, ਉਹ ਫੇਰ ਵੀ ਪ੍ਰੈਸ਼ਰ ਪਾਈ ਜਾਂਦੇ ਆ। ਹੁਣ ਆਉਣ ਵਾਲੇ ਦਿਨਾਂ 'ਚ ਮੈਨੂੰ ਨਹੀਂ ਪਤਾ ਭਾਈ ਇਹ ਰਫ਼ਤਾਰ ਕਿੱਧਰਲੇ ਪਾਸੇ ਨੂੰ ਜਾਊ। ਹੁਣ ਆਪਾਂ ਕਣਕ ਬੀਜੀ ਦੀ ਹੈ, ਝੋਨਾ ਲਾਈਦਾ, ਉਹਦੇ ਵਿੱਚੋਂ ਸੰਧਾਲੀਆ ਸਾਹਿਬ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਭਾਈ ਇਹਨੂੰ 4 ਮਹੀਨੇ ਲੱਗਣੇ ਆ, ਇੱਥੇ ਕੁ ਪਹੁੰਚ ਜੂ, ਇੰਨਾ ਕੁ ਉਤਪਾਦਨ ਹੋ ਜੂ, ਇੰਨਾ ਕੁ ਝਾੜ ਹੋ ਜੂ, ਇੰਨਾ ਕੁ ਕਰਜ਼ਾ ਮੁੜਦਿਆਂ ਗਿਆ। ਪਰ ਨਵੀਂ ਪੀੜ੍ਹੀ ਇਹ ਜਿੰਨੀ ਤੇਜ਼ ਗਤੀ ਦੇ ਨਾਲ ਅਗਲੇ ਪਾਸੇ ਨੂੰ ਜਾਂਦੀ ਹੈ, ਕਮਾਲ ਹੀ ਹੋ ਜਾਂਦੀ। ਹੁਣ ਮੈਂ ਤੁਹਾਨੂੰ ਦੱਸ ਦਿੰਦਾ, ਗੱਲ ਔਖੀ ਵੀ ਲੱਗ ਸਕਦੀ ਹੈ, ਭਾਰੀ ਵੀ ਲੱਗ ਸਕਦੀ ਹੈ, ਪਰ ਮੇਰੇ ਲਈ ਨਵੀਂ ਸੀ। ਹੁਣ ਇੱਥੇ ਇੱਕ ਗੋਰਾ ਸੀ, ਉਹਦਾ ਕਿਤੇ ਵਿਆਹ ਸੀਗਾ। ਹੁਣ ਗੋਰਾ ਬਜ਼ੁਰਗ ਬੰਦਾ, ਉਹਨੇ ਹੁਣ ਵਿਆਹ ਕਰਾਇਆ ਤੇ ਬਜ਼ੁਰਗ ਦਾ ਵਿਆਹ ਸੀ। ਉਹਦੇ ਨਿੱਕੇ ਨਿਆਣੇ ਵੀ ਆਏ। ਹੁਣ ਨਿੱਕੇ ਨਿਆਣੇ ਆਏ, ਉਹਨਾਂ ਨੂੰ ਪੁੱਛਿਆ ਕਿਸੇ ਨੇ ਕਿ ਭਾਈ ਕਿਵੇਂ? ਉਹ ਕਹਿੰਦੇ ਵੀ ਡੈਡੀ ਜੀ ਹੁਣ ਇਕੱਲੇ ਸੀਗੇ, ਵੀ ਉਹਨਾਂ ਨੇ ਆਪਣੀ ਪਸੰਦ ਕੀਤੀ ਆ ਤੇ ਉਹਨਾਂ ਦੇ ਵਿਆਹ ਦੇ ਉੱਤੇ ਅਸੀਂ ਆਏ ਆ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਫਿਰ ਕਿਵੇਂ ਆ, ਹੁਣ ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ, ਅਸੀਂ ਉਹਦੀ ਜਿਹੜੀ ਨਵੀਂ ਵਾਈਫ ਆ ਅਸੀਂ ਉਹਦੇ ਨਾਲ ਵੀ ਮਿਲਦੇ ਗਿਲਦੇ ਰਹਿਣਾ, ਅਸੀਂ ਆਪਦੀ ਮੰਮੀ ਦੇ ਨਾਲ ਤਾਂ ਮਿਲਦੇ ਗਿਲਦੇ, ਇੱਦਾਂ ਦੀ ਗੱਲ ਹੀ ਕੋਈ ਨਹੀਂ। ਮੰਮੀ ਜੀ ਹੁਣ ਜਿੱਥੇ ਅਸੀਂ ਵੀ ਸਾਨੂੰ ਕੋਈ ਤੰਗੀ ਨਹੀਂ, ਪਰ ਉਹ ਆਪੋ ਆਪਣਾ ਹਿਸਾਬ ਕਿਤਾਬ ਜਿਹਾ, ਅਸੀਂ ਹੁਣ ਉੱਦਾਂ ਤੇ ਤਾਂ ਨਹੀਂ ਹੋ ਸਕਦੇ। ਪਰ ਇੰਨੀ ਕੁ ਗੱਲ ਸੰਧਾਲੀਆ ਸਾਹਿਬ ਬਾਠ ਸਾਹਿਬ ਜੀ। ਉਹ ਯਾਰ ਗੱਲ ਸੁਣੋ ਮੇਰੀ, ਇੱਦਾਂ ਦੀਆਂ ਨਾ ਸੁਣਾਇਆ ਕਰੋ ਯਾਰ। ਸਾਡੇ ਇੱਧਰ ਵਾਲੇ ਬਾਬੇ ਵੀ ਸੁਣਦੇ ਦੇਖਦੇ ਆ, ਹੋਰ ਪੁਆੜਾ ਪਾ ਦਿਓਗੇ ਤੁਸੀਂ।
ਅੱਗੇ ਤਾਂ ਮੁੰਡੇ ਨਹੀਂ ਲੋਟ ਆਉਂਦੇ ਤੇ ਮੁੜ ਕੇ ਬਾਪੂ ਨੂੰ ਲੋਟ ਕਰੀ ਫਿਰੀ ਅਸੀਂ, ਬਾਪੂ ਘੇਰੇ ਘੇਰੇ ਆਉਂਦਾ ਫਿਰੇ, ਹਾਂ ਭਾਈ ਕਹਿੰਦਾ ਜੇ ਗੋਰਾ ਵਿਆਹ ਕਰਾਦਾ ਮੇਰਾ ਵੀ ਕਰਾਓ। ਅੱਗੇ ਮੇਰਾ ਕੈਪਟਨ ਸਾਹਿਬ ਨੇ ਕਿਹਾ ਮੇਰਾ ਕਿਹੜਾ ਰਾਸ਼ਨ ਕਾਰਡ ਨਹੀਂ ਬਣਿਆ, ਮੁੜ ਕੇ ਆਏ ਹੈਂ ਉਹ ਬਜ਼ੁਰਗ ਨੇ ਕਹਿਣਾ ਮੇਰਾ ਕਿਹੜਾ ਰਾਸ਼ਨ ਕਾਰਡ ਨਹੀਂ ਬਣਿਆ। ਉਹੀ ਨਾਲੇ ਇਹ ਨਾ ਇਹ ਜੋ ਕੁਝ ਵੀ ਤਬਦੀਲੀਆਂ ਨੇ ਸਮਾਜ ਦੀਆਂ, ਇਹਦੇ ਵਿੱਚ ਇੱਕ ਚੀਜ਼ ਤਾਂ ਹੈਗੀ ਆ ਬਾਠ ਸਾਹਿਬ ਕਿ ਵੀ ਜਦੋਂ ਆਪਾਂ ਮਸਲੇ ਦੀ ਗੱਲ ਕਰਦੇ ਹਾਂ ਵੀ ਰਾਜਨੇਤਾ ਕੀ ਕਰਦੇ ਨੇ, ਉਹ ਕਿਵੇਂ ਸਾਡੇ ਲਈ ਕੁਛ ਕਰਨਗੇ, ਮੈਂ ਕਹਿੰਦਾ ਵੀ ਜਦੋਂ ਅਸੀਂ ਆਪਣੇ ਲਈ ਖੁਦ ਕੁਛ ਨਹੀਂ ਕਰਦੇ ਤੇ ਫਿਰ ਰਾਜਨੇਤਾ ਜਾਂ ਰਾਜਨੀਤਿਕ ਲੋਕ ਆਪਣੇ ਲਈ ਕਿਉਂ ਕਰਨਗੇ ਯਾਰ ਕੁਛ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਜਦੋਂ ਆਪਾਂ ਨੇੜੇ ਹੋ ਕੇ ਬਹਿ ਕੇ ਪ੍ਰੋਗਰਾਮ ਕਰਦੇ ਹੁੰਦੇ ਸੀ ਉਦੋਂ ਵੀ ਕਿੰਨੀ ਵਾਰੀ ਵਿਚਾਰਿਆ ਕਿ ਠੀਕ ਹੈ ਲੀਡਰ ਚੱਜ ਦਾ ਕੰਮ ਨਹੀਂ ਕਰਦੇ, ਠੀਕ ਹੈ ਲੀਡਰ ਪੰਜਾਬ ਨੂੰ ਲੁੱਟ ਕੇ ਖਾ ਗਿਆ, ਠੀਕ ਹੈ ਲੀਡਰਾਂ ਨੇ ਕੱਖ ਨਹੀਂ ਕੀਤਾ, ਠੀਕ ਹੈ ਲੀਡਰਾਂ ਨੇ ਪਾਣੀ ਗਵਾਤਾ, ਪੰਜਾਬੀ ਬੋਲਦੇ ਇਲਾਕੇ ਗਵਾਤੇ, ਚੰਡੀਗੜ੍ਹ ਗਵਾਤਾ। ਪਰ ਕਦੇ ਕੋਈ ਲੀਡਰ ਕਹਿੰਦਾ ਕਿ ਘਰੇ ਜਿਹੜਾ ਦਰਖਤ ਲੱਗਾ ਵੱਢ ਦਿਓ? ਕਦੇ ਕੋਈ ਲੀਡਰ ਕਹਿੰਦਾ ਕਿ ਗੁਆਂਢੀ ਦੇ ਨਾਲ ਵੱਟ ਦਾ ਜਿਹੜਾ ਝਗੜਾ ਉਹ ਥਾਣੇ ਤੱਕ ਨਹੀਂ ਕਚਹਿਰੀਆਂ ਤੱਕ ਲੈ ਕੇ ਜਾਣਾ, ਉਰੇ ਨਹੀਂ ਰੁਕਣਾ? ਕਦੇ ਕੋਈ ਲੀਡਰ ਕਹਿੰਦਾ? ਕਿਸੇ ਕਿਹੜੇ ਲੀਡਰ ਆ ਜਿਹਨੇ ਮੂੰਹ ਦੇ ਵਿੱਚ ਆ ਕੇ ਕਿਸੇ ਦੇ ਨਸ਼ਾ ਪਾਇਆ ਹੋ? ਇਹ ਤਾਂ ਅਸੀਂ ਆਪ ਪਹਿਚਾਨਣਾ ਨਾ, ਇੰਨੀ ਕੁ ਗੱਲ ਤਾਂ ਸਾਡੇ ਆਪਣੇ ਫਰਜ਼ ਬਣਦੇ ਆ। ਕਦੇ ਕੋਈ ਲੀਡਰ ਕਹਿੰਦਾ ਕਿ ਭਾਈ ਵੋਟ ਪਾਉਣ ਨਾ ਜਾਓ? ਅਸੀਂ ਕਦੀ 35 40% ਲੋਕ ਜਿਹੜੇ ਆ ਉਹ ਘਰੇ ਬੈਠੇ ਰਹਿੰਦੇ ਆ, ਵੋਟ ਪਾਉਣ ਜਾਂਦੇ ਨਹੀਂ। ਮੈਂ ਉਲਾਂਭੇ ਨਹੀਂ ਦੇ ਰਿਹਾ, ਕਿਉਂਕਿ ਫਰਜ਼ ਤਾਂ ਸੰਧਾਲੀਆ ਸਾਹਿਬ ਸਾਨੂੰ ਆਪਣੇ ਪਹਿਚਾਨਣੇ ਪੈਣਗੇ ਨਾ, ਕਿਉਂਕਿ ਲੀਡਰ ਤਾਂ ਜੋ ਕਰਦੇ ਉਹ ਕਰੀ ਜਾਂਦੇ ਆ। ਉਹਨਾਂ ਨੇ ਤਾਂ ਆਪਣਾ ਡੰਗ ਟਪਾਈ ਜਾਣਾ, ਉਹਨਾਂ ਨੇ ਤਾਂ ਹੋਟਲ ਬਣਾ ਹੀ ਲੈਣੇ ਆ, ਬੱਸਾਂ ਪਾ ਹੀ ਲੈਣੀਆਂ, ਫੈਕਟਰੀਆਂ ਲਾ ਹੀ ਲੈਣੀਆਂ, ਬਾਹਰ ਅੰਦਰ ਜਾ ਕੇ ਇੱਧਰ ਉੱਧਰ ਹਿਸਾਬ ਕਿਤਾਬ ਜਾਂ ਕਰ ਹੀ ਲੈਣੇ ਆ। ਮਸਲਾ ਤਾਂ ਸਾਡਾ, ਮਸਲਾ ਤਾਂ ਆਮ ਲੋਕਾਂ ਦਾ। ਅਸੀਂ ਨਾ ਸਮਝੇ ਤਾਂ ਫਿਰ ਤਾਂ ਪੌਂਵਾ ਰਹੀਆਂ। ਨਹੀਂ ਕੋਈ ਨਹੀਂ, ਹੌਲੀ ਹੌਲੀ ਅਸੀਂ ਸਮਝ ਜਾਣਾ, ਪਰ ਅਸੀਂ ਸਮਝੀਏ ਕਿੱਦਾਂ? ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਕ ਦਿਨ ਕੁਝ ਕਹਿੰਦੇ ਆ, ਦੂਜੇ ਦਿਨ ਕੁਝ ਕਹਿੰਦੇ ਆ। ਮੈਂ ਕਿਹਾ ਤੁਸੀਂ ਹੁਣ ਬਾਹਰ ਬੈਠੇ ਆ, ਕੁਛ ਨਾ ਕੁਛ ਸਮਝਾਓਗੇ। ਇੱਕ ਤੇ ਨਾ ਜਦੋਂ ਆ ਪਹਿਲਾਂ WHO ਵਾਲੇ ਆਏ ਸੀ, ਉਹ ਪਹਿਲਾਂ ਕਹਿੰਦੇ ਨਾ ਜੀ ਨਾ ਮਾਸਕ ਪਾਉਣ ਦੀ ਲੋੜ ਨਹੀਂ, ਕੋਈ ਨਾ ਪਾਵੇ, ਲੋਕਾਂ ਨਹੀਂ ਪਾਏ। ਫਿਰ ਕਹਿੰਦੇ ਪਾਉਣਾ ਬਹੁਤ ਜ਼ਰੂਰੀ ਆ ਭਾਈ ਸਾਹਿਬ, ਇਹਦੇ ਬਿਨਾਂ ਤਾਂ ਗੁਜ਼ਾਰਾ ਨਹੀਂ ਹੈਗਾ। ਫਿਰ ਵਿੱਚ ਪੈ ਗਿਆ ਵੀ ਆਮ ਮਾਸਕ ਨਾਲ ਗੱਲ ਨਹੀਂ ਬਣਨੀ, ਉਹ ਜਿਹੜਾ N95 ਮਾਸਕ ਹੈ ਨਾ ਉਹ ਲਓ। ਕਹਿੰਦੇ ਜੀ ਉਹਦੇ 'ਚ ਕੀ ਖਾਸ ਗੱਲ? ਉਹਦੇ 'ਚ ਉਹ ਕਹਿੰਦੇ ਜੀ ਉਹ ਬਟਨ ਜਿਹਾ ਲੱਗਿਆ ਵੀ ਹਵਾ ਤਾਂ ਨਿਕਲ ਜਾਂਦੀ ਆ, ਜਦੋਂ ਖਿੱਚਣ ਲੱਗੀ ਹੁੰਦੀ ਉਦੋਂ ਅੰਦਰ ਕੁਝ ਜਾਣ ਨਹੀਂ ਦਿੰਦਾ ਉਹ। ਫਿਰ ਆ ਥੋੜ੍ਹੇ ਦਿਨਾਂ ਦੀ ਗੱਲ ਹੁਣ ਉਹਦੇ ਦਿਵਾਲੇ ਹੋ ਗਏ, ਕਹਿੰਦੇ ਉਹ ਮਾਸਕ ਜਿਹਨੇ ਪਾਇਆ ਹੋਇਆ ਭਾਈ ਸਾਹਿਬ ਉਹਦੇ 'ਤੇ ਫੇਕ ਕਾਰਵਾਈ ਕਰਾਂਗੇ ਕਿਉਂਕਿ ਉਹ ਬੜਾ ਖਤਰਨਾਕ ਮਾਸਕ ਹੈ। ਹੁਣ ਪਹਿਲਾਂ ਤਾਂ ਮੈਨੂੰ ਇਹ ਸਮਝਾਓ ਵੀ ਇਹ ਤੁਹਾਡੇ ਵੀ ਇੱਧਰ ਰੌਲਾ ਹੈਗਾ ਕਿ ਸਾਡੇ ਵਾਲਿਆਂ ਨੂੰ ਨਹੀਂ ਸਮਝ ਲੱਗਦੀ ਇੱਦਾਂ ਦੀ? ਨਹੀਂ, ਰੌਲਾ ਤਾਂ ਪੂਰਾ ਜੀ। ਜਾਣੀ ਜਿੰਨਾ ਕੁ ਮਸਲਾ ਇੰਡੀਆ ਦੇ ਵਿੱਚ ਹੈ ਉਨਾ ਹੀ ਕੈਨੇਡਾ ਦੇ ਵਿੱਚ ਹੈ, ਕਿਉਂਕਿ ਹੁਣ ਤਾਂ 1 ਮਿੰਟ ਦੀ ਖਬਰ ਇੱਧਰੋਂ ਉੱਧਰ ਤੇ ਉੱਧਰ ਜਾਂਦੀ ਹੈ ਨਾ, ਹੁਣ ਤਾਂ ਕੋਈ ਫਾਸਲਾ ਹੀ ਨਹੀਂ ਰਹਿ ਗਿਆ। ਮੈਨੂੰ ਤਾਂ ਸੰਧਾਲੀਆ ਸਾਹਿਬ ਜਿਹੜਾ WHO ਹੈ ਨਾ, ਵਰਲਡ ਹੈਲਥ ਆਰਗੇਨਾਈਜੇਸ਼ਨ, ਉਹ ਕੱਦੂ 'ਚ ਫਸੇ ਟਰੈਕਟਰ ਵਰਗੀ ਲੱਗਦੀ ਹੈ। ਹੁਣ ਕੱਦੂ ਜਿਹੜਾ ਟਰੈਕਟਰ ਫਸਿਆ ਹੁੰਦਾ ਉਹਨੂੰ ਬਾਹਰ ਕੱਢਣਾ, ਪਹਿਲਾਂ ਤਾਂ ਬੰਦਾ ਇਕੱਲਾ ਹੀ ਜ਼ੋਰ ਲਾਉਂਦਾ, ਉੱਪਰ ਬੈਠਾ ਜਰਾ ਗੱਤੀਆਂ ਕਢਾ ਦੂ ਉਹਦੀਆਂ ਕਿ ਸ਼ਾਇਦ ਨਿਕਲ ਜਾਵੇ, ਨਹੀਂ ਨਿਕਲਦਾ। ਫਿਰ ਇੱਧਰੋਂ ਉੱਧਰੋਂ 2-4 ਛਾਪੇ ਤੋੜ ਕੇ ਰੱਖੂਗਾ ਟਾਇਰ ਦੇ ਥੱਲੇ ਕਿ ਟਾਇਰ ਸ਼ਾਇਦ ਇੱਕ ਵਾਰੀ ਘੁੰਮ ਜਾਏ। ਜਦੋਂ ਫਿਰ ਵੀ ਨਹੀਂ ਗੱਲ ਬਣਦੀ, ਫਿਰ ਉਹਨੇ ਪਿੱਛੋਂ ਹੌਲੀ ਹੌਲੀ ਕਰਕੇ ਲੱਤਾਂ ਮਾਰ ਕੇ ਟਿੱਲਰ ਲਾਉਣੇ ਆ, ਆਲੇ ਦੁਆਲੇ ਦੇਖਣਾ ਕਿ ਭਾਈ ਇੱਕ ਅੱਧਾ ਕੋਈ ਟਰੈਕਟਰ ਵਾਲਾ ਆ ਜਾਏ ਤਾਂ ਗੱਲ ਫੇਰ ਬਣਦੀ ਆ। ਉਹ ਜਦੋਂ ਇੱਕ ਟਰੈਕਟਰ ਵਾਲਾ ਆਉਂਦਾ ਫਿਰ ਉਹ ਵੀ ਫਸ ਜਾਂਦਾ, ਫਿਰ ਦੂਜੇ ਨੂੰ ਬਾਜ਼ ਮਾਰਦੇ, ਹੌਲੀ ਹੌਲੀ ਸਾਰਾ ਪਿੰਡ ਇਕੱਠਾ ਹੋ ਜਾਂਦਾ। ਇਹ WHO ਵਾਲੇ ਵੀ ਪਹਿਲਾਂ ਤਾਂ ਹੋ ਗਿਆ ਲੇਟ। ਅਮਰੀਕਾ ਵਾਲਿਆਂ ਨੇ ਦਬਕਾ ਮਾਰਿਆ ਕਿ ਤੁਸੀਂ ਚੀਨ ਦਾ ਪੱਖ ਲੈਂਦੇ ਆ, ਫਿਰ ਮਾਸਕ ਦੀ ਗੱਲ ਕਰਨ ਲੱਗ ਪਏ। ਅਸਲ ਦੇ ਵਿੱਚ ਅਜੇ ਤੱਕ ਸਮਝ ਹੀ ਨਹੀਂ ਆਈ ਕਿ ਇਹ ਵਾਇਰਸ ਤੁਰਿਆ ਕਿੱਥੋਂ ਆ। ਹੁਣ ਕਹੀਏ ਕਿ ਡਰੀ ਵੀ ਜਾਂਦੇ ਆ ਕਿ ਜੇ ਅਸੀਂ ਇੱਕ ਪਾਸੇ ਦੀ ਬਹੁਤੀ ਗੱਲ ਕੀਤੀ ਤਾਂ ਦੂਜਿਆਂ ਨੇ ਫੰਡ ਪਹਿਲੇ ਬੰਦ ਕਰਤੇ, ਨਾਤਾ ਤੋੜ ਲਿਆ, ਇਦਾਂ ਦੇ ਤਲਾਕ ਕਿਤੇ 2-4 ਹੋਰ ਨਾ ਹੋ ਜਾਣ। ਸਿਆਣੇ ਨਹੀਂ ਬਣੇ ਜਿੰਨੀ ਸਿਆਣਪ ਦੀ WHO ਤੋਂ ਲੋੜ ਸੀ। ਅੱਜ ਦੁਨੀਆ ਜਿਹੜੀ ਆ ਨਾ, ਖਾਸ ਤੌਰ ਤੇ ਸੰਧਾਲੀਆ ਸਾਹਿਬ, ਪਿੰਡ ਦੇ ਵਿੱਚ 2 ਸਰਪੰਚ ਹੀ ਲੜਦੇ ਹੋਣ ਤਾਂ ਮੇਰੇ ਵਰਗੇ ਜਿਹੜੇ ਮਾੜੇ ਘਰਾਂ ਦੇ ਹੁੰਦੇ ਆ ਐਵੇਂ ਪਿਸ ਜਾਂਦੇ ਆ, ਉਹ ਤੂੰ ਸਾਡੇ ਨਾਲ ਨਹੀਂ ਤੁਰਿਆ, ਦੂਜਾ ਕਹਿੰਦਾ ਹੁੰਦਾ ਸਾਡੇ ਨਾਲ ਨਹੀਂ ਤੁਰਿਆ। ਹੁਣ ਨਾ ਤਾਂ ਫਰਕ ਚੀਨ ਨੂੰ ਪੈਣਾ, ਨਾ ਅਮਰੀਕਾ ਨੂੰ ਪੈਣਾ, ਨਾ WHO ਦੇ ਅਧਿਕਾਰੀਆਂ ਨੂੰ ਪੈਣਾ। ਅਫਰੀਕਾ ਤੇ ਏਸ਼ੀਆ ਦੇ ਬਹੁਤ ਸਾਰੇ ਗਰੀਬ ਮੁਲਕ ਜਿਹੜੇ ਆ, ਉੱਥੋਂ ਦੇ ਗਰੀਬ ਵਸਿੰਦੇ ਆ, ਉਹ ਵਿੱਚੇ ਮਾਰੇ ਜਾਣੇ ਆ, ਬਾਕੀ ਕੋਈ ਫਰਕ ਨਹੀਂ ਪੈਣਾ ਕਿਸੇ ਨੂੰ। ਉਹਨੇ ਸਾਨੂੰ ਤੇ ਦੋਹਰੀ ਤੇਰੀ ਮਾਰ ਪੈਣ ਡਈ ਆ ਨਾ। ਅੱਜ ਤੇ ਮੈਂ ਖਬਰ ਜੀ ਪੜ੍ਹ ਕੇ ਤੇ ਥੋੜਾ ਜਿਹਾ ਹੋਰ ਹੈਰਾਨ ਹੋ ਗਿਆ। ਉਹ ਕਹਿੰਦੇ ਵੀ ਭਾਈ ਸਾਹਿਬ ਕੱਲਾ ਮੂੰਹ ਤੇ ਨੱਕ ਰਾਹੀਂ ਕਰੋਨਾ ਵਾਇਰਸ ਦਾ ਖਤਰਾ ਨਹੀਂ ਹੈਗਾ, ਅੱਖਾਂ ਦੇ ਛਿੱਟਿਆਂ ਦਾ ਤਾਂ ਸੀਗਾ ਹੀ ਵੀ ਤੁਸੀਂ ਅੱਖਾਂ ਤੇ ਕੋਈ ਐਨਕ ਲਾ ਕੇ ਰੱਖੋ। ਹੁਣ ਕਹਿੰਦੇ ਕੰਨ ਰਾਹੀਂ ਵੀ ਕਰੋਨਾ ਵਾਇਰਸ ਦੀ ਇਨਫੈਕਸ਼ਨ ਹੋ ਸਕਦੀ ਹੈ। ਹੁਣ ਕੀ ਕਰੇ ਬੰਦਾ? ਕੰਨ 'ਚ ਰੂੰ ਫਸਾ ਕੇ ਤੁਰਿਆ ਫਿਰੇ? ਬਦਸ ਮੈਨੂੰ ਤਾਂ ਇਹ ਵੀ ਲੱਗਦਾ ਸੰਧਾਲੀਆ ਸਾਹਿਬ ਹੋਰ 5-7 ਮਹੀਨੇ ਆ, ਜੇ ਕੰਮ ਨਾ ਰੁਕਿਆ ਤੇ ਇਹਨਾਂ ਨੇ ਕਹਿਣਾ ਆਪਣਾ ਆਪ ਸਵੇਰੇ ਘਰੋਂ ਲੈਮੀਨੇਸ਼ਨ ਕਰਾ ਕੇ ਨਿਕਲੋ, ਰੋਟੀ ਰਾਟੀ ਖਾ ਕੇ, ਸ਼ਾਮ ਨੂੰ ਜਦੋਂ ਘਰ ਨੂੰ ਵਾਪਸ ਜਾਣਾ ਤੇ ਉਦੋਂ ਲੈਮੀਨੇਸ਼ਨ ਲਾਉਣਾ, ਵਿੱਚ ਬਿਲਕੁਲ ਲੈਮੀਨੇਸ਼ਨ ਨਹੀਂ ਲਾਉਣਾ। ਇਦਾਂ ਦਾ ਕੰਮ ਆ ਹੀ ਜਾਣਾ, ਕਿਉਂਕਿ ਰੋਜ਼ ਕੋਈ ਨਾ ਕੋਈ ਨਵੀਂ ਗੱਲ। ਪਹਿਲਾਂ ਤਾਂ ਇਹ ਵੀ ਰੌਲਾ ਪੈ ਗਿਆ ਸੀ ਕਿ ਭਾਈ ਹਵਾ ਦੇ ਵਿੱਚ ਫੈਲਦਾ, ਮੂਹਰਿਓਂ ਬਿਆਨ ਆ ਗਿਆ WHO ਦਾ ਬਿਲਕੁਲ ਨਹੀਂ ਫੈਲਦਾ, ਫਿਰ ਆ ਗਿਆ ਕਿ 6-6 ਫੁੱਟ ਤੱਕ ਫੈਲ ਸਕਦਾ। ਕੰਮ ਸੱਚੀ ਔਖਾ ਹੋਈ ਜਾਂਦਾ। ਮੈਂ ਤਾਂ ਇੱਕ ਗੱਲੋਂ ਹੈਰਾਨ ਆ, ਦੇਖੋ ਬੱਲੇ ਬੱਲੇ ਕਿੰਨੀ ਕਰਾਈ ਆ। ਵੈਸੇ
ਪੰਜਾਬੀਆਂ ਦੀ ਬੱਲੇ ਬੱਲੇ ਪੂਰੀ ਹੋਈ ਹੈ। ਦੁਨੀਆ ਦਾ ਕਿਹੜਾ ਮੁਲਕ ਹੈ ਸੰਧਾਲੀਆ ਸਾਹਿਬ, ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ, ਆਸਟ੍ਰੇਲੀਆ ਤੋਂ ਲੈ ਕੇ ਨਿਊਜ਼ੀਲੈਂਡ ਤੱਕ, ਯੂਰਪ ਦੇ ਮੁਲਕ ਨੇ ਜਿੱਥੇ ਪੰਜਾਬੀ ਸਿੱਖ ਭਾਈਚਾਰੇ ਨੇ ਲੰਗਰ ਲਾਏ, ਲੋਕਾਂ ਦੇ ਗੋਰਿਆਂ ਦੇ ਘਰਾਂ ਤੱਕ ਰੋਟੀਆਂ ਪਹੁੰਚਾਈਆਂ ਕਿ ਭਾਈ ਕੋਈ ਗੱਲ ਨਹੀਂ, ਬਜ਼ੁਰਗੋਂ ਕਿਹੜੀ ਗੱਲ ਹੈ। ਪਰ ਇੱਕ ਪਾਸੇ ਤਾਂ ਉੱਥੇ ਮਾਣ ਬੜਾ ਵਧਿਆ ਕਿ ਭਾਈ ਇਹ ਭਾਈਚਾਰਾ ਕੰਮ ਆਉਂਦਾ ਹੈ। ਆ ਦੂਜੇ ਪਾਸੇ ਖਬਰ ਤੁਸੀਂ ਤੇ ਪੰਨੂ ਸਾਹਿਬ ਨੇ ਡਿਸਕਸ ਕੀਤੀ ਸੀ ਨਾ ਕਿ ਬੰਦਾ ਡਿਪੋਰਟ ਹੋਣ ਲੱਗਿਆ। ਪਹਿਲਾ ਕੇਸ ਹੈ, ਜੇ ਇਸ ਬੰਦੇ ਨੂੰ ਕੈਨੇਡਾ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਾਂ ਜੇ ਇਸ ਬੰਦੇ ਨੂੰ ਕਰੋਨਾ ਵਾਇਰਸ ਦੇ ਕਰਕੇ ਸਜ਼ਾ ਸੁਣਾਈ ਗਈ ਹੈ ਤੇ ਆਪਣੇ ਭਾਈਚਾਰੇ ਦਾ ਕਿ ਭਾਈ ਤੂੰ ਨਿਯਮਾਂ ਦੀ ਉਲੰਘਣਾ ਕੀਤੀ ਹੈ, ਇੱਦਾਂ ਦੇ ਬੰਦਿਆਂ ਤੋਂ ਬਚਾ ਕੇ ਰੱਖੀਏ ਤਾਂ ਕੰਮ ਤਾਂ ਬਣਦਾ। ਉਹ ਗੱਲ ਪਤਾ ਕੀ ਹੈ ਬਾਠ ਸਾਹਿਬ, ਉਹ ਕਿਸੇ ਵੇਲੇ ਹੋ ਜਾਂਦਾ ਵਾਧਾ ਘਾਟਾ ਯਾਰ, ਉਧਰ ਗੋਰੇ ਨੂੰ ਥੋੜਾ ਸਮਝਾਇਆ ਕਰੋ। ਉਹ ਵੀ ਬਹੁਤੇ ਮੈਂ ਨਾ ਵੀ ਸਖਤ ਹੋ ਜਾਂਦੇ, ਨਹੀਂ ਵੀ ਸਾਡਾ ਨਿਯਮ ਇਦਾਂ ਹੀ ਕਹਿੰਦਾ। ਉਹ ਇੰਨੇ ਨਿਯਮਾਂ 'ਚ ਰਹਿ ਕੇ ਨਹੀਂ ਗੱਡੀ ਚੱਲਦੀ ਹੁੰਦੀ ਯਾਰ, ਥੋੜਾ ਬਹੁਤ ਬੰਦੇ ਨੂੰ ਲਚਕੀਲਾਪਨ ਚਾਹੀਦਾ। ਹੁਣ ਸਾਡੇ ਵੱਲ ਵੇਖ ਲਓ, ਇਹ ਸਾਡੇ ਵਾਲਾ ਕੰਮ ਪਹਿਲਾਂ ਸੀਗਾ ਵੀ ਉਹ ਕਹਿੰਦੇ ਵੀ ਮਾਸਕ ਕਿਸੇ ਨੇ ਪਾਉਣਾ ਨਹੀਂ, ਫਿਰ ਕਹਿੰਦੇ ਨਹੀਂ 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 ਮਾਸਕ ਜ਼ਰੂਰ ਪਾਉਣਾ। ਹੁਣ ਤਾਂ ਇਹ ਵੀ ਹੋ ਗਿਆ ਵੀ ਕੈਪਟਨ ਸਾਹਿਬ ਦੀਆਂ ਤਾਂ ਵੱਡੇ ਵੱਡੇ ਹੋਰਡਿੰਗਸ ਤੇ ਫੋਟੋਆਂ ਲੱਗੀਆਂ ਨੇ, ਕੈਪਟਨ ਸਾਹਿਬ ਦੇ ਮੂੰਹ ਤੇ ਮਾਸਕ ਪਾਇਆ ਹੋਇਆ। ਮੈਂ ਕਈ ਨਾ ਸੋਚਦਾ ਵੀ ਯਾਰ ਕੈਪਟਨ ਸਾਹਿਬ ਆਪ ਵੀ ਕਹਿਣਗੇ ਵੀ ਯਾਰ ਜਦੋਂ ਮੇਰਾ ਮੂੰਹ ਹੀ ਨਹੀਂ ਨਜ਼ਰ ਆਉਣਾ ਫਿਰ ਮੇਰੀ ਫੋਟੋ ਕਿਉਂ ਲਾਈ ਹੈ। ਹੁਣ ਤੁਹਾਡੇ ਕਿਤੇ ਇੱਧਰ ਕਿਸੇ ਵੱਡੇ ਲੀਡਰ ਨੇ ਇਦਾਂ ਕੀਤਾ? ਨਹੀਂ, ਫੋਟੋ ਵਾਲਾ ਪਾ ਕੇ ਲੋਕਾਂ ਨੂੰ ਸਮਝਾਇਆ ਹੋਵੇ ਵੀ ਵੀਰੇ ਇਦਾਂ ਪਾ ਕੇ ਰੱਖੋ। ਫੋਟੋ ਵਾਲਾ ਕਲਚਰ ਅਸਲ 'ਚ ਇੱਥੇ ਹੈਗਾ ਹੀ ਥੋੜ੍ਹਾ। ਇੱਥੇ ਤਾਂ ਮਸਲਾ ਇੰਨਾ ਕੀ ਹੈ ਕਿ ਭਾਈ ਰੋਜ਼ ਹੀ ਉਹ ਪ੍ਰੈਸ ਕਾਨਫਰੰਸ ਕਰ ਦਿੰਦੇ ਆ, ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦੇ ਦਿੰਦੇ ਆ। ਜਦੋਂ ਨਾ ਟਰੂਡੋ ਸਾਹਿਬ ਇੱਥੇ ਬਾਹਰ ਨਿਕਲਦੇ ਆ, ਆਣ ਕੇ ਆਪਣੀ ਗੱਲ ਰੱਖਦੇ ਆ, ਫਿਰ ਕਹਿੰਦੇ ਦੱਸੋ ਭਾਈ ਕੀ ਪੁੱਛਣਾ। ਤਾਂ ਮੈਨੂੰ ਚੇਤਾ ਆਉਂਦਾ ਹੁੰਦਾ ਕਿ ਆਪਾਂ ਗੱਲਾਂ ਕਰਦੇ ਹੁੰਦੇ ਸੀ, ਯਾਰ ਇੰਨੇ ਸਾਲ ਹੋ ਗਏ ਪ੍ਰਧਾਨ ਮੰਤਰੀ ਸਾਹਿਬ ਨੇ ਸਵਾਲ ਦਾ ਜਵਾਬ ਹੀ ਨਹੀਂ ਦਿੱਤਾ, ਯਾਰ ਇੰਨੇ ਸਾਲ ਹੋ ਗਏ ਪ੍ਰੈਸ ਕਾਨਫਰੰਸ ਕੋਈ ਕੀਤੀ ਨਹੀਂ। ਵੈਸੇ ਕੰਮ ਹੀ ਵਧੀਆ ਕਰਦੇ ਆ, ਦੇਖੋ ਘੰਟੀਆਂ ਵਜਵਾਤੀਆਂ, ਤਾੜੀਆਂ ਮਰਵਾਤੀਆਂ, ਉਹਦੇ ਤੋਂ ਬਾਅਦ ਸਾਰਾ ਕੁਝ ਕਰ ਦਿੱਤਾ। ਹੁਣ ਇੱਥੇ ਤਾਂ ਇਕੱਲੇ ਪੈਸੇ ਦਿੱਤੇ ਆ, ਨਾ ਇਹਨਾਂ ਨੇ ਤਾੜੀਆਂ ਵਜਵਾਈਆਂ ਨਾ ਘੰਟੀਆਂ ਵਜਵਾਈਆਂ, ਤਾਂ ਫਿਰ ਮਾਸਕ ਪਾ ਕੇ ਫੋਟੋ ਖਿਚਾਉਣ ਦਾ ਹੱਕ ਵੀ ਹੈ ਨਹੀਂ ਇਹਨਾਂ ਨੂੰ। ਉਹ ਨਹੀਂ ਯਾਰ, ਆਹ ਵਾਰ-ਵਾਰ ਯਾਦ ਨਾ ਕਰਾਓ। ਜਦੋਂ ਅਸੀਂ ਸੁਣਦੇ ਆ ਨਾ ਵੀ ਲੱਖ ਰੁਪਈਆ ਕੈਨੇਡਾ ਦੀ ਸਰਕਾਰ ਮਹੀਨੇ ਦਾ ਦਿੰਦੀ ਆ ਘਰ ਬੈਠਿਆਂ ਨੂੰ, ਇੱਧਰ ਲੂਣੀਆਂ ਲੈਂਦੇ ਫਿਰਦੇ ਆ ਬੰਦੇ। ਅਸੀਂ ਤਾਂ 3-4 ਥਾਵਾਂ ਤੋਂ ਜਾ ਕੇ ਪੁੱਛ ਵੀ ਆਏ ਵੀ ਯਾਰ ਕੋਈ ਟਰੈਕਟਰ ਨੂੰ ਟਾਇਰ ਟੂਰ ਲਾ ਦਿਓ ਇੱਦਾਂ ਦੇ, ਜਿਹੜਾ ਇੱਕ ਨਾਲ ਲੰਘ ਕੇ ਸਮੁੰਦਰ ਵੇਚਦੀ ਜਾ ਵੜੇ ਕੈਨੇਡੇ। ਪਰ ਚਲੋ ਕਰਦੇ ਆ ਪ੍ਰਬੰਧ। ਸਾਡੇ ਤਾਂ ਇੱਧਰ ਇਹ ਨਹੀਂ ਸਮਝ ਆਉਂਦੀ ਵੀ ਅਜੇ ਤੱਕ ਜਿਹੜਾ ਵਿਆਹ ਵਾ ਜਾਂ ਸਮਾਗਮ ਆ ਜਾਂ ਹੋਰ ਕੋਈ ਜਿੱਥੇ ਬੰਦੇ ਇਕੱਠੇ ਹੋਣੇ ਆ, ਉਹ 30 ਚਾਹੀਦੇ ਆ ਤੇ ਬੱਸ 'ਚ ਕਹਿੰਦੇ 50 ਸਵਾਰੀਆਂ ਹੋ ਸਕਦੀਆਂ। ਸਾਨੂੰ ਤਾਂ ਉਹ 20 ਬੰਦਿਆਂ ਦੇ ਹਿਸਾਬ ਕਿਤਾਬ ਲੱਗਣ ਡਿਆ ਅਜੇ ਤੱਕ। ਦੇਖੋ ਕੰਮ ਨਾ ਇੱਕ ਵਾਰੀ ਸਾਡੇ ਲੀਡਰਾਂ ਦੀ ਹਾਲਤ ਸੰਧਾਲੀਆ ਸਾਹਿਬ, ਉਹ ਇੱਕ ਬੀਬੀ ਵਰਗੀ ਆ। ਮੈਂ ਸੁਣਾਉਣਾ ਇੱਕ ਵਾਰੀ, ਇੱਕ ਬੀਬੀ ਨਾ ਤੁਹਾਡੇ ਵਾਂਗੂ ਚੰਗੀ ਸਿਹਤਯਾਬ ਜਾਣੀ ਖਾਂਦੇ ਪੀਂਦੇ ਪਰਿਵਾਰ ਚੋਂ ਤਕੜੇ ਘਰੋਂ, ਬੀਬੀ ਦੀ ਧਾਰਨ ਆ ਤੇ ਗਾਂ ਸਿਹਤ ਦੀ ਧਾਰਨ ਮੇਰੀ। ਉਹ ਨਹੀਂ, ਮੈਂ ਕਿਹਾ ਸਮਝ ਆ ਜਾਣਾ ਚੰਗੇ ਤਰੀਕੇ। ਹੁਣ ਜਦੋਂ ਮੈਂ ਭਰਾ ਨੂੰ ਦੇਖਦਾ ਕਿ ਬਾਲ ਛੋਟੇ ਛੋਟੇ ਕੱਟੇ ਆ, ਐਨ ਤਰ ਕੀਤੇ ਆ, ਗਿੱਚੀ ਤੱਕ ਐਨ ਤੇਲ ਸਰੋਂ ਦਾ ਲਾ ਕੇ ਚੋਪੜਿਆ, ਮਾਲਸ਼ ਕੀਤੀ ਹੋਈ ਹੈ, ਬੰਦਾ ਚੰਗਾ ਐਨ ਭਲਵਾਨੀ ਲੱਗਦਾ ਮੈਨੂੰ। ਸਮਝਾ ਲਓ ਚਲੋ, ਤੁਹਾਨੂੰ ਆਉਂਦੀਆਂ ਗੱਲਾਂ। ਜਿਹਨੂੰ $2000 ਮਿਲਦਾ ਹੋਵੇ ਨਾ ਮਹੀਨੇ ਦਾ, ਉਹਨੂੰ ਗੱਲਾਂ ਹੀ ਆਉਣੀਆਂ। ਉਹ ਪਾਉ ਮੈਨੂੰ ਨਹੀਂ ਮਿਲਦਾ। ਮੈਂ ਹੁਣ 2032 ਦਾ ਬਿੱਲ ਆ ਜਾਵੇ ਨਾ ਜੀ, ਗੱਲ ਸੁਣੋ, ਇੱਥੇ 2032 ਦਾ ਬਿੱਲ ਆ ਜਾਵੇ ਤੇ ਜਾ ਕੇ ਉੱਥੇ ਜਾ ਕੇ ਪੁੱਛੀਦਾ ਵੀ ਭਾਜੀ ਬਲਬ ਤੇ ਇੱਕ ਜਗਦਾ, ਉਹ ਵੀ ਕਦੀ ਜਗਦਾ ਕਦੀ ਨਹੀਂ ਜਗਦਾ, ਇਹ ਕਾਹਦਾ? ਉਹ ਕਹਿੰਦੇ ਬਸ ਹੁਣੇ ਆ ਗਿਆ, ਤਾਰਨਾ ਤਾਰ ਦੋ, ਨਹੀਂ ਤੇ ਮੀਟਰ ਲਾ ਕੇ ਲੈ ਜਾਗੇ। ਸਾਡੀ ਗੱਲ ਹੋ ਰਿਹਾ, ਤੁਸੀਂ ਉਹ ਬੀਬੀ ਦੀ ਗੱਲ ਸੁਣਾਓ ਸਾਨੂੰ। ਉਹ ਮੈਂ ਤਾਂ ਭਾਊ ਜਿਹੜੀ ਗੁੜ ਵਾਲੀ ਚਾਹ ਇੱਥੇ ਪੀਂਦਾ ਹੁੰਦਾ ਸੀ ਪ੍ਰੋਗਰਾਮ ਕਰਕੇ, ਮੈਂ ਤਾਂ ਉਹਦੇ ਤੋਂ ਵੀ ਗਿਆ, ਕਿਉਂਕਿ ਉਸ ਸ਼੍ਰੇਣੀ 'ਚ ਮੈਂ ਨਹੀਂ ਆਉਂਦਾ ਜਿੱਥੇ $2000 ਮਿਲਦੇ ਸੀ। ਮੈਂ ਬੀਬੀ ਦੀ ਗੱਲ ਹੁਣ ਅੱਗੇ ਸੁਣਾ ਦਿੰਦਾ। ਹੁਣ ਇੱਕ ਬੀਬੀ ਆਈ, ਉਹ ਪੰਜਾਬ ਦੇ ਲੀਡਰਾਂ ਵਾਂਗੂ ਚੰਗੀ ਜਾਣੀ ਬੀਬੀ ਸਿਹਤਯਾਬ, ਤੇ ਉਹ ਪਿੰਡ ਦੇ ਸਰਪੰਚ ਦੇ ਕੋਲੇ ਗਈ ਕਿ ਸਰਪੰਚ ਸਾਹਿਬ ਮੁੰਡੇ ਨੇ ਤਾਂ ਬਹੁਤਾ ਤੰਗ ਕੀਤਾ, ਰੋਜ਼ ਕੋਈ ਨਾ ਕੋਈ ਉਲਾਂਭਾ ਲੈ ਕੇ ਆ ਜਾਂਦਾ। ਉਹ ਬੀਬੀ, ਮੈਂ ਫੇਰ ਦੱਸਾਂ ਕਿ ਤੁਹਾਡੇ ਵਾਂਗੂ ਚੰਗੀ ਸਿਹਤਯਾਬ, ਤੇ ਕੁਰਸੀ 'ਚ ਮਸਾਂ ਬੈਠੀ, ਮਸਾਂ ਫਸੀ ਕੁਰਸੀ 'ਚ, ਤੇ ਨਾਲ ਹੀ ਸਾਰੀਆਂ ਗੱਲਾਂ ਕਰਦੀ ਕਹਿੰਦੀ ਮੁੰਡੇ ਨੇ ਤਾਂ ਬਹੁਤਾ ਤੰਗ ਕੀਤਾ, ਰੋਜ਼ ਉਲਾਂਭੇ ਆਉਂਦੇ ਆ, ਕਿੱਥੇ ਕਿੱਥੇ ਇਹਦੇ ਮਗਰ। ਇਹ ਸਰਪੰਚ ਸਾਹਿਬ ਮੈਂ ਤਾਂ ਅੰਦਰੋਂ ਅੰਦਰ ਹੀ ਸੁੱਕੀ ਜਾਨੀ ਆ। ਹੁਣ ਸਰਪੰਚ ਸਾਹਿਬ ਦੇਖਣ ਕਿ ਬੀਬੀ ਕੁਰਸੀ ਦਾ ਮਸੀਂ ਫਸੀ ਆ, ਅੰਦਰੋਂ ਅੰਦਰ ਸੁੱਕੀ ਕਿੱਦਾਂ ਜਾਂਦੀ ਹੈ। ਇਹ ਸਾਡੇ ਲੀਡਰਾਂ ਦੇ ਵੀ ਇਹੀ ਹਾਲ ਹੈ, ਭਾਰਤ ਵਾਲਿਆਂ ਦੇ, ਪੰਜਾਬ ਵਾਲਿਆਂ ਦੇ। ਕਹਿਣਗੇ ਕਿ ਚਿੰਤਾ ਬੜੀ ਹੈ, ਪੰਜਾਬ ਦੇ ਗਰੀਬ ਲੋਕਾਂ ਦੀ ਚਿੰਤਾ ਬੜੀ ਹੈ, ਪੰਜਾਬ ਦੀ ਸਿੱਖਿਆ ਦੀ ਚਿੰਤਾ ਬੜੀ ਹੈ, ਤੇ ਹਰ ਸਾਲ ਅਰਧ ਵਿਆਸ ਥੋੜ੍ਹਾ ਜਿਹਾ ਹੋਰ ਉੱਪਰ ਨੂੰ ਜਾਈ ਜਾਂਦਾ। ਦੇਖੋ ਬਾਠ ਸਾਹਿਬ ਐਂ ਹੀ ਆ। ਫਿਰ ਹੁਣ ਸਾਡੀ ਰੀਸ ਕਿਸੇ ਨੇ ਕੀ ਕਰ ਲੈਣੀ ਆ। ਮੈਂ ਤੇ ਤੁਹਾਨੂੰ ਇੱਕ ਗੱਲ ਹੋਰ ਜਿਹੜੀ ਸੁਣਾਉਣ ਲੱਗਿਆ ਸੀਗਾ ਵੀ ਅਸੀਂ ਚੇਂਜਿਸ ਦੇਖੋ ਕਿੱਦਾਂ ਲਿਆਉਂਦੇ ਆ। ਬਸ ਸਾਨੂੰ ਨਾ ਥੋੜ੍ਹਾ ਜਿਹਾ ਲੋਕ ਚੇਤੇ ਕਰਾ ਦੇਣ। ਹੁਣ ਅੱਜ ਮੈਂ ਪੜ੍ਹ ਰਿਹਾ ਸੀ ਕਿ ਮਹਾਰਾਸ਼ਟਰ ਦੇ ਵਿੱਚ ਨਾ ਇੱਕ ਪਿੰਡ ਹੈ ਤੇ ਉੱਥੇ ਨਵੀਂ ਸੜਕ ਬਣਨੀ, ਨਵਾਂ ਹਾਈਵੇ ਬਣ ਰਿਹਾ, ਤੇ ਉਸ ਹਾਈਵੇ ਦੇ ਉੱਪਰ ਇੱਕ ਪੁਰਾਣਾ, ਕਹਿੰਦੇ 400 ਸਾਲ ਪੁਰਾਣਾ ਨਾ ਬੋਹੜ ਦਾ ਰੁੱਖ ਹੈ ਕੋਈ ਜੀ, ਤੇ ਉਹਦਾ ਕਰਕੇ ਲੋਕਾਂ ਨੇ ਉੱਥੇ ਪ੍ਰਦਰਸ਼ਨ ਕਰਤਾ ਵੀ ਕਹਿੰਦੇ ਯਾਰ ਤੁਸੀਂ ਸੜਕ ਬਣਾਉਣ ਦਾ ਕਰਕੇ ਬਾਕੀ ਰੁੱਖ ਤਾਂ ਵੱਢਤੇ, ਆ ਹੁਣ 400 ਸਾਲ ਪੁਰਾਣਾ ਰੁੱਖ ਹੈ ਤੇ ਇਹ ਵੀ ਵੱਢ ਦਿਓਗੇ।
ਉਹ ਕਹਿੰਦੇ ਮੰਤਰੀ ਸਾਹਿਬ ਤੱਕ ਗੱਲ ਗਈ, ਫਿਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਸਾਹਿਬ ਤੱਕ, ਜਿਹੜੇ ਕਿ ਆਵਾਜਾਈ ਮੰਤਰੀ ਆ, ਉਹਨਾਂ ਤੱਕ ਗੱਲ ਗਈ ਤੇ ਉਹਨਾਂ ਨੇ ਫਿਰ ਉੱਪਰੋਂ ਕਿਹਾ ਕਿ ਠੀਕ ਹੈ ਯਾਰ, ਇਹਨੂੰ ਥੋੜ੍ਹਾ ਜਿਹਾ ਰਸਤਾ ਤਬਦੀਲ ਕਰ ਲਓ। ਹੁਣ ਤੁਸੀਂ ਕਹਿਣਾ ਵੀ ਦੇਖੋ ਕਿੱਡੀ ਵੱਡੀ ਗੱਲ ਹੋ ਗਈ ਤੇ ਵੀ ਮੰਤਰੀ ਸਾਹਿਬ ਨੇ ਰਸਤਾ ਚੇਂਜ ਕਰਾਤਾ। ਮੇਰਾ ਸਵਾਲ ਇਹ ਹੈ ਕਿ ਜਿਹੜੇ ਸਭ ਤੋਂ ਪਹਿਲੇ ਬੰਦੇ ਜਿਹੜਾ 3 ਲੱਤਾਂ ਵਾਲੀ ਦੂਰਬੀਨ ਜੀ ਲੈ ਕੇ ਖੱਟੀ ਟੋਪੀ ਪਾ ਕੇ ਸਰਵੇ ਕਰਦੇ ਹੁੰਦੇ ਆ ਵੀ ਸੜਕ ਕਿੱਧਰ ਦੀ ਲੰਘਣੀ ਹੈ, ਉਹਨਾਂ ਦੇ ਦਿਮਾਗ 'ਚ ਨਹੀਂ ਗੱਲ ਆਈ ਹੋਊਗੀ ਵੀ ਯਾਰ ਇਸ ਚੀਜ਼ ਤੋਂ ਥੋੜ੍ਹਾ ਬਚਾ ਕੇ ਆਪਾਂ ਪਹਿਲਾਂ ਹੀ ਹਵਾ ਘਪਾਰਾ ਇਹਨੂੰ ਕਰ ਲਈਏ। ਦੇਖੋ ਗੱਲ ਇਹ ਹੈ ਕਿ ਆਪਾਂ ਜਦੋਂ ਸੰਧਾਲੀਆ ਸਾਹਿਬ ਘਰ ਵੀ ਬਣਾਈਦਾ ਨਾ ਤਾਂ ਉਦੋਂ ਇਹ ਦੇਖੀਦਾ ਕਿ ਨਹੀਂ ਭਾਈ ਐਨ ਪੱਥਰ ਲੱਗਾ ਹੋਵੇ, 2 ਕਾਰੀ ਪਾਈਪ ਨਾਲ ਫੁਸਕ ਫੁਸਕ ਪਾਣੀ ਜਿਹਾ ਸਿੱਟਾਂਗੇ ਤਾਂ ਸਾਰਾ ਸਾਫ਼ ਹੋਣਾ ਚਾਹੀਦਾ। ਜੇ ਘਰੇ ਦਰਖਤ ਲੱਗਾ ਰਹਿ ਜੂਗਾ ਤੇ ਐਵੇਂ ਪੱਤੇ ਪੁੱਤੇ ਖਿਲਣਗੇ, ਕੰਮ ਅਗਲੇ ਪਿੱਛੇ ਨੂੰ ਜਾਊ। ਅਸਲ ਦੇ ਵਿੱਚ ਸੰਧਾਲੀਆ ਸਾਹਿਬ ਦੇਖੋ, ਸੜਕ ਬਣਾਉਣ ਦਾ ਫਾਇਦਾ ਭਾਰਤ ਦੇ ਵਿੱਚ ਤਾਂ ਆ ਜੇ ਦਰਖਤ 500-700 ਵੱਢਿਆ ਜਾਊਗਾ, ਕਿਉਂਕਿ ਦਰਖਤ ਵੱਢਾਂਗੇ ਵਿਕੂਗਾ ਤਾਂ 4 ਪੈਸੇ ਸਰਕਾਰ ਦੇ ਕੋਲੇ ਜਾਣਗੇ, 4 ਪੈਸੇ ਕਿਸੇ ਦੀ ਨਿੱਜੀ ਜੇਬ ਦੇ ਵਿੱਚ ਜਾਣਗੇ, ਫਿਰ ਬਾਲਣ ਵੀ ਵੇਚਾਂਗੇ, ਉਹਦੇ ਤੋਂ ਬਾਅਦ ਹੋਰ ਨਿੱਕ ਸੁੱਕ ਕਈ ਤਰ੍ਹਾਂ ਦਾ ਵੇਚਾਂਗੇ, ਫਿਰ ਸੱਕ ਵੀ ਉਹਦੇ ਵੇਚਾਂਗੇ, ਫਿਰ ਦਰਖਤ ਜੇ 500 ਵੱਢਾਂਗੇ ਤਾਂ 100 ਦੱਸਾਂਗੇ, 400 ਉਦਾਂ ਹੀ ਵੇਚਾਂਗੇ। ਤਾਂ ਜੇ ਇਕੱਲੀ ਸੜਕ ਹੀ ਪਾਉਣੀ ਹੈ, ਜੇ ਇੰਨੀ ਨੇਕਨਾਮੀ ਦਾ ਹੀ ਕੰਮ ਕਰਨਾ, ਫਿਰ ਤਾਂ ਬਹੁਤਾ ਔਖਾ ਹੋ ਜੂ। ਤੁਸੀਂ ਦੇਖੋ ਤੁਹਾਡਾ ਜਿਹੜਾ ਇਸ ਵੇਲੇ ਘਰ-ਬਾਰ ਰਹਿਣ ਬਸੇਰਾ, ਮੈਨੂੰ ਪਤਾ ਹੈ ਕਿ ਤੁਸੀਂ ਜਲੰਧਰੋਂ ਹੁਸ਼ਿਆਰਪੁਰ ਨੂੰ ਬਹੁਤ ਜਾਂਦੇ ਹੋ, ਕਿਉਂਕਿ ਤੁਹਾਨੂੰ ਚੰਗਾ ਲੱਗਦਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਆਨੰਦ ਲੈਣਾ। ਕਿਸੇ ਵੇਲੇ ਸੰਧਾਲੀਆ ਸਾਹਿਬ ਸਾਰੀਆਂ ਹੁਸ਼ਿਆਰਪੁਰ ਦੀਆਂ ਸੜਕਾਂ ਦੇ ਆਲੇ ਦੁਆਲੇ ਇੰਨੇ ਦਰਖਤ ਹੁੰਦੇ ਸੀ ਕਿ ਉੱਪਰੋਂ ਦਰਖਤ ਇੱਕ ਦੂਜੇ ਨਾਲ ਜੁੜੇ ਹੁੰਦੇ ਸੀ। ਸੜਕਾਂ ਚੌੜੀਆਂ ਕਾਹਦੀਆਂ ਕੀਤੀਆਂ, ਚੀਕਾਂ ਕਢਾਤੀਆਂ ਵਾਤਾਵਰਣ ਵਾਲੀਆਂ। ਸਾਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਦਰਖਤ ਕੋਈ ਬਚਾਉਣਾ ਹੈ ਨਹੀਂ ਬਚਾਉਣਾ ਹੈ। ਸਾਨੂੰ ਤਾਂ ਇਹ ਹੈ ਕਿ ਭਾਈ ਸੜਕ ਜੇ ਚੌੜੀ ਕਰਨੀ ਹੈ, ਸੜਕ ਜੇ ਨਵੀਂ ਬਣਨੀ ਹੈ, ਤੇ ਜਿੰਨੇ ਵੱਧ ਦਰਖਤ ਉਹਦੇ ਦਾਇਰੇ 'ਚ ਆਉਂਦੇ ਆ, ਉਨੀਆਂ ਹੀ ਬਰਾਸ਼ਾਂ ਖਿੜ ਜਾਂਦੀਆਂ, ਉਨੇ ਹੀ ਖੀਸੇ ਜਿਹੜੇ ਉਹ ਭਰ ਜਾਂਦੇ ਆ। ਵੇਖੋ ਬਾਠ ਸਾਹਿਬ, ਇਹ ਤਾਂ ਹਾਲਾਤ ਨੇ, ਇਹ ਤੇ ਜਿਹੜੀ ਕਹਿ ਲਓ ਕਿ ਵਿਡੰਬਣਾ ਜਿੱਦਾਂ ਕਹਿੰਦੇ ਨਾ ਵੀ ਉਹ ਆ ਸਾਡੀ, ਇਹ ਤਾਂ ਹੁਣ ਆਈ ਚੱਲੂ। ਉਹ ਕਹਿੰਦਾ ਵੀਰ ਇਹ ਨਹੀਂ ਹੁਣ ਟਲਦਾ ਕੰਮ, ਕਿਉਂਕਿ ਕਾਰਨ ਇਹ ਵੀ ਜਿਹੜੀ ਚੀਜ਼ ਤੋਂ ਤਬਦੀਲੀ ਆਉਣੀ ਹੈ ਨਾ, ਉਹ ਤਬਦੀਲੀ ਵਾਲਾ ਜਿਹੜਾ ਕੰਮ ਹੈ, ਜਿਹਨੂੰ ਆਪਾਂ ਲੋਕਤੰਤਰ, ਵੋਟ ਤੰਤਰ ਜਾਂ ਜੋ ਵੀ ਤੰਤਰ ਕਹਿੰਦੇ ਆ, ਉਹਨੂੰ ਪੂਰਾ ਆਪਣੇ ਹਿਸਾਬ ਨਾਲ ਮੈਨੇਜ ਕਰ ਲਿਆ ਗਿਆ। ਉਹਨਾਂ ਨੂੰ ਪਤਾ ਵੀ ਭਾਈ ਸਾਹਿਬ 4.5 ਸਾਲ ਤੱਕ ਕੁਝ ਨਹੀਂ ਕਰਨ ਦੀ ਲੋੜ ਹੈਗੀ। ਲੋਕਾਂ ਦਾ ਵੀ ਹਾਜ਼ਮਾ ਪੂਰਾ ਹੋ ਗਿਆ ਵੀ ਜਿੱਡੀ ਮਰਜ਼ੀ ਵੱਡਾ ਲਾਰਾ ਲਾ ਦਿਓ, ਜਿੰਨਾ ਮਰਜ਼ੀ ਵੱਡੀ ਗੱਪ ਮਾਰ ਦਿਓ। ਜਿਵੇਂ ਮੈਂ ਸੋਚਦਾ ਵੀ ਹੁਣ ਜਿਵੇਂ 2022 ਵਾਲੀਆਂ ਇਲੈਕਸ਼ਨਾਂ ਆਉਣੀਆਂ, ਤਾਂ 2022 ਵਾਲੀਆਂ ਇਲੈਕਸ਼ਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਸਾਡੇ ਤਾਂ ਇੱਥੇ ਮੱਖੀਆਂ ਨਹੀਂ ਜੀਣ ਦਿੰਦੀਆਂ, ਭਾ ਹੁਣ ਤੁਸੀਂ ਤਾਂ ਯਾਰ ਕੈਨੇਡਾ ਬੈਠੇ ਹੋ, ਸੌਰੀ ਮੈਂ ਕੀ ਗੱਲ ਕਰਦਾ, ਆਹੋ 2022 ਦੇ ਵਿੱਚ ਜੇ ਕਿਸੇ ਨੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਪਾਤਾ ਨਾ ਵੀ ਹਾਂ ਭਾਈ ਸਾਹਿਬ ਆਪਾਂ ਇਕੱਲੇ ਤਾਂ ਕੈਨੇਡਾ ਦਾ ਵੀਜ਼ਾ ਲਵਾ ਕੇ ਦਿਆਂਗੇ, ਭਾਈ ਸਾਹਿਬ ਸਾਨੂੰ ਇੱਕ ਵਾਰ ਵੋਟਾਂ ਪਾ ਦਿਓ, ਤੇ ਕਿਸੇ ਨੇ ਇਹ ਥੋੜ੍ਹਾ ਪੁੱਛਣਾ ਵੀ ਤੁਸੀਂ ਪਿਛਲੇ ਵਾਅਦੇ ਕੀਤੇ ਸੀ ਉਹਨਾਂ ਦਾ ਕੀ ਬਣਿਆ। ਨਾ, ਕਹਿੰਦਾ ਵੋਟਾਂ ਆਪਾਂ ਉਹਨਾਂ ਨੂੰ ਪਾਉਣੇ ਜਿਹਨਾਂ ਸਾਡਾ ਕੈਨੇਡਾ ਦਾ ਵੀਜ਼ਾ ਲਵਾਉਣਾ। ਅਸੀਂ ਤਾਂ ਲਾਰਿਆਂ ਪਿੱਛੇ ਲੱਗਿਆ, ਹੁਣ ਤੁਸੀਂ ਭਾਲਦੇ ਵੀ ਸਾਈਂ ਸੋਚੀਏ ਗੱਲਾਂ। ਦੇਖੋ ਹੈਗਾ ਬੜਾ ਵੱਡਾ ਭੁਲੇਖਾ। ਤੁਹਾਨੂੰ ਸ਼ਾਇਦ ਚੇਤਾ ਹੋਵੇ ਜਦੋਂ 2017 ਦੀ ਵਿਧਾਨ ਸਭਾ ਚੋਣ ਹੋਈ ਹੈ, ਪੰਜਾਬ ਦੀ ਇੱਕ ਪਾਰਟੀ ਨੇ ਐਲਾਨ ਕੀਤਾ ਸੀ ਕਿ ਕੈਨੇਡਾ ਦੇ ਵਿੱਚ ਕਿਸਾਨਾਂ ਨੂੰ ਫਲਾਣੇ ਥਾਂ ਤੇ ਲਿਜਾ ਕੇ ਵਸਾਵਾਂਗੇ। ਸਾਡੀ ਜਿਹੜੀ ਪਾਰਟੀ ਹੈ ਜਾਂ ਸਾਡੀ ਪਾਰਟੀ ਦੀ ਸਰਕਾਰ ਹੈ, ਕੈਨੇਡਾ ਦੀ ਸਰਕਾਰ ਦੇ ਨਾਲ ਸਮਝੌਤਾ ਕਰਕੇ ਇੰਨੇ ਹਜ਼ਾਰ ਕਿਸਾਨਾਂ ਨੂੰ ਕੈਨੇਡਾ ਮੂਵ ਕਰਾਊ। ਲੋਕਾਂ ਕਿਤੇ ਵੋਟਾਂ ਪਾਤੀਆਂ, ਲੋਕਾਂ ਕਿਤੇ ਸਰਕਾਰ ਬਣਾਤੀ, ਪਾਰਟੀ ਦੇਖ ਲਓ ਕਿਸ ਥਾਂ ਖਿਸਕੀ ਹੈ। ਇਸ ਕਰਕੇ ਦੇਖੋ ਲੋਕ ਬਹੁਤ ਸਿਆਣੇ ਹੋ ਗਏ ਆ। ਸੰਧਾਲੀਆ ਸਾਹਿਬ ਤੁਸੀਂ ਨਾ ਐਵੇਂ ਨਾ ਕਰੀ ਜਾਓ, ਪੰਜਾਬ ਦੇ ਲੋਕਾਂ ਤੇ ਮਾਣ ਕਰਿਆ ਕਰੋ, ਇੰਨਾ ਵਧੀਆ ਕੰਮ ਕਰਦੇ। ਤੁਸੀਂ ਦੱਸੋ ਆਪਣੇ ਪਿੰਡ ਦੇ ਆਲੇ ਦੁਆਲੇ ਦੇਖ ਲਓ। ਸਾਨੂੰ ਪੂਰਾ ਬਾਠ ਸਾਹਿਬ ਮਾਣ ਪੂਰਾ ਯਾਰ, ਅਸੀਂ ਤਾਂ ਤੁਹਾਨੂੰ ਐਂ ਦੱਸਦੇ ਹਾਂ ਵੀ ਸਾਡੇ ਤੇ ਜਿੰਨਾ ਮਰਜ਼ੀ ਕੋਈ ਆ ਜਾਵੇ, ਸਾਨੂੰ ਤਾਂ ਕਿਸੇ ਨੇ $2000 ਵੀ ਨਹੀਂ ਦੇਣਾ ਮਹੀਨੇ ਦਾ, ਸਾਨੂੰ ਤਾਂ 500 ਦਾ ਲਾਰਾ ਲਾ ਲੈਂਦੇ ਨੇ, ਉਹ ਵੀ ਨਹੀਂ ਮਿਲਦਾ। ਸਾਡੇ ਦਾ ਕਰਜ਼ੇ ਮਾਫੀ ਦਾ ਲਾਰਾ ਉਹ ਵੀ ਨਹੀਂ ਮਿਲਦਾ। ਆਹ ਮੋਬਾਈਲ ਮਿਲਣੇ ਸੀ, ਸਮਾਰਟਫੋਨ ਕਹਿੰਦੇ ਹੁਣ ਕੈਨੇਡਾ ਦਾ ਕੰਮ ਹੀ ਆਪਾਂ ਬੰਦ ਕਰਤਾ, ਉਹ ਵੀ ਸੌਰੀ ਚੀਨ ਤੋਂ ਸਮਾਨ ਲਿਆਉਣਾ ਬੰਦ ਕਰਤਾ। ਹੁਣ ਜਦੋਂ ਚੀਨ ਦਾ ਮੋਬਾਈਲ ਲਿਆਉਣਾ ਤੁਹਾਨੂੰ ਨਹੀਂ ਮਿਲਣਾ। ਅਸੀਂ ਤਾਂ ਵਿਚਾਰੇ ਹੌਸਲਾ ਹੀ ਕਰੀ ਬੈਠੇ ਹਾਂ। ਸਾਨੂੰ ਨਾ ਤੁਸੀਂ ਪੁੱਛੋ, ਸਾਨੂੰ ਤਾਂ ਉਲਟਾ ਜਿਹੜਾ ਮੇਲੇ ਮੱਸਿਆ ਜਾਇਆ ਹੀ ਦਾ ਸੀ ਉਹ ਵੀ ਬੰਦ ਕਰਤਾ। ਮੈਂ ਨਾ ਚੰਗਾ ਸੀ ਕੋਈ ਯਾਰ ਮੱਸਿਆ ਬਹਾਨੇ ਹੋ ਜਾਣੇ, ਬੰਦਾ ਇੱਕ ਤੇ ਬਾਹਰ ਫਿਰ ਤੁਰ ਆਉਂਦਾ ਸੀ ਵੀ ਨਾਲੇ ਕੋਈ ਪਕੌੜੇ ਜਲੇਬੀਆਂ ਖਾ ਆਉਂਦਾ ਸੀ। ਅਸੀਂ ਤਾਂ ਉਹ ਵਿਚਾਰੇ ਉੱਤੋਂ ਵੀ ਗਏ, ਪਰ ਅਸੀਂ ਸੀ ਨਹੀਂ ਕੀਤੀ। ਅਸੀਂ ਵਿਚਾਰੇ ਫਿਰ ਵੀ ਸੀਸ ਦਈ ਜਾਂਦੇ ਵੀ ਕੋਈ ਗੱਲ ਨਹੀਂ ਯਾਰ, ਅਸੀਂ ਲੱਗੇ ਹਾਂ ਤੁਹਾਡੇ ਨਾਲ। ਨਹੀਂ ਤੁਸੀਂ ਡਟੇ ਹੋ ਆ। ਦੇਖੋ ਗਲਤੀ ਸਰਕਾਰਾਂ ਦੀ ਆ, ਬਿਲਕੁਲ ਗਲਤੀ ਸਰਕਾਰਾਂ ਦੀ ਆ। ਦੇਖੋ ਤੁਸੀਂ ਦੱਸੋ ਆਮ ਬੰਦੇ ਦੀ ਕੀ ਗਲਤੀ ਹੋ ਸਕਦੀ ਹੈ? ਤੁਸੀਂ ਮਾਣ ਕਰੋ ਯਾਰ, ਆਪਣੇ ਦੇਸ਼ ਤੇ ਮਾਣ ਕਰੋ, ਸੂਬੇ ਤੇ ਕਰੋ, ਪੰਜਾਬੀਆਂ ਤੇ ਕਰੋ। ਤੁਸੀਂ ਦੱਸੋ ਕੋਈ ਦਰਖਤ ਇਦਾਂ ਦਾ ਹੈਗਾ ਜਿਹਦੀਆਂ ਜੜ੍ਹਾਂ ਦੇ ਵਿੱਚ ਆਪਾਂ ਕਦੇ ਕਿਸੇ ਦਿਨ ਨੂੰ ਤੇ ਕਦੇ ਕਿਸੇ ਦਿਨ ਨੂੰ ਕਦੇ ਤੇਲ ਪਾਇਆ? ਤੁਸੀਂ ਦੱਸੋ, ਜੇ ਪਾਇਆ ਤਾਂ ਦੱਸੋ। ਅਸੀਂ ਪਾਈ ਦਾ ਨਹੀਂ ਅਸੀਂ ਤਾਂ ਪਾਉਣੇ ਆ ਬਾਠ ਸਾਹਿਬ। ਸਾਨੂੰ ਐਂ ਹੁੰਦਾ ਵੀ ਐਵੇਂ ਕਿਤੇ ਜਰਾ ਰੁੱਖ ਸੁੱਕਾ ਹੀ ਨਾ ਰਹਿ ਜੇ। ਹੁਣ ਜੇ ਆਪਣੇ ਸਿਰ 'ਚ ਲਾਉਣਾ ਤੇ ਰੁੱਖ ਦੀਆਂ ਜੜ੍ਹਾਂ 'ਚ ਵੀ ਤਾਂ ਦੇਣਾ ਚਾਹੀਦਾ। ਅਸੀਂ ਜੇ ਬੰਦਿਆਂ ਦੀਆਂ ਜੜ੍ਹਾਂ ਹੀ ਦੇਈ ਜਾਂਦੇ, ਰੁੱਖ ਕਿੱਡੀ ਗੱਲ ਯਾਰ। ਤੁਸੀਂ ਹੋਰ ਸੁਣੋ, ਤੁਸੀਂ ਦੱਸੋ ਕਦੇ ਕਿਸੇ ਦੁਕਾਨ ਤੋਂ ਕਿਸੇ ਮਠਿਆਈ ਦਾ, ਦੁੱਧ ਦਾ, ਕਿਸੇ ਹੋਰ ਚੀਜ਼ ਦਾ ਨਮੂਨਾ ਭਰਿਆ ਹੋਵੇ, ਕਦੇ ਫੇਲ ਹੋਇਆ? ਕਦੇ ਨਹੀਂ ਫੇਲ ਹੋਇਆ। ਨਾ ਜੀ ਨਾ, ਫੇਲ
ਫੇਲ ਹੋ ਨਹੀਂ ਸਕਦਾ। ਫੇਲ ਦੇਖੋ, ਫੇਲ ਤਾਂ ਹੋਊਗਾ ਬਾਟ ਸਾਹਿਬ ਜੇ ਉਹ ਚ ਦੁੱਧ ਹੋਊਗਾ। ਮੱਝ ਨੂੰ ਕੋਈ ਬਿਮਾਰੀ ਹੋਊਗੀ, ਮੱਝ ਦੇ ਕੋਲੋਂ ਦੁੱਧ ਆਇਆ ਹੋਊਗਾ। ਆਪ ਤਾਂ ਮੈਂ ਸਾਹਮਣੇ ਦਾ ਦੁੱਧ ਬਣਾਇਆ ਯਾਰ, ਤੇ ਉਹਦੇ ਚ ਮੈਨੂੰ ਪਤਾ ਵੀ ਮੈਂ ਨਾ ਮੱਛਰ ਮੱਖੀ ਲਾਗੇ ਆਉਣ ਦਿੱਤਾ, ਤੇ ਉਹਦੇ ਚੋਂ ਕੀ ਮੁਸ਼ਕਲ ਆ ਜੂਗੀ? ਦੱਸ। ਕਮਾਲ ਗੱਲ ਤੁਹਾਡੀ ਬਿਲਕੁਲ ਠੀਕ ਆ। ਮੈਨੂੰ ਤਾਂ ਐਂ ਲੱਗਦਾ ਕਈ ਵਾਰੀ ਲਿਖਿਆ ਹੁੰਦਾ ਨਾ ਕਿ ਇਸ ਡੈਰੀ ਦੇ ਵਿੱਚ ਮੱਝ ਦਾ ਦੁੱਧ ਸਾਹਮਣੇ ਚੋ ਕੇ ਦਿੱਤਾ ਜਾਂਦਾ, ਚੁਆਵਾਂ ਦੁੱਧ ਦਿੱਤਾ ਜਾਂਦਾ। ਹੋਰ 2 ਸਾਲਾਂ ਮੈਨੂੰ ਲੱਗਦਾ ਲੋਕਾਂ ਨੇ ਇਦਾਂ ਲਿਖ ਦੇਣਾ ਤੁਹਾਡੇ ਸਾਹਮਣੇ ਪਾਊਡਰ ਤੋਂ ਦੁੱਧ ਬਣਾ ਕੇ ਦਿੱਤਾ ਜਾਂਦਾ ਹੈ। ਇੱਥੇ ਕੈਮੀਕਲ ਉਹਨੇ ਕੀ ਪਾਏ ਜਾਂਦੇ ਹਨ ਜਿਹੜੇ ਸਧਾਰਨ ਦਵਾਈ ਨਾਲ ਠੀਕ ਹੋ ਜਾਂਦੇ ਹਨ। ਇਸ ਕਰਕੇ ਤੁਸੀਂ ਇੱਥੋਂ ਸਾਹਮਣੇ ਬਣਾਇਆ ਹੋਇਆ ਦੁੱਧ ਖਰੀਦ ਕੇ ਲੈ ਕੇ ਜਾਓ। ਹੋ ਜਾਣਾ ਇਦਾਂ ਕਿ ਨਹੀਂ? ਨਹੀਂ, ਹੈ ਹੀ ਹੈ। ਕੀ ਕਰੀਏ ਬਾਟ ਸਾਹਿਬ? ਦੇਖੋ, ਸਰਕਾਰੀ ਅੰਕੜੇ ਕਹਿੰਦੇ ਆ ਕਿ 64% ਦੇ ਕਰੀਬ ਦੁੱਧ ਦਾ ਫਰਕ ਹੈਗਾ ਕਿ ਜਿੰਨੇ ਡੰਗਰ ਨੇ, ਜਿੰਨਾ ਦੁੱਧ ਐਕਚੁਅਲ ਪੈਦਾ ਹੁੰਦਾ ਤੇ ਜਿੰਨੀ ਉਹਦੀ ਖਪਤ ਹੈ, ਜਿੰਨੀ ਉਹਦੀ ਵਰਤੋਂ ਹੈ। ਹੁਣ ਸਰਕਾਰੀ ਡੇਅਰੀਆਂ ਵੀ ਹੈਗੀਆਂ, ਅਰਧ ਸਰਕਾਰੀ ਡੇਅਰੀਆਂ ਵੀ ਹੈਗੀਆਂ, NGOs ਵੀ ਕੰਮ ਕਰਦੀਆਂ। ਉਹਦੇ ਬਾਵਜੂਦ ਵੀ ਜੇ ਆਪਾਂ ਵੇਖੀਏ ਵੀ ਉਹ ਸਾਰਾ ਕੁਝ ਉਸੇ ਤਰ੍ਹਾਂ ਚੱਲੀ ਜਾਂਦਾ, ਤੇ ਫਿਰ ਤਾਂ ਅਗਲਿਆਂ ਨੂੰ ਪਤਾ ਹੀ ਹੈ ਭਾਈ ਸਾਹਿਬ ਵੀ ਇਹ ਸੰਗਤ ਹੀ ਇੰਨੀ ਹੈ, ਕੋਈ ਗੱਲ ਨਹੀਂ, ਇਹ 4 ਮਰ ਵੀ ਗਏ ਤੇ ਕੀ ਫਰਕ ਪੈਂਦਾ। ਇਸ ਕਰਕੇ ਸਾਡਾ ਤਾਂ ਹੁਣ ਰੱਬ ਵੀ ਘੱਟ ਹੀ ਵਾਲੀ ਆ। ਉਹ ਕਹਿੰਦਾ ਯਾਰ ਹੁਣ ਇੰਨੇ ਬੰਦੇ ਮੈਂ ਕਿੰਨਿਆਂ ਕੁ ਦਾ ਖਿਆਲ ਰੱਖਾਂ। ਮੈਨੂੰ ਤਾਂ ਇਹ ਲੱਗਦਾ ਵੀ ਹੋ ਸਕਦਾ ਉੱਪਰ ਜਿਹੜਾ ਕਹਿੰਦੇ ਹੁੰਦੇ ਸੀ ਨਾ ਵੀ ਉਹ ਚਿੱਤਰਗੁਪਤ ਹਿਸਾਬ ਕਿਤਾਬ ਰੱਖਦਾ, ਉਹ ਵੀ ਬੰਦ ਹੀ ਕਰ ਦਿੱਤਾ ਉਹਨਾਂ ਨੇ। ਉਹ ਕਹਿੰਦਾ ਵੀ ਯਾਰ ਇੱਥੋਂ ਮਟੀਰੀਅਲ ਹੀ ਇੰਨਾ, ਉਹ ਇੱਥੋਂ ਜਿਹੜਾ ਆਉਂਦਾ ਉਹਨੂੰ ਬਸ ਇੱਕ ਪਾਸੇ ਤੋੜ ਦਿਆ ਕਰੋ, ਉਹਦਾ ਹਿਸਾਬ ਕਿਤਾਬ ਕਰਨ ਦੀ ਲੋੜ ਨਹੀਂ, ਕਿਉਂਕਿ ਜਿਹੜੇ ਇੱਥੋਂ ਆਉਂਦੇ ਉਹ ਬਸ ਇੱਕੋ ਜਿਹੇ ਹੁੰਦੇ ਆ। ਨਹੀਂ ਦੇਖ, ਫਰਕ ਤਾਂ ਪੈਂਦਾ। ਦੇਖੋ, ਤੁਸੀਂ ਕਹਿੰਦੇ ਹੋ 4 ਬੰਦੇ ਇੱਧਰ ਕੀ ਉੱਧਰ ਕੀ, ਬਹੁਤ ਫਰਕ ਪੈਂਦਾ। ਦੇਖੋ, 4 ਬੰਦੇ ਇੱਧਰ ਉੱਧਰ ਹੋਣਗੇ, ਹੁਣ ਲੀਡਰ ਸਾਹਿਬ ਦੇ ਕੋਲ ਦੇਣ ਨੂੰ ਗਰਾਂਟਾਂ ਤਾਂ ਕਿਸੇ ਕੋਲ ਹੁੰਦੀਆਂ ਨਹੀਂ। ਪਹਿਲਾਂ ਸੰਸਕਾਰ ਤੇ ਆਉਣਗੇ, ਫੋਟੋ ਲੱਗੂਗੀ, ਫਿਰ ਲੱਗਣ ਫਲਾਨਾ ਸਿੰਘ ਜੀ ਦੇ ਸੰਸਕਾਰ ਦੇ ਉੱਤੇ ਆਹ ਲੀਡਰ ਆਏ, ਉਹਨਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਫਿਰ ਇੱਕ ਵਾਰੀ ਭੋਗ ਦੇ ਉੱਤੇ ਆਉਣਗੇ, ਉੱਥੇ 500-400 ਬੰਦਾ ਬੈਠਾ ਹੋਊਗਾ ਜਾਂ ਜਿੰਨੇ ਵੀ ਬੈਠੇ ਹੋਣਗੇ, ਉੱਥੇ ਆ ਕੇ ਸ਼ਰਧਾਂਜਲੀ ਭੇਟ ਕਰਨਗੇ। ਕਿਉਂਕਿ ਹੁਣ ਪਹਿਲਾਂ ਵਾਲਾ ਕੰਮ ਤਾਂ ਆਇਆ ਗਿਆ, ਨੀਂਹ ਪੱਥਰ ਦਾ ਤੇ ਉਦਘਾਟਨ ਦਾ। ਇਸ ਕਰਕੇ ਬੜਾ ਫਾਇਦਾ ਉਸ ਚੀਜ਼ ਦਾ, ਉਹਨਾਂ ਨੂੰ ਫਾਇਦਾ ਹੀ ਫਾਇਦਾ। ਆਮ ਬੰਦੇ ਨੂੰ ਨੁਕਸਾਨ ਹੋਊਗਾ, ਜਵਾਕ ਜੱਲੇ ਨੂੰ ਨੁਕਸਾਨ ਹੋਊਗਾ। ਹੁਣ ਤਾਂ ਜੀ ਉਹ ਵੀ ਫਾਇਦਾ ਰੁਕ ਗਿਆ ਨਾ ਵਿਚਾਰਿਆਂ ਦਾ। ਕਿਉਂਕਿ ਹੁਣ ਤਾਂ ਉੱਥੇ ਵੀ ਬੰਦੇ ਨਹੀਂ ਇਕੱਠੇ ਹੁੰਦੇ, ਤੇ ਇਸ ਕਰਕੇ ਨਾ ਕਿਸੇ ਦੇ ਵਿਆਹ ਸ਼ਾਦੀ ਤੇ ਵਿਚਾਰਾ ਲੀਡਰ ਜਾ ਕੇ ਭਾਸ਼ਣ ਦੇ ਸਕਦਾ, ਨਾ ਕਿਸੇ ਦੇ ਮਰੇ ਜੰਮਣੇ ਤੇ ਜਾ ਕੇ ਭਾਸ਼ਣ ਦੇ ਸਕਦਾ। ਆ ਤੁਸੀਂ ਗੱਲ ਕਰਦੇ ਸੀ ਆਉਣ ਜਾਣ ਦੀ, ਆ ਪਿਛਲੇ ਦਿਨ ਤੁਸੀਂ ਖਬਰ ਸੁਣੀ ਲਈ ਹੋਣੀ ਆ ਵੀ ਇੱਕ ਬਾਪੂ ਗੁਜ਼ਰ ਗਿਆ, ਇੱਕ ਬੀਬੀ ਗੁਜ਼ਰ ਗਈ। ਬਾਪੂ ਵਾਲੀ ਲਾਸ਼ ਬੀਬੀ ਵੱਲ ਘਲਤੀ ਤੇ ਬੀਬੀ ਵਾਲੀ ਲਾਸ਼ ਬਾਪੂ ਵੱਲ ਘਲਤੀ। ਅਸੀਂ ਤਾਂ ਹਿਸਾਬ ਤਾਂ ਇਦਾਂ ਲਾਈਦਾ ਵੀ ਕੋਈ ਨਹੀਂ ਯਾਰ, ਸਭ ਇੱਕੋ ਹੀ ਆ ਬਸ। ਨਹੀਂ, ਨਾਗੀ ਪੂਰੇ ਕਰਨੇ ਆ, ਨਾਗੀ ਪੂਰੇ ਕਰਨੇ ਆ, ਕਰ ਦਿੱਤੇ ਕਿ ਭਾਈ ਉੱਥੇ ਪੂਰਾ ਭੇਜਿਆ ਨਾ, ਸਮਾਨ ਤਾਂ ਪੂਰਾ ਸੀ। ਉਹ ਕੋਡ ਨੰਬਰ ਹੀ ਬਦਲ ਗਿਆ ਹੋਊਗਾ, ਅਗਲੇ ਹਾਈ ਕੋਰਟ ਚਲੇ ਗਿਆ, ਬਸ ਠੀਕ ਆ। ਹੁਣ ਸੰਧਾਲੀਆ ਸਾਹਿਬ, ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਆ, ਉਹ ਹੈ ਬੜੀ ਇੰਪੋਰਟੈਂਟ ਹੈ। ਦੇਖੋ, ਗੱਲ ਇਹ ਹੈ ਕਿ ਬੰਦੇ ਦੀ ਆਦਤ ਨਹੀਂ ਕਿਤੇ ਜਾ ਕੇ ਬਦਲਦੀ। ਹੁਣ ਤੁਸੀਂ ਆ $2,000 ਜਿਹੜਾ ਮਿਲਦਾ, ਇਹ ਤੁਹਾਨੂੰ ਥੋੜਾ ਜਿਹਾ ਔਖਾ ਲੱਗਦਾ ਸੀ ਨਾ, ਹੁਣ ਮੈਂ ਦੱਸ ਦੇਣਾ ਕਿ ਕੰਮ ਉਦਾਂ ਦਾ ਹੀ ਹੁੰਦਾ। ਸਾਨੂੰ ਨਹੀਂ ਔਖਾ ਲੱਗਦਾ ਵੀਰ, ਅਸੀਂ ਤੇ ਖੁਸ਼ ਹੀ ਬੜੇ ਆ। ਅਸੀਂ ਆਨੇ ਸਾਨੂੰ ਇਹੋ ਜਿਹਾ ਲੀਡਰ ਘੱਲ ਦਿਓ ਕਿਤੇ। ਅਸੀਂ ਨਹੀਂ ਆਂਦੇ ਸਾਨੂੰ 5 ਸਾਲ $2,000 ਦੇਵੇ, ਅਸੀਂ ਆਨੇ 1 ਸਾਲ ਹੀ ਦੇ ਦੇ, ਅਸੀਂ ਇੰਨੇ 'ਚ ਹੀ ਖੁਸ਼ ਹਾਂ। ਅਸੀਂ ਤਾਂ ਆਨੇ ਵੀ ਬਹੁਤ ਸ਼ੁਕਰ ਹੈ ਭਾਈ ਜੋ ਇਹੋ ਜਿਹੇ ਲੀਡਰ ਤੁਹਾਡੇ ਵੱਲ ਜੰਮੇ ਪਲੇ, ਘੱਟੋ ਘੱਟ ਉਹਨਾਂ ਦੀ ਕਦਰ ਕਰੋ। ਨਹੀਂ ਤੇ ਸਾਡੇ ਵਰਗਿਆਂ ਦੀਆਂ ਇੱਥੇ ਜਾ ਕੇ ਇੱਧਰੋਂ ਘੱਲੋ 6 ਮਹੀਨੇ। ਕੈਨੇਡਾ ਵਾਲੇ ਦੇ ਗੋਰਿਆਂ ਨੇ ਕੰਨਾਂ ਨੂੰ ਹੱਥ ਨਾਲ ਲਵਾ ਤੇ ਇਹਨਾਂ ਦੇ ਲੀਡਰਾਂ ਨੇ, ਤਾਂ ਆ ਕੇ ਟਰੂਡੋ ਦੇ ਪੈਰੀ ਪੈ ਕੇ ਲੈ ਕੇ ਆਓਗੇ ਤੁਸੀਂ ਘਰੋਂ ਜਾ ਕੇ ਉਹਨੂੰ ਵੀ ਵੀਰ ਇਹੋ ਜਿਹਾ ਬੰਦਾ ਸਾਨੂੰ ਚਾਹੀਦਾ। ਨਾ ਸਾਲ 'ਚ ਹੀ ਘੰਟੀਆਂ ਵਜਾਉਣ ਲਾਤੇ ਤਾਂ ਗੱਲ ਕਰਿਓ, ਨਾ ਸਾਲ 'ਚ ਹੀ ਪਾਪੜ ਖਿਲਾਉਣ ਲਾਤੇ ਤਾਂ ਗੱਲ ਕਰਿਓ ਕਿ ਕਰੋਨਾ ਵਾਇਰਸ ਇਹਦੇ ਨਾਲ ਖਤਮ ਹੁੰਦਾ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, $2,000 ਦੇਤਾ, ਉਹਦੇ ਤੋਂ ਬਾਅਦ ਹੋਇਆ ਕੀ ਕਿ ਇੱਕ ਦਿਨ ਸਰਕਾਰ ਨੇ ਅਜੇ ਐਲਾਨ ਹੀ ਕੀਤਾ ਸੀ, ਪਾਸ ਨਹੀਂ ਸੀ ਕੀਤਾ, ਕਿ ਜੇ ਕਿਸੇ ਨੇ ਗਲਤ ਲਏ ਹੋਏ, ਜੇ ਕੋਈ ਨਿਯਮਾਂ ਤੋਂ ਪਰੇ ਉਰੇ ਜਾ ਕੇ ਲਿਆ ਤਾਂ ਇੰਨੇ ਗੁਣਾ ਵੱਧ ਵਸੂਲਾਂਗੇ, ਇੰਨਾ ਜੁਰਮਾਨਾ ਲੱਗੂਗਾ। 24 ਘੰਟਿਆਂ ਦੇ ਵਿੱਚ ਹੀ ਹਜ਼ਾਰਾਂ ਬੰਦਿਆਂ ਨੇ ਪੈਸੇ ਵਾਪਸ ਕਰਤੇ। ਪਹਿਲਾਂ ਦੇਖੋ ਉੱਪਰ ਚੌਂਕੜੀ ਮਾਰ ਕੇ ਬੈਠੇ ਸੀ, ਪਹਿਲਾਂ ਖੀਸੇ 'ਚ ਪਾ ਕੇ ਬੈਠੇ ਸੀ। ਇਸ ਕਰਕੇ ਭਰਾਓ, ਜਿੱਥੇ ਵੀ ਹੈਗੇ ਆ, ਭਾਵੇਂ ਇੱਧਰ ਆ ਭਾਵੇਂ ਉੱਧਰ ਆ, ਜਿਹੜੀ ਵੀ ਮਿਲਦੀ ਹੈ ਇਮਾਨਦਾਰੀ ਦੀ ਖਾਈਏ ਤਾਂ ਚੰਗਾ। ਬਾਕੀ ਇੱਕ ਗੱਲ ਸੰਧਾਲੀਆ ਸਾਹਿਬ, ਹੁਣ ਮੈਂ ਕਰਦਿਆਂ, ਹੁਣ ਲੱਗਣੀ ਤਾਂ ਤੁਹਾਨੂੰ ਔਖੀ ਆ, ਕਿਉਂਕਿ ਕੱਟੀ ਤੁਸੀਂ ਚੰਗੇ ਤਰੀਕੇ ਸਾਂਭੀ ਨਹੀਂ, ਪਤਾ ਨਹੀਂ ਹੁਣ ਕਿਹਦੀ ਖੁਰਲੀ ਦੇ ਵਿੱਚ ਜਾ ਕੇ ਬੰਨ ਦਿੱਤੀ ਹੈ। ਆ ਪੰਜਾਬ ਦੇ ਵਿੱਚ ਨਾ ਜਦੋਂ ਖਬਰ ਆਈ ਕਿ 1 ਲੱਖ ਤੋਂ ਵੀ ਵੱਧ ਬੰਦਾ ਨਵਾਂ ਰਜਿਸਟਰਡ ਹੋਇਆ ਕਿ ਮੈਂ ਨਸ਼ਾ ਛੱਡਣਾ, ਮੈਨੂੰ ਚੇਤਾ ਪਤਾ ਕੀ ਆਇਆ? ਮੈਨੂੰ ਚੇਤਾ ਇਹ ਆਇਆ ਕਿ ਜਿਹੜੀ ਪਿਛਲੀ ਸਰਕਾਰ 10 ਸਾਲ ਰਹੀ, ਉਹ ਤਾਂ ਕਹਿੰਦੇ ਹੁੰਦੇ ਸੀ ਕਿ ਸਪਲਾਈ ਲਾਈਨ ਤੋੜ ਦਿੱਤੀ ਹੈ। ਉਹ ਤਾਂ ਕਹਿੰਦੇ ਸੀ 25, 26, 30, 32 ਹਜ਼ਾਰ ਕੇਸ ਦਰਜ ਕਰਤਾ। ਫਿਰ ਜਿਹੜੀ ਸਰਕਾਰ ਚੱਲਦੀ ਹੈ, ਇਹ ਵੀ ਕਹਿੰਦੇ ਹੁੰਦੇ ਸੀ ਕਿ ਸਪਲਾਈ ਲਾਈਨ ਤੋੜ ਦਿੱਤੀ, ਚੇਨ ਤੋੜ ਦਿੱਤੀ, ਹੁਣ ਤਾਂ ਵਿਕਦਾ ਬੁਕਦਾ ਹੀ ਨਹੀਂ। ਜੇ ਨਹੀਂ ਵਿਕਦਾ, ਲੱਖ ਬੰਦਾ ਕਿੱਥੋਂ ਆ ਗਿਆ? ਇਹ ਬੰਦਾ ਹੁਣੇ ਉੱਪਰੋਂ ਡਿੱਗਿਆ, ਇਹ ਡਿੱਗਦਾ ਹੀ ਬਾਲਗ ਹੋ ਗਿਆ। ਨਹੀਂ ਬਾਟ ਸਾਹਿਬ, ਗੱਲ ਨਹੀਂ ਸੁਣੇ ਗੱਲ, ਉਹ ਬੰਦੇ ਸੀਗੇ ਹੋਰ ਨਸ਼ੇ ਪੱਤੇ ਵਾਲੇ। ਆ ਹੁਣ ਲਾਕਡਾਊਨ ਜਿਹਦੇ ਚੱਕਰ 'ਚ ਹੁਣ ਜਿਹੜਾ ਵਿਚਾਰਾ ਭੁੱਕੀ ਤੇ ਲੱਗਾ, ਉਹਨੂੰ ਉਹ ਵੀ ਨਹੀਂ ਮਿਲਦੀ ਜੀ। ਉਹ ਹੁਣ ਵਿਚਾਰਾ ਮਾਰੀ ਦਾ ਕੀ ਕਰੇ? ਉਹ ਕਹਿੰਦਾ ਵੀਰ ਜੇ ਦੂਜੀ ਸਮਾਨ ਤੁਸੀਂ ਆਉਣ ਨਹੀਂ ਦੇਣਾ ਤੇ ਘੱਟੋ ਘੱਟ ਹਸਪਤਾਲ ਵਾਲੀਆਂ ਗੋਲੀਆਂ ਤੇ ਹੀ ਲਾ ਦਿਓ। ਉਹ ਉਨੇ ਕੁ ਬੰਦੇ ਦਾ ਲੱਖ ਨਿਕਲ ਹੀ ਆਉਂਦੇ ਯਾਰ। ਕਿੱਡਾ ਵੱਡਾ ਸਾਡਾ ਦੇਸ਼ ਹੈ,
ਤੁਸੀਂ ਨਿਗਾਹ ਜਾ ਕਿਤੇ ਕਮਾਲ ਕਰੀ ਜਾਂਦੇ ਹੋ। ਨਹੀਂ ਗੱਲ ਤੁਹਾਡੀ ਤਾਂ ਆਬਾਦੀ ਨਹੀਂ ਹੈਗੀ ਉੱਥੇ ਕੈਨੇਡਾ 'ਚ, ਪੰਜਾਬ ਜਿੰਨੀ ਆਬਾਦੀ ਲਈ ਫਿਰਦੇ ਤੁਸੀਂ। ਤੁਹਾਡੇ ਜਿੰਨੇ ਕੈਨੇਡਾ 'ਚ ਵਸਦੇ ਲੋਕ ਇੰਨੇ ਤਾਂ ਅਸੀਂ ਪੰਜਾਬ 'ਚ ਤੁਰੇ ਫਿਰਦੇ ਹਾਂ। ਹੁਣ ਇਹਨਾਂ ਜੇ ਲੱਖ ਬੰਦਾ ਨਿਕਲ ਵੀ ਆਇਆ, ਕਿੱਡੀ ਕੁ ਗੱਲ ਆ ਯਾਰ। ਨਹੀਂ ਗੱਲ ਤਾਂ ਤੁਹਾਡੀ ਠੀਕ ਹੈ। ਹੁਣ ਤੁਸੀਂ ਮੈਨੂੰ ਚਲੋ ਇੱਕ ਗੱਲ ਜ਼ਰੂਰ ਦੱਸੋ ਕਿ ਅੱਜ ਚਾਹ ਧਰੋਗੇ ਕਿ ਨਹੀਂ ਧਰੋਗੇ? ਨਹੀਂ ਅੱਜ ਕਾਹਦੀ ਚਾਹ ਵੀਰ ਜੀ, ਹੁਣ ਤੁਸੀਂ ਪੀਂਦੇ ਹੋ ਝੋਲੇ ਵਾਲੀ, ਜਿਹੜਾ ਐ ਕੱਪ 'ਚ ਏਦਾਂ ਗੋਤੇ ਦੇ ਕੇ ਪੀਂਦੇ ਆ। ਅਸੀਂ ਵਿਚਾਰੇ ਉਹੋ ਹੀ, ਸਾਡੀ ਟੁੱਟੀ ਪੌਣੀ ਤੇ ਟੁੱਟਾ ਸਾਡਾ ਪਤੀਲਾ, ਅਸੀਂ ਵਿਚਾਰੇ ਟਾਈਮ ਪਾਸ ਕਰਨ ਡਏ। ਇੱਥੇ ਸਾਨੂੰ ਪਤਾ ਸਾਡੇ ਕਿੱਦਾਂ ਦੇ ਹਾਲਾਤ ਹੈ। WhatsApp ਬੁਲਾਓ ਨਾ ਤੁਸੀਂ ਸਾਨੂੰ। ਉਹ ਮਹਾਰਾਜ ਮੇਰੀ ਦਾ ਕੱਟ ਲੱਗ ਜਾਂਦਾ। ਮੇਰੀ ਗੱਲ ਸੁਣ ਲਓ, ਮੈਂ ਤਰਸ ਗਿਆ। WhatsApp ਯਾਰ ਕਿਸੇ ਦਿਨ ਮੇਰੀ ਗੱਲ ਸੁਣੋ, ਕਿਸੇ ਦਿਨ ਆਓ ਯਾਰ, ਝੋਨੇ ਚੋਂ ਲੱਦਣ ਹੀ ਕੱਢ ਲਈਏ, ਹੋਰ ਨਹੀਂ ਕੁਝ। ਨਹੀਂ ਮੈਂ ਤਾਂ ਅੱਗੇ ਸੋਚਦਾ ਸੀ ਕਿ ਬੱਟ ਬੰਦਾ ਲਿਪਦਾ ਹੋਵੇ, ਇੱਥੇ ਹੁਣ ਸ਼ਰਬਤ ਵਰਗੀ ਚਾਹ ਮਿਲਦੀ ਐ, ਐਂ ਲੱਗਦਾ ਕਿ ਜਿੱਦਾਂ ਧੁਣ ਜਿਹਾ ਹੁੰਦਾ, ਹੋ ਸਕਦਾ ਚੰਗੀ ਬਹੁਤ ਹੋਵੇ ਸਿਹਤ ਲਈ, ਪਰ ਸਵਾਦ ਤਾਂ ਉਹੀ ਲੱਗਦੀ ਹੈ ਨਾ ਕਿ ਐਨ ਜਿਹੜਾ ਪਤੀਲਾ ਉੱਪਰ ਤੱਕ ਪੱਤੀ ਨਾਲ ਲਿਬੜਿਆ ਹੋਵੇ, ਘੁੱਟ ਭਰੀਏ ਤਾਂ ਬੁੱਲ ਫਿਰ ਜੁੜਦੇ ਹੋਣ। ਤੇ ਸਭ ਤੋਂ ਵੱਡੀ ਗੱਲ ਆ ਕਿ ਗਲਾਸੀ ਬਾਹਰੋਂ ਵੀ ਉਨੀ ਕੁ ਲਿਬੜੀ ਹੋਵੇ ਤੇ ਦੋਵੇਂ ਭਰਾ ਬੈਠੇ ਹੋਈਏ, ਨਾਲ ਮਾੜਾ ਮੋਟਾ ਲੱਡੂ ਹੋਵੇ, ਕੋਈ ਸੀਰਨੀ ਸੂਰਨੀ ਸ਼ੱਕਰਪਾਰਾ ਹੋਵੇ, ਤੇ ਨਾਲੇ ਚੱਬੀਏ ਤੇ ਨਾਲੇ ਭਰੀਏ ਘੁੱਟ। ਉਹਨੇ ਗੱਲਾਂ ਤੇ ਉਹ ਸਾਰੀਆਂ ਠੀਕ ਹੈ WhatsApp, ਪਰ ਹੁਣ ਇਸ ਵੇਲੇ ਉਹ ਗੱਲ ਬਣ ਨਹੀਂ ਨਾ ਰਹੀ। ਇਸ ਵੇਲੇ ਦਾ ਮਾਹੌਲ ਚਾਲ ਜਿਹੜਾ ਉਹ ਕੁਝ ਹੋ ਰਿਹਾ। ਬਾਕੀ ਇਹਨਾਂ ਵੀ ਇੱਕ ਮੈਂ ਵੈਸੇ ਤੁਹਾਨੂੰ ਚੰਗੀ ਗੱਲ ਦੱਸਦਾ ਵੀ ਸਾਡੇ ਇੰਡੀਆ 'ਚ ਵੀ ਭਾਈ ਉਹ ਟ੍ਰਾਇਲ ਹੋ ਗਿਆ, ਬੰਦੇ ਇੱਕ ਨੂੰ ਦਵਾਈ ਦਿੱਤੀ ਆ ਕਰੋਨੇ ਵਾਲੀ, ਮਤਲਬ ਹਿਊਮਨ ਟ੍ਰਾਇਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤੇ ਜੇ ਕਾਮਯਾਬ ਹੋ ਗਿਆ ਤੇ ਫੇਰ ਨਹੀਂ ਜੀ ਅਸੀਂ ਬੰਦਾ ਕੋਈ ਵੀ ਮਰਨ ਦੇਣਾ। ਉਹ ਗੱਲ ਵੱਖਰੀ ਹੈ ਵੀ ਚਲੋ ਕੇਸ ਭਾਵੇਂ 50,000 ਤੋਂ ਟੱਪੀ ਜਾਂਦੇ ਸਾਡੀ ਦਿਹਾੜੀ ਦੇ। ਨਹੀਂ ਵੈਸੇ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਹੈ ਨਾ, ਇਹ ਜਿਹੜੇ ਲੋਕ ਨੇ ਜਿਹੜੇ ਸਾਹਮਣੇ ਆਉਂਦੇ ਆ ਕਿ ਭਾਈ ਲਾਓ ਟੀਕਾ, ਖਾਣਾ ਮੈਂ ਦਵਾਈ, ਲੋਕ ਬਚਾਉਣੇ ਆ, ਦੇਖੋ ਕਿੰਨੇ ਵਧੀਆ ਬੰਦੇ ਨੇ, ਕਿੰਨੇ ਮਹਾਨ ਬੰਦੇ ਨੇ। ਹਿਸਟਰੀ 'ਚ ਗੱਲਾਂ ਹੋਇਆ ਕਰਨੀਆਂ ਹੋਰ 20-25 ਸਾਲਾਂ ਤੱਕ, ਆਪਣਾ ਕੰਮ ਤਾਂ ਉਹੀ ਰਹਿ ਜਾਣਾ ਟਰਮੇ ਵਾਲਾ। ਨਹੀਂ ਉਹ ਚਲੋ ਠੀਕ ਹੈ, ਗੱਲਾਂ ਬਾਤਾਂ ਸਾਰੀਆਂ। ਤੇ WhatsApp ਹੁਣ ਮਿੰਟ ਆਪਣੇ ਕੋਲ 1.5-2 ਬਚੇ ਆ, ਤੇ ਜੇ ਕੋਈ ਸਿਆਣੀ ਗੱਲ ਕਰਨੀ ਤੇ ਕਰ ਲਓ, ਨਹੀਂ ਤੇ ਮੇਰੇ ਕੋਲ ਤੇ ਫਿਰ ਕਾਂਵਲੀ ਆ ਜਿਹੜਾ ਮੈਂ ਕਦਾਈ ਜਾਂਦਾ। ਨਹੀਂ ਦੇਖੋ ਸਿਆਣੀ ਗੱਲ ਤਾਂ ਸੰਧਾਲੀਆ ਸਾਹਿਬ ਇਹ ਹੈ ਕਿ ਬਹੁਤ ਲੋਕਾਂ ਨੇ ਪਿਆਰ ਵੀ ਦਿੱਤਾ, ਤੁਹਾਨੂੰ ਚੇਤੇ ਵੀ ਕੀਤਾ। ਤੇ ਮੈਂ ਤਾਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਵੀ ਬੰਦਾ ਹੁਣ ਨਵੇਂ 2-3 ਪ੍ਰੋਗਰਾਮ ਰੈਡੀ ਕਰ ਰਿਹਾ, ਹੋਮਵਰਕ ਉਹਦਾ ਬੜਾ ਤਕੜਾ ਹੁੰਦਾ, ਤੇ ਅਸੀਂ ਬੜੀ ਛੇਤੀ ਆਇਆ ਕਰਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣੀਆਂ, ਪਰ ਤੁਸੀਂ ਸੁੰਮੋ ਦਾ, ਕੱਟੀ ਦਾ, ਸਾਰੀਆਂ ਚੀਜ਼ਾਂ ਦਾ ਖਿਆਲ ਰੱਖਿਓ ਜ਼ਰੂਰ। ਤੇ ਨਾਲ ਦੀ ਨਾਲ ਇੰਨੀ ਕੁ ਗੱਲ ਆਪਾਂ ਜ਼ਰੂਰ ਕਰ ਦਈਏ ਕਿ ਭਾਈ ਬਚ ਬਚਾ ਕੇ ਰਿਓ, ਸੋਸ਼ਲ ਡਿਸਟੈਂਸ, ਫਿਜ਼ੀਕਲ ਡਿਸਟੈਂਸ ਉਹ ਮਾੜਾ ਜਿਹਾ ਬਰਕਰਾਰ ਰੱਖਿਓ, ਛਿੱਕ ਛੁੱਕ ਜਿਹੜੀ ਉਰੇ ਪਰੇ ਹੋ ਕੇ ਮਾਰਿਓ। ਬਿਲਕੁਲ। ਚਲੋ WhatsApp ਤੁਸੀਂ ਸਮਾਂ ਕੱਢਿਆ, ਮਹਾਰਾਜ ਗੱਲਾਂ ਬਾਤਾਂ ਕੀਤੀਆਂ, ਤੁਹਾਡਾ ਬੜਾ ਧੰਨਵਾਦ। ਤੁਸੀਂ ਆਪਣੀ ਝੋਲੇ ਵਾਲੀ ਚਾਹ ਪੀ ਲਓ ਤੇ ਮੈਂ ਵੀ ਇੱਧਰ ਕੋਈ ਨਾ ਕੋਈ ਪਤਾ ਕਰਦਾ ਮੁੰਡਿਆਂ ਕੋਲੋਂ, ਠੀਕ ਹੈ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਬਾਬਿਓ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਇਹ ਬੜੀ ਦੇਰ ਤੋਂ ਤੁਹਾਡੀ ਮੰਗ ਸੀਗੀ ਕਿ ਯਾਰ ਤੁਸੀਂ ਦੋਵੇਂ ਜਣੇ ਕਿਉਂ ਨਹੀਂ ਆਉਂਦੇ, ਹੁਣ ਗੱਲਾਂ ਬਾਤਾਂ ਕਿਉਂ ਨਹੀਂ ਕਰਦੇ, ਤੇ ਆਪ ਸਭ ਦੀ ਡਿਮਾਂਡ ਦੇ ਉੱਪਰ ਦੁਬਾਰਾ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਹਫ਼ਤੇ 'ਚ ਇੱਕ ਦਿਨ ਮੈਂ ਤੇ WhatsApp ਜੋ ਵੀ ਹਫ਼ਤੇ 'ਚ ਪੂਰੇ 'ਚ ਹੋਇਆ ਹੋਊਗਾ ਉਹ ਗੱਲਾਂ ਬਾਤਾਂ ਆਪ ਜੀ ਦੇ ਨਾਲ ਫੋਕਸ ਦੇ ਵਿੱਚ ਆਪਾਂ ਕਰ ਲਿਆ ਕਰਨੀਆਂ ਸਾਂਝੀਆਂ। ਵੈਸੇ ਪੰਨੂ ਸਾਹਿਬ ਦੇ ਨਾਲ ਤਾਂ ਆਪਾਂ ਆਉਣੇ ਹੈ ਜੀ, ਇੱਕ ਦਿਨ ਪੰਨੂ ਸਾਹਿਬ ਦੇ ਨਾਲ, ਇੱਕ ਦਿਨ WhatsApp ਦੇ ਨਾਲ। ਸੋ ਫੋਕਸ ਦੇ ਵਿੱਚ ਵੀ ਹੁਣ ਮੈਂ ਹਾਜ਼ਰੀ ਲਵਾਇਆ ਕਰੂੰਗਾ। ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ ਕਿ ਪ੍ਰਾਈਮ ਏਸ਼ੀਆ TV ਤੁਹਾਨੂੰ ਕਿਵੇਂ ਦਾ ਲੱਗਦਾ, ਹੋਰ ਕਿਹੜੀ ਚੀਜ਼ ਐਡ ਆਨ ਕਰਨੀ ਹੈ। ਤੇ ਇੱਕ ਉਹ ਲਾਈਕ ਵਾਲਾ ਜਿਹੜਾ ਬਟਨ ਹੈ ਉਹ ਤੁਸੀਂ ਦੱਬਣਾ ਨਾ ਭੁੱਲ ਜਾਓ, ਉਹ ਜ਼ਰੂਰ ਦੱਬ ਦਿਓ ਕਿੱਲੀ, ਕਿਉਂਕਿ ਉਹ ਤੋਂ ਬਿਨਾਂ ਫਿਰ ਗੱਲ ਬਣਦੀ ਨਹੀਂ। ਕਿਉਂਕਿ ਇੱਕ ਨਾ ਲਾਈਕ ਵਾਲੀ ਕਿੱਲੀ ਦੱਬੀ ਹੋਵੇ ਨਾ ਤੇ ਫਿਰ ਥੋੜ੍ਹਾ ਬੰਦਾ ਹੌਸਲੇ 'ਚ ਰਹਿੰਦਾ ਵੀ ਨਹੀਂ ਕੰਮ ਚੱਲਦਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।